ਭੈਣ ਜੀ ਤੇ ਭਾਈ ਸਾਹਿਬ ਦਾ ਨੂੰ ਮੁਬਾਰਕਾਂ ਦੇਣੀਆਂ ਨੇ ਕਿ ਜਿਨ੍ਹਾਂ ਨੇ ਆਪਣੇ ਘਰ ਗੁਰੂ ਜੀ ਨੂੰ ਬੁਲਾ ਕੇ ਆਪਣਾ ਤਾਂ ਕਲਿਆਣ ਕਰਵਾਈ ਹੈ ਅਤੇ ਸਾਰੀ ਸੰਗਤ ਦਾ ਵੀ ਨਾਲ ਕਲਿਆਣ ਕੀਤਾ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਥੈਂਕ ਯੂ। ਗੁਰੂ ਜੀ ਵਿਰਾਜਮਾਨ ਨੇ ਤੁਹਾਡੇ, ਇਹ ਨਾ ਸਮਝਣਾ ਕਿਤੇ ਗੁਰੂ ਜੀ ਹੈ ਨਹੀਂ। ਮੇਰਾ ਗੁਰੂ ਜੀ ਨਾਲ ਸੰਨ 90 ਤੋਂ ਸੰਬੰਧ ਹੈ। ਮੈਂ ਜਦ 72 'ਚ ਕੁਰੂਕਸ਼ੇਤਰ ਯੂਨੀਵਰਸਿਟੀ ਇੰਡੀਆ 'ਚ ਪੜ੍ਹਦਾ ਹੁੰਦਾ ਸੀ ਨਾ, LLB ਕੀਤੀ ਵੀ ਹੈ ਮੇਰੀ। ਮੈਂ ਜਦੋਂ ਪਰਮਾਤਮਾ ਨੂੰ ਧਿਆਉਂਦਾ ਹੁੰਦਾ ਸੀ ਕਿ ਮੈਨੂੰ ਕੋਈ ਐਸਾ ਗੁਰੂ ਦਿਓ ਜਿਸ ਨੂੰ ਮੈਂ ਨਾ ਦੱਸਾਂ, ਉਹ ਮੈਨੂੰ ਜਾਣਦੇ ਮੈਨੂੰ ਦੱਸੇ ਕੋਈ ਚੀਜ਼। ਮੈਨੂੰ ਮੇਰੇ ਪਿਆਰੇ ਗੁਰੂ ਜੀ 18 ਸਾਲ ਬਾਅਦ ਮਿਲੇ ਮੈਨੂੰ 90 'ਚ। ਅਤੇ ਜਿਸ ਦਿਨ ਮੇਰੀ ਮਦਰ ਇਨ ਲਾ ਬਚਪਨ ਤੋਂ ਜਾਣਦੇ ਸੀ ਗੁਰੂ ਜੀ ਨੂੰ, ਅਤੇ ਸਾਨੂੰ ਮੌਕਾ ਮਿਲਿਆ 90 'ਚ ਜਾਣ ਦਾ। ਮੈਂ ਅਤੇ ਮੇਰੀ ਮਿਸਿਸ ਅਤੇ ਮੇਰੀ ਮਦਰ ਇਨ ਲਾ 1990 'ਚ ਮੈਂ ਗੁਰੂ ਜੀ ਨੂੰ ਜਲੰਧਰ ਮਿਲਿਆ। ਅਤੇ ਗੁਰੂ ਜੀ ਜਦ ਆਏ ਇਸ ਗੱਦੀ 'ਤੇ ਬੈਠੇ, ਮੁੰਡੇ ਖੁੰਡੇ ਜਿਹੇ ਹੁੰਦੇ ਸੀ, ਬਾਲ ਇੰਨੇ ਇੰਨੇ ਰੱਖੇ ਸੀ ਗੁਰੂ ਜੀ ਦੇ। ਮੈਂ ਦੀਵਾਰ ਨਾਲ ਇਸ ਤਰ੍ਹਾਂ ਬੈਠਾ ਸੀ ਮੌਜ ਨਾਲ। ਸਭ ਨੇ ਮੱਥਾ ਟੇਕਿਆ ਗੁਰੂ ਜੀ ਨੂੰ, ਮੈਨੇ ਨਹੀਂ ਟੇਕਿਆ। ਮੈਂ ਦੂਰੋਂ ਹੀ ਐਂ ਕਰਤਾ, ਮੈਂ ਯਾਰ ਮੁੰਡੇ ਖੁੰਡੇ ਜਿਹੇ ਨੇ, ਪਤਾ ਨਹੀਂ ਸਾਡੇ 'ਚ ਪੜ੍ਹਾਈ ਦਾ ਜ਼ਿਆਦਾ ਈਗੋ ਹੋਣੀ ਹੈ ਉਸ ਵਕਤ। ਗੁਰੂ ਜੀ ਨੇ ਮੈਨੂੰ ਲੈਂਦੇ ਹੀ ਬੁਲਾਇਆ, ਕਹਿੰਦੇ ਇੱਧਰ ਆਓ ਮੇਰੇ ਪਾਸ। ਕੀ ਕੰਮ ਕਰਦਾ ਹੈ? ਮੈਂ ਗੁਰੂ ਜੀ ਮੈਂ ਡਿਪਟੀ ਡਿਸਟ੍ਰਿਕਟ ਅਟਾਰਨੀ ਲੱਗਿਆ ਬਠਿੰਡੇ। ਤੂੰ ਮੇਰਾ ਪੁਰਾਣਾ ਭਗਤ ਹੈ, ਤੁਸੀਂ ਦੋਨੇ ਦਿਲ ਦੇ ਬਹੁਤ ਸਾਫ਼ ਹੋ। ਮੈਂ ਵਰਬੇਟਿਵ ਲੈਂਗੁਏਜ ਸੁਣਾਊਂਗਾ, ਕੋਈ ਆਪਣੇ ਕੋਲੋਂ ਨਹੀਂ ਜੋੜੀ ਮੈਨੇ, ਕਿਉਂ ਡਰ ਲੱਗਦਾ ਗੁਰੂ ਜੀ ਤੋਂ। ਬਿਲਕੁਲ। ਤੁਸੀਂ ਦਿਲ ਦੇ ਬਹੁਤ ਸਾਫ਼ ਹੋ। ਆਂਟੀ ਮੇਰੀ ਮਾਂ ਹੁੰਦੀ ਸੀ ਪਿਛਲੇ ਜਨਮ 'ਚ। ਮੈਂ ਕਿਹਾ ਵੀ ਬੋਲੀ ਜਾਂਦੇ ਆ ਗੁਰੂ ਜੀ, ਪਤਾ ਨਹੀਂ ਕੀ ਕਹੀ ਜਾਂਦੇ, ਮੈਨੂੰ ਸਮਝ ਨਾ ਆਇਆ ਕੁਛ। ਮੈਂ ਸਭ ਦੀ ਫਾਈਲ ਬਣਾਉਣਾ, ਪਰ ਤੁਹਾਡੀ ਫਾਈਲ ਨਹੀਂ ਬਣਾਉਂਦਾ ਦੋਨਾਂ ਦੀ। ਠੀਕ ਹੈ ਜੀ, ਨਾ ਬਣਾਓ। ਚਲੋ ਉਹਨਾਂ ਨੇ ਗੁਰੂ ਜੀ ਨੇ ਚਾਹ ਚੂਹ ਪਿਲਾਈ, ਸਾਨੂੰ 4-5 ਵਜੇ ਭੇਜਤਾ। ਫਿਰ ਮੈਂ ਹਫ਼ਤੇ ਬਾਅਦ ਸਾਡਾ ਦਿਲ ਨਾ ਲੱਗਿਆ ਕਰੇ ਸਾਡਾ, ਚਲੋ ਗੁਰੂ ਜੀ ਕੋਲੇ, ਚਲੋ ਗੁਰੂ ਜੀ ਕੋਲੇ। ਮਹੀਨੇ ਡੇਢ ਮਹੀਨੇ ਬਾਅਦ ਮੈਂ ਇੱਕ ਦਿਨ 2 ਵਜੇ ਗਿਆ, ਮੈਂ ਮਿਸਿਸ, ਅਤੇ ਗੁਰੂ ਜੀ ਉੱਪਰ ਬੈਠੇ ਤੇ 2 IPS ਅਫਸਰ ਬੈਠੇ ਤੇ ਗੁਰੂ ਜੀ ਪਾਸ। ਤਾਂ ਮੈਨੂੰ ਉੱਪਰੋਂ ਹੀ ਆਵਾਜ਼ ਦਿੰਦੇ ਨੇ, ਕਹਿੰਦੇ ਕੀ ਗੱਲ ਤੇਰਾ ਦਿਲ ਨਹੀਂ ਲੱਗਦਾ ਹੁਣ? ਮੈਂ ਕਿਹਾ ਨਹੀਂ ਜੀ ਨਹੀਂ ਲੱਗਦਾ ਦਿਲ। ਕਹਿੰਦੇ ਉੱਪਰ ਆ ਜਾ। ਫਿਰ ਅਸੀਂ ਉੱਪਰ ਚਲੇ ਗਏ ਗੁਰੂ ਜੀ ਕੋਲੇ। ਮੈਨੂੰ ਕਹਿੰਦੇ ਆਂਟੀ ਮੋਟੀ ਬਹੁਤ ਹੋਈ ਜਾਂਦੀ ਹੈ, ਮੇਰੀ ਇੰਨੀ ਮੋਟੀ ਹੋ ਗਈ ਸੀ। ਮੈਂ ਗੁਰੂ ਜੀ ਨੂੰ ਅਸਥਮਾ ਹੈ ਕਰੋਨਿਕ, ਮੈਂ ਕਿਹਾ ਦੇਸੀ ਦਵਾਈ ਖਾਂਦੀ ਹੈ ਇਹ, ਇਸ ਕਰਕੇ ਚੱਕਰ ਹੈ। ਕਹਿੰਦੇ ਇਹਨੇ ਤਾਂ ਅਗਲੇ ਮਹੀਨੇ ਮਰ ਜਾਣਾ ਫਟ ਕੇ ਇਸ ਤਰ੍ਹਾਂ। ਅਤੇ ਮੈਂ ਕਿਹਾ ਗੁਰੂ ਜੀ ਆਪਣੇ ਕਰਮਾਂ ਦਾ ਖੇਲ ਹੈ। ਕਹਿੰਦੇ ਤੈਨੂੰ ਮੇਰਾ ਪਤਾ ਨਹੀਂ? ਮੈਂ ਕਿਹਾ ਨਾ ਜੀ ਮੈਨੂੰ ਨਹੀਂ ਕੁਛ ਪਤਾ। ਕਹਿੰਦੇ ਚੰਗਾ, ਉਹਨਾਂ ਨੂੰ ਅਫਸਰਾਂ ਨੂੰ ਤਾਂ ਭੇਜਤਾ, ਕਹਿੰਦੇ ਜਾਓ। ਕਹਿੰਦੇ ਜਾਂ 20 ਰੁਪਏ ਦੇ ਪਾਨ ਦੇ ਪੱਤੇ ਫੜ ਕੇ ਲਿਆ ਫਲਾਣੀ ਰੇਹੜੀ ਤੋਂ। ਮੈਂ ਜੀ ਗਿਆ ਪੈਦਲ, ਉੱਥੋਂ ਪੱਤੇ ਫੜ ਕੇ ਰੇਲਵੇ ਸਟੇਸ਼ਨ ਉਹਦੇ ਕੋਲੇ ਲਾਈਨ ਕੋਲੇ ਸੀ ਜਲੰਧਰ। ਮੈਂ 20 ਰੁਪਏ ਦੇ ਪੱਤੇ ਲਿਆ ਅਤੇ ਮੈਂ ਆਂਟੀ ਦੇ ਇੱਥੇ ਰੱਖੇ, ਉਹਨਾਂ ਨੇ ਨੇਵਲ 'ਤੇ 15-20 ਮਿੰਟ ਰੱਖੇ। ਬਸ ਗੁਰੂ ਜੀ ਆਏ, ਪੱਤੇ ਉਠਾਏ, ਇਹਨੂੰ ਕਹਿੰਦੇ ਜਾਂ ਸੀੜੀਆਂ ਚੜ੍ਹੀ ਜਾ ਬਸ 10 ਵਾਰੀ। 28 ਸਾਲ ਹੋ ਗਏ, ਉਹ ਬੈਠੀ ਹੈ, ਸਾਹ ਵੀ ਨਹੀਂ ਚੜ੍ਹਿਆ ਕਦੇ ਇਸ ਨੂੰ। ਇਹ ਤਾਂ ਹੈ ਗੁਰੂ ਜੀ ਦੀ ਛੋਟੀ ਜਿਹੀ ਕਹਾਣੀ। ਗੁਰੂ ਜੀ ਵਾਸਤੇ ਬਹੁਤ ਬੜੀ ਗੱਲ ਨਹੀਂ ਸੀ, ਛੋਟੀ ਜਿਹੀ ਹੈ। ਚਲੋ ਅਸੀਂ ਜਾਂਦੇ ਰਹੇ ਗੁਰੂ ਜੀ ਦੇ। ਫਿਰ ਮੇਰੀ ਟਰਾਂਸਫਰ ਨਹੀਂ ਹੋ ਰਹੀ ਸੀ ਬਠਿੰਡੇ ਤੋਂ ਪਟਿਆਲੇ। ਮੈਂ ਸੁੱਖੀ ਵੀ ਸੀ ਮਾਤਾ ਦੀ ਕਿ ਮਾਤਾ ਮੈਂ ਤੁਹਾਡੇ ਆਊਂਗਾ, ਮੇਰੀ ਬਦਲੀ ਹੋ ਜਾਏ। ਕੋਈ ਤਾਂ ਮੇਰੀ ਗੁਰੂ ਜੀ ਕਾਰਨ ਸੀ, ਨਹੀਂ ਇੰਨੀ ਜਲਦੀ ਤਾਂ ਬਦਲੀ ਹੋਣੀ ਸੀ। ਮੇਰੀ ਬਦਲੀ ਹੋ ਗਈ ਪਟਿਆਲੇ ਦੀ। ਤਾਂ ਮੈਂ ਉੱਥੋਂ ਛੁੱਟੀ ਲਿੱਤੀ ਹਫ਼ਤੇ ਦੀ। ਮੈਂ ਕਿਹਾ ਚੱਲ ਰੀਤਾ ਗੁਰੂ ਜੀ ਦੇ ਮੱਥਾ ਟੇਕ ਆਈਏ, ਫਿਰ ਆਪਾਂ 10 ਦਿਨ ਜਾ ਨਹੀਂ ਸਕਣਾ ਗੁਰੂ ਜੀ ਦੇ। ਕਹਿੰਦੇ ਠੀਕ ਹੈ ਜੀ। ਅਸੀਂ ਮੱਥਾ ਟੇਕਣ ਚਲੇ ਗਏ। ਤਾਂ ਸ਼ਾਮ ਨੂੰ ਗੁਰੂ ਜੀ ਨੇ ਜਦ 4:30 ਵਜੇ ਸਾਨੂੰ ਛੁੱਟੀ ਦਿੱਤੀ, ਤਾਂ ਮੈਨੂੰ ਕਹਿੰਦੇ ਹੁਣ ਕਦ ਆਏਗਾ? ਮੈਂ ਗੁਰੂ ਜੀ ਹੁਣ ਤਾਂ ਮੈਂ 10-15 ਦਿਨ ਨਹੀਂ ਆਉਣਾ ਸੀ, ਮੈਂ ਮਾਤਾ 'ਤੇ ਮੱਥਾ ਟੇਕਣ ਜਾਣਾ, ਮੇਰੀ ਟਰਾਂਸਫਰ ਹੋ ਗਈ। ਕਿਹੜੀ ਮਾਤਾ 'ਤੇ? ਮੈਂ ਜੀ ਸਾਰੀ ਮਾਤਾ 'ਤੇ ਜਾਊਂਗਾ, ਫਿਰ ਵੈਸ਼ਨੋ ਮਾਤਾ ਵੀ ਜਾਣਾ ਲਾਸਟ। ਕਹਿੰਦੇ ਲੈ ਉਹਨਾਂ ਨੂੰ ਕੀ ਪਤਾ ਹੈ, ਉਹ ਤਾਂ ਨਿਆਣੀਆਂ ਨੇ, ਮੇਰੀਆਂ ਧੀਆਂ ਨੇ, ਤੂੰ ਬਾਪ ਕੋਲੇ ਬੈਠਾ। ਮੈਂ ਜੀ ਚੌਂਕ ਗਿਆ ਇੱਕਦਮ। ਮੈਂ ਕਿਹਾ ਯਾਰ ਕੀ ਕਹੀ ਜਾਂਦੇ ਦੇਵੀ ਮਾਤਾ ਨੂੰ ਗੁਰੂ ਜੀ। ਗੁਰੂ ਜੀ ਇੱਕਦਮ ਸਮਝ ਗਏ ਵੀ ਇਹਨੂੰ ਸਮਝ ਨਹੀਂ ਆਈ ਹਲੇ। ਮੈਨੂੰ ਕਹਿੰਦੇ ਅੰਕਲ ਤੈਨੇ ਸ਼ਿਵ ਮਹਾਪੁਰਾਣ ਪੜ੍ਹੀ ਹੈ ਕਦੇ? ਮੈਂ ਕਿਹਾ ਨਾ ਮੈਂ ਨਹੀਂ ਪੜ੍ਹੀ ਜੀ। ਕਹਿੰਦੇ ਹੁਣ ਜਾ ਕੇ ਪੜ੍ਹਿਆ ਕਰ। ਬਸ ਇੰਨੀ ਗੱਲ ਕਹੀ। ਮੈਂ ਛੁੱਟੀ ਕਰਾਈ ਕੈਂਸਲ, ਆਪਣੀ ਆਫਿਸ ਗਿਆ ਨੈਕਸਟ ਡੇ।
ਬੈਲ ਮਾਰੀ, ਪੀਣ ਨੂੰ ਬੁਲਾਇਆ, ਮੈਂ ਫਲਾਣੇ ਵਕੀਲ ਨੂੰ ਬੁਲਾ ਕੇ ਲਿਆ ਯਾਰ। ਉਹ ਆ ਗਿਆ ਮੇਰੇ ਕੋਲੇ। ਮੈਂ ਕਿਹਾ ਯਾਰ ਸ਼ਿਵ ਭਰਾਣ ਮਾਂ ਚਾਹੀਦੀ ਹੈ। ਕਹਿੰਦਾ ਸਰ ਮੈਂ ਹੁਣੇ ਲਿਆ ਦਿੰਦਾ, ਘਰ ਪਈ ਹੈ। ਮੈਂ ਕਿਹਾ ਨਾ ਨਵੀਂ ਚਾਹੀਦੀ ਹੈ। ਕਹਿੰਦਾ ਜੀ ਨਵੀਂ ਮਿਲ ਜਾਏਗੀ। ਮੈਂ ਕਿੰਨੇ ਦੀ ਆਊਗੀ? ਕਹਿੰਦਾ 100 ਰੁਪਏ ਦੀ। ਮੈਂ 100 ਰੁਪਈਆ ਵੀ ਤੂੰ ਆਪਣੇ ਕੋਲੋਂ ਲਾ, ਮੈਨੂੰ ਲਿਆ ਕੇ ਦੇ। ਉਹਨੇ ਲਿਆਤੀ। ਮੈਂ ਫਿਰ ਸ਼ਿਵ ਮਹਾਂਪੁਰਾਣ ਪੜ੍ਹੀ ਸਾਰੀ 3-4 ਦਿਨ 'ਚ। ਫਿਰ ਜਦ ਮੈਨੂੰ ਪਤਾ ਲੱਗਿਆ ਵੀ ਸਾਰੀਆਂ ਮਾਤਾ ਨਾ ਜਿਹੜੀਆਂ ਸ਼ਿਵ ਜੀ ਦੀਆਂ ਧੀਆਂ ਨੇ। ਫਿਰ ਮੈਨੂੰ ਗੁਰੂ ਜੀ ਨੇ ਕਿਹਾ, ਕਹਿੰਦੇ ਪੜ੍ਹੀ? ਮੈਂ ਕਿਹਾ ਹਾਂਜੀ ਪੜ੍ਹ ਲਈ। ਕਹਿੰਦੇ ਹੁਣ 1 ਪੇਜ ਰੋਜ਼ ਪੜ੍ਹਿਆ ਕਰ। ਮੈਨੂੰ 26 ਸਾਲ ਹੋ ਗਏ, ਉਹੀ ਮੇਰੇ ਕੋਲ 100 ਰੁਪਏ ਵਾਲੀ ਸ਼ਿਵ ਮਹਾਂਪੁਰਾਣ ਹੈ। ਪਤਾ ਨਹੀਂ ਕਿੰਨੇ ਵਾਰੀ ਪੜ੍ਹਤੀ, ਔਰ ਜਿੰਨੇ ਵਾਰੀ ਮੈਂ ਪੜ੍ਹਦਾ ਮੈਨੂੰ ਨਵੇਂ ਤੋਂ ਨਵਾਂ ਮੀਨਿੰਗ ਮਿਲਦਾ ਉਹ 'ਚ ਗੁਰੂ ਜੀ ਬਾਰੇ। ਗੁਰੂ ਜੀ ਸ਼ਿਵ ਜੀ ਨੇ ਨਾ ਇਹਨਾਂ ਬਾਰੇ। ਅੱਛਾ ਫਿਰ 1992 'ਚ ਗੁਰੂ ਜੀ ਮੈਨੂੰ ਕਹਿੰਦੇ ਅੰਕਲ ਆਪਾਂ ਦਿੱਲੀ ਵਾਲਿਆਂ ਦਾ ਕਲਿਆਣ ਕਰਨਾ ਹੈ, ਤੂੰ ਮੇਰਾ ਮੰਦਿਰ ਬਣਾ ਉੱਥੇ। ਮੈਂ ਕਿਹਾ ਗੁਰੂ ਜੀ ਮੈਨੂੰ ਤਾਂ ਕੋਈ ਜਾਣਦਾ ਨਹੀਂ। ਕਹਿੰਦੇ ਸਾਲਾ ਕੰਜਰ ਮੇਰਾ ਹੋਰ ਕੋਈ ਕੰਮ ਨਹੀਂ ਕਰਦਾ। ਇਸ ਤਰ੍ਹਾਂ ਹੀ ਪੰਜਾਬੀ 'ਚ ਗੁਰੂ ਜੀ ਪੰਜਾਬੀ ਬੋਲਦੇ ਹੁੰਦੇ ਸਟੇਟ। ਮੈਂ ਗੁਰੂ ਜੀ ਮੈਂ ਤਾਂ ਪਿੰਡ 'ਚ ਰਹਿਣਾ, ਮੈਨੂੰ ਤਾਂ ਦਿੱਲੀ ਦੇ ਮੈਂ ਤਾਂ ਕਦੇ ਗਿਆ ਨਹੀਂ। ਕਹਿੰਦੇ ਤੇਰੀ ਉਹ ਡਿਊਟੀ ਹੈ, ਉਹ ਵੀ ਲੈਣਾ ਵੀ ਸਾਊਥ ਦਿੱਲੀ 'ਚ ਹੈ। ਅਸੀਂ ਜਾਇਆ ਕਰੀਏ ਜੀ ਮਿਸਿਸ ਔਰ ਮੈਂ ਕਾਰ ਲੈ ਕੇ, ਕਦੇ ਕਿਰਾਏ 'ਤੇ, ਕਦੇ ਆਪਣੀ ਟੁੱਟੀ ਜੀ ਕਾਰ ਹੁੰਦੀ ਸੀ ਉਦੋਂ, ਜਾਇਆ ਕਰੀਏ। ਸਾਡਾ ਗੇਟ ਉੱਠ ਜਾ ਕਰੇ ਕਾਰ ਦਾ। ਮੈਂ ਗੁਰੂ ਜੀ ਨੂੰ ਮੈਂ ਕਿਹਾ ਗੁਰੂ ਜੀ ਮੈਨੂੰ ਤਨਖਾਹ ਸਾਲੀ 5500 ਰੁਪਏ ਮਿਲਦੀ ਹੈ, ਮੇਰਾ ਨੁਕਸਾਨ ਚੌਗਣਾ ਹੋ ਹੀ ਜਾਂਦਾ, ਕੀ ਕਰੀ ਜਾਣਾ। ਉੱਧਰੋਂ ਗੁਰੂ ਜੀ ਦਾ ਟੈਲੀਫੋਨ ਮੇਰੀ ਭੂਆ ਦੇ ਘਰ, ਅੰਕਲ ਕਿੱਥੇ ਹੈ? ਦੇਖੋ ਕਿੰਨਾ ਧਿਆਨ ਰੱਖਦੇ ਸੀ। ਤਾਂ ਮੈਨੂੰ ਕਹਿੰਦੇ ਆਪਣਾ 12 ਲੱਖ 'ਚ ਬਣੂਗਾ ਕੰਮ। ਅਸੀਂ ਦਿੱਲੀ ਜਾਇਆ ਕਰੀਏ, ਕੋਈ 55 ਲੱਖ, ਕੋਈ 45 ਲੱਖ, ਕੋਈ 35 ਲੱਖ। ਮੈਂ ਗੁਰੂ ਜੀ ਨੂੰ ਹੱਥ ਖੜੇ ਕਰਦਾ। ਮੈਂ ਗੁਰੂ ਜੀ ਦਿੱਲੀ ਹੈ ਉਹ, ਉੱਥੇ ਗੁਰੂਆਂ ਅਗਰ ਉਹਨੂੰ ਕੋਈ ਨਹੀਂ ਪੁੱਛਦਾ ਅਤੇ ਉਹ ਇਸ ਤੋਂ ਘੱਟ ਨਹੀਂ ਮਿਲਦਾ। ਕਹਿੰਦੇ ਅੰਕਲ ਤੂੰ ਜਾ, ਚੱਲੀ ਚੱਲ, ਕੰਮ ਬਣੇਗਾ ਆਪਣਾ। ਮੈਂ ਜੀ ਗਿਆ। 2-3 ਮਹੀਨੇ ਬਾਅਦ ਮੈਨੂੰ ਕੋਈ ਬੰਦਾ ਮਿਲ ਗਿਆ, ਮੇਰੀ ਭੂਆ ਦੇ ਮੁੰਡੇ ਨੇ ਮਿਲਾਤਾ। ਕਹਿੰਦਾ ਵੀ ਇਹਨੇ ਹਰਸ਼ ਬਣਾਉਣੀਆਂ ਨੇ ਮਸੂਰੀ, ਇਹਦੀ ਬੇਸਮੈਂਟ ਹੈ ਉਹ ਦੇਖ ਲਾ। ਮੈਂ ਅਸੀਂ ਦੇਖਣ ਚਲੇ ਗਏ। ਮੈਂ ਉਹੀ ਝਾਤੀ ਮਾਰੀ ਬੇਸਮੈਂਟ ਦੇ। ਮੈਂ ਕਿਹਾ ਯਾਰ ਪਸੰਦ ਹੈ, ਗ੍ਰੇਟਰ ਕਲਾਸ 'ਚ ਸ਼ਾਇਦ ਦੇਖੀ ਹੋਣੀ ਤੁਸੀਂ ਕਿਸੇ ਨੇ। ਤਾਂ ਉਹ ਮੈਨੂੰ ਕਹਿੰਦਾ ਜੀ 16 ਲੱਖ ਰੁਪਏ ਲਓ। ਮੈਂ ਕਿਹਾ ਯਾਰ ਮੇਰੇ ਗੁਰੂ ਜੀ ਦਾ ਮੰਦਿਰ ਬਣਨਾ ਹੈ। ਚਲੋ ਡੀਲ ਸਾਡੀ ਬਣੀ 13 ਲੱਖ 'ਤੇ। ਮੈਂ ਉੱਥੇ ਉਹਨੂੰ 10,000 ਰੁਪਏ ਫੜਾਇਆ। ਮੈਂ ਹਾਲੇ ਮੈਨੂੰ ਰਸੀਦ ਦੇ। ਓਕੇ। ਮਿਸਿਸ ਨੂੰ ਕਿਹਾ ਆਪਾਂ ਗੁਰੂ ਜੀ ਨੂੰ ਝੂਠ ਬੋਲਾਂਗੇ ਜਾ ਕੇ, ਆਪਾਂ ਕਹਾਂਗੇ 12 ਲੱਖ 'ਚ ਹੋਇਆ, ਲੱਖ ਰੁਪਇਆ ਪੱਲਿਓ ਪਾ ਲਾਂਗੇ ਔਖੇ ਸਵਾਲੇ। ਠੀਕ ਹੈ? ਕਹਿੰਦੀ ਹਾਂਜੀ। ਅਸੀਂ ਗੁਰੂ ਜੀ ਨੂੰ ਜਾ ਕੇ ਦੱਸਤਾ। ਗੁਰੂ ਜੀ ਕਹਿੰਦੇ ਰਜਿਸਟਰੀ ਕਦ ਕਰਾਉਣੀ ਹੈ? ਮੈਂ ਕਿਹਾ ਗੁਰੂ ਜੀ 10-15 ਦਿਨ 'ਚ ਕਰਾ ਦਿਓ। ਚਲ ਠੀਕ ਹੈ। 10-15 ਦਿਨ ਬਾਅਦ ਅਸੀਂ, ਮੈਂ, ਮੇਰੀ ਮਿਸਿਸ, ਗੁਰੂ ਜੀ, ਇੱਕ ਜਣਾ ਸਾਡੇ ਨਾਲ ਹੋਰ ਸੀ, ਟ੍ਰੇਨ 'ਚ ਚਲੇ ਗਏ ਜਲੰਧਰ ਤੋਂ ਦਿੱਲੀ। ਥੋੜ੍ਹੀ ਦੂਰ ਗਏ ਸੀ। ਮੈਂ ਉਹੀ ਪੰਗਾ ਲੈ ਲਿਆ ਗੁਰੂ ਜੀ ਨਾਲ। ਮੈਂ ਕਿਹਾ ਜੀ ਗੁਰੂ ਜੀ ਨਾਲ ਗੱਲਾਂ ਕਰਦੇ ਹਾਂ, ਮਾਰ ਕੇ ਟ੍ਰੇਨ 'ਚ ਬੈਠੇ ਹਾਂ, ਇੰਜੋਏ ਕਰਦੇ ਹਾਂ। ਮੈਂ ਗੁਰੂ ਜੀ ਗੁਰੂ ਨਾਨਕ ਦੇਵ ਨੇ ਇਸ ਤਰ੍ਹਾਂ ਪੱਥਰ ਰੋਕਤਾ ਸੀ। ਗੁਰੂ ਜੀ ਦਾ ਇੱਕਦਮ ਚਿਹਰਾ ਇੱਦਾਂ ਲਾਲ ਹੋ ਗਿਆ। ਮੈਨੂੰ ਕਹਿੰਦੇ ਮੈਂ ਸੂਰਜ ਉਤਾਰਦਾ ਨੀਚੇ। ਮੈਂ ਗੁਰੂ ਜੀ ਮੈਨੂੰ ਤਾਂ ਗਿਆਨ ਨਹੀਂ, ਮੈਂ ਤਾਂ ਵੈਸੇ ਹੀ ਪੁੱਛ ਲਿਆ ਤੁਹਾਨੂੰ ਵੀ ਵਿਹਲੇ ਬੈਠੇ ਆ ਉਰੇ। ਚੁੱਪ। ਨਾਲ ਸਾਡੇ ਐਸਪੀ ਸੀ, ਮੈਂ ਉਦੋਂ ਰੇਲਵੇ 'ਚ ਲੱਗਿਆ ਹੋਇਆ ਸੀ, ਪੁਲਿਸ 'ਚ। ਐਸਪੀ ਸਾਨੂੰ ਛੱਡਣ ਜਾ ਰਿਹਾ ਸੀ ਕੈਂਟ ਤੱਕ। ਦਿੱਲੀ ਗਏ, ਉਹ ਬੰਦੇ ਨੂੰ ਬੁਲਾ ਲਿਆ ਮੂਹਰੇ ਪਹਿਲੇ ਰੂਮ 'ਚ, ਉਹਨੂੰ ਬਿਠਾ ਲਿਆ। ਮੈਂ ਉਹਦੇ ਪੈਰੀ ਹੱਥ ਲਾਇਆ। ਮੈਂ ਯਾਰ ਮੇਰੇ ਗੁਰੂ ਜੀ ਦਾ ਮੰਦਿਰ ਬਣਨਾ, ਕੁਛ ਛੱਡ ਦੇ ਹੋਰ। 50,000 ਰੁਪਈਆ ਉਹਨੇ ਛੱਡਤਾ। 12:30 'ਤੇ ਆ ਗਿਆ। ਫਿਰ ਮੈਂ ਕਿਹਾ ਚੱਲ ਹੁਣ ਗੁਰੂ ਜੀ ਕੋਲੇ ਅੰਦਰ। ਗੁਰੂ ਜੀ ਕੋਲੇ ਗਿਆ। ਕਹਿੰਦੇ ਬੈਠ ਜਾ ਅੰਕਲ, ਤੇਰਾ ਚੱਕ ਪੈਸੇ, ਤੇਰਾ 98 ਲੱਖ ਰੁਪਇਆ ਬਣੂਗਾ, ਮੌਜਾਂ ਕਰ। ਉਹ ਪੈਸੇ ਨਾ ਚੱਕੇ, ਟੈਸੀ ਨਾ ਫੜੇ ਗੁਰੂ ਜੀ ਤੋਂ। ਕਹਿੰਦਾ ਜੀ ਮੈਂ ਤਾਂ ਨਹੀਂ ਲੈਂਦਾ, ਬਸ ਠੀਕ ਹੈ ਮਿਹਰ ਹੈ ਤੁਹਾਡੀ। ਉਹ ਕਹਿੰਦਾ ਨਾ 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 ਤੂੰ ਪੈਸੇ ਚੱਕ ਲਾ। ਪਤਾ ਨਹੀਂ 1.5 ਲੱਖ ਰੁਪਈਆ ਹੋਰ ਰੱਖਤਾ ਉਹਨੇ। ਕਹਿੰਦਾ ਜੀ ਬਸ ਮੈਨੂੰ ਇੰਨੇ ਚਾਹੀਦਾ। ਇਹ ਗੁਰੂ ਜੀ ਦੇ ਨਜ਼ਾਰੇ ਨੇ। ਫਿਰ ਮੈਨੂੰ ਕਹਿੰਦੇ ਰਜਿਸਟਰੀ ਕਿ ਤੂੰ ਕਰਾ ਕੇ ਆ। ਮੈਂ ਗੁਰੂ ਜੀ ਮੈਨੂੰ ਤਾਂ ਕੋਈ ਜਾਣਦਾ ਨਹੀਂ, ਦਿੱਲੀ ਰਜਿਸਟਰੀ ਕਾਹਦੀ ਕਰਾਵਾਂ? ਤਾਂ ਕਹਿੰਦੇ ਨਾ ਤੂੰ ਨਾਲ ਜਾ। ਜਦ ਰਜਿਸਟਰੀ ਕਰਾਉਣ ਗਿਆ ਨਾ, ਮੇਰੇ ਭੂਆ ਦਾ ਮੁੰਡਾ ਕਹਿੰਦਾ 7,000 ਰੁਪਈਆ ਕੱਢੋ ਜੀ, ਤਹਿਸੀਲਦਾਰ ਨੂੰ ਦੇਣਾ ਰਜਿਸਟਰਾਰ ਨੂੰ। ਮੈਂ ਕਾਹਦਾ? ਕਹਿੰਦਾ ਰਿਸ਼ਵਤ। ਮੈਂ ਬੈਠਾ ਕਿੱਥੇ? ਤਹਿਸੀਲਦਾਰ ਕਹਿੰਦਾ ਉਹ ਸਾਹਮਣੇ ਕਮਰੇ 'ਚ। मैं चला गया, आई डिस्प्लेड माई आई कार्ड। सर बताओ, मैं मेरे गुरुजी की रजिस्ट्री है यहाँ पे, तो वहाँ मंदिर बनना है, 7,000 रुपया मांग रहा है इन्हें बाहर आपके नाम का, दे दूँ? कहते कौन सी रजिस्ट्री है? मैं ये पड़ी है। कहते लो सर।
ਮੈਂ ਜਾ ਕੇ ਗੁਰੂ ਜੀ ਨੂੰ ਦੱਸਿਆ, ਮੈਂ ਗੁਰੂ ਜੀ ਇਸ ਕਰਕੇ ਭੇਜਿਆ ਸੀ ਮੈਨੂੰ। ਉਹ ਹੱਸਣ ਲੱਗ ਗਏ। ਤਾਂ ਜੀ ਉਸ ਦਿਨ ਰਾਤ ਨੂੰ 8 ਵੱਜ ਗਏ, ਆਰ ਕੇ ਪੁਰਮ ਅਸੀਂ ਘੁੰਮ ਰਹੇ ਹਾਂ, ਤਾਂ ਗੁਰੂ ਜੀ ਕਹਿੰਦੇ ਵੀ ਚੱਲ ਹੁਣ ਆਪਣੇ ਪਿੰਡ ਚੱਲੀਏ, ਭਵਾਨੀਗੜ੍ਹ ਮੇਰੇ ਪਿੰਡ। ਮੈਂ ਕਿਹਾ ਗੁਰੂ ਜੀ ਹਨੇਰਾ ਹੋ ਗਿਆ ਨਾ, ਅੱਤਵਾਦ ਬਹੁਤ ਹੈ, ਟੈਰਰਿਜ਼ਮ ਬਹੁਤ ਸੀ ਉਸ ਦਿਨਾਂ 'ਚ, ਅਤੇ ਅੱਜ ਠਹਿਰਦੇ ਸਵੇਰੇ ਚੱਲਾਂਗੇ। ਟੁੱਟੀ ਜੀ ਕਾਰ ਸੀ ਸਾਡੇ ਕੋਲ ਅੰਬੈਸਡਰ। ਕਹਿੰਦੇ ਨਾ ਹੁਣੇ ਚੱਲ, ਸਿੱਧਾ ਇੱਧਰ ਨੂੰ ਬਾਇਆ ਜੀਂਦ ਜਾਣਾ ਨਾਲੇ। ਮੈਂ ਗੁਰੂ ਜੀ ਇੱਧਰ ਤਾਂ ਬਹੁਤ ਅੱਤਵਾਦ ਹੈ। ਕਹਿੰਦੇ ਕੋਈ ਗੱਲ ਨਹੀਂ। ਤਾਂ ਅਸੀਂ ਗੱਡੀ ਚਲਾ ਲਈ ਜੀ, ਮੈਂ ਮਿਸਿਸ ਅਤੇ ਗੁਰੂ ਜੀ ਪਿੱਛੇ ਬੈਠ ਕੇ, 2 ਜਣੇ ਅੱਗੇ ਬੈਠੇ। ਅਤੇ ਗੁਰੂ ਜੀ ਕਹਿੰਦੇ ਮੈਂ ਲੇਟ ਜਾ ਤੁਹਾਡੀ ਗੋਦੀ 'ਚ। ਮੇਰੇ ਗੁਰੂ ਜੀ ਸਾਡੀ ਗੋਦੀ 'ਚ ਲੇਟੇ। ਔਰ ਜਦ ਗੁਰੂ ਜੀ ਲੇਟ ਗਏ ਨਾ, ਮਤਲਬ ਫੁੱਲ ਵਰਗੇ ਬਣ ਜਾਂਦੇ ਸੀ ਉਹ, ਉੱਪਰ ਨੀ ਚਲੇ ਜਾਂਦੇ ਸੀ, ਬੋਡੀ ਰਹਿੰਦੀ ਸੀ ਉਹਨਾਂ ਦੀ। ਦੂਜੇ ਦਿਨ ਜਦ ਸਵੇਰੇ ਉੱਠੀ, ਚਾਹ ਦੇਣ ਗਈ ਗੁਰੂ ਜੀ ਨੂੰ, ਕਹਿੰਦੇ ਬੈਠ ਆਂਟੀ ਉਰੇ, ਬਹੁਤ ਵਧੀਆ ਕੀਤਾ ਤੂੰ ਆ ਗਈ ਸਵੇਰੇ। ਕਹਿੰਦੇ ਪਹਿਲਾਂ ਤਾਂ ਇਹ ਦੱਸ ਤੈਨੂੰ ਜੁੱਤੀਆਂ ਚਾਹੀਦੀਆਂ, ਕਾਰਾਂ ਚਾਹੀਦੀਆਂ? ਇਹ ਕਹਿੰਦੀ ਗੁਰੂ ਜੀ ਮੈਨੂੰ ਤਾਂ ਜੁੱਤੀਆਂ ਚਾਹੀਦੀਆਂ। ਗੁਰੂ ਜੀ ਦੇ ਜੋ ਕੁਛ ਪਾਇਆ ਵਾ ਸੀ ਇਹਦੀ ਝੋਲੀ 'ਚ ਪਾਤਾ। ਹੁਣ ਵੀ ਉਹ ਚੱਦਰ ਤੇ ਚਾਹ ਡੁੱਲੀ ਵੀ ਹੈ, ਮੇਰੇ ਘਰ ਪਈ ਹੈ ਪਟਿਆਲੇ। ਜੁੱਤੀਆਂ, ਗੁਰੂ ਜੀ ਦੀ ਪੋਸ਼ਾਕ, ਇੱਕ ਚੱਦਰ ਗੁਰੂ ਜੀ ਉਹਦੇ ਵੀ ਸੀ ਗੁਰੂ ਜੀ ਦੀ। ਗੁਰੂ ਜੀ ਸੌਂਦੇ ਤਾਂ ਕਦੇ ਹੈ ਨਹੀਂ ਸੀ ਨਾ, ਨੈਵਰ। ਇਹਦੀ ਝੋਲੀ 'ਚ ਪਾਤੀ। ਮੇਰੇ ਕੋਲ ਉਦੋਂ 2000 ਰੁਪਏ ਦਾ ਸਕੂਟਰ ਹੁੰਦਾ ਸੀ, ਟੁੱਟਿਆ ਵਾ ਲਿੱਤਾ ਵਾ। ਮੈਂ ਕਦੇ ਇਹ ਸੁਪਨੇ 'ਚ ਨਹੀਂ ਸੋਚਿਆ ਸੀ ਵੀ 20 ਲੱਖ ਦੀ ਕਾਰ ਖਰੀਦੂੰਗਾ ਕਦੇ। ਮੈਂ ਇਹ ਨਹੀਂ ਸੁਣਾ ਰਿਹਾ ਕਿ ਗੁਰੂ ਜੀ ਨੇ ਮੈਨੂੰ ਕਾਰਾਂ ਦਿੱਤੀਆਂ। ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ। ਜੇ ਮੰਗ ਲਓਗੇ ਤੁਹਾਨੂੰ ਕਾਰਾਂ ਦੇ ਦੇਣਗੇ, ਫਿਰ ਹੋਰ ਕੁਛ ਨਹੀਂ ਦਿੰਦੇ ਉਹ, ਇਹ ਪੱਕੀ ਗੱਲ ਹੈ ਜੀ। ਹੁਣ ਵੀ ਜੁੱਤੀਆਂ ਮੇਰੇ ਕੋਲੇ ਗੁਰੂ ਜੀ ਦੀਆਂ ਓਰੀਜਨਲ ਪਈਆਂ ਨੇ, ਉਹ ਸਾਰਾ ਮੰਦਿਰ 'ਚ ਰੱਖੀਆਂ ਮੈਂ। ਸਾਰਾ ਸਮਾਨ ਗੁਰੂ ਜੀ ਦਾ, ਜਿੰਨੀ ਵੀ ਡਰੈਸਿਸ ਨੇ ਗੁਰੂ ਜੀ ਦੀਆਂ ਦਿੱਤੀਆਂ ਸਾਨੂੰ। ਮੈਨੂੰ ਪੈਂਟ ਕਮੀਜ਼ ਗੁਰੂ ਜੀ ਦੇ ਦਿੰਦੇ ਸੀ ਪਾਉਣ ਨੂੰ, ਉਦੋਂ ਮੈਂ ਸਲਿਮ ਜਿਹਾ ਹੁੰਦਾ ਸੀ ਕਾਫੀ। ਅਸੀਂ ਇਕੱਠੇ ਹੀ ਰਹਿੰਦੇ ਹੁੰਦੇ ਸੀ ਨਾ, ਮੈਂ ਗੁਰੂ ਜੀ ਮੰਦਿਰ 'ਚ ਉੱਥੇ। ਚਲੋ ਫਿਰ ਇੱਕ ਦਿਨ ਮੇਰੇ ਦੋਨੇ ਬ੍ਰਦਰ ਛੋਟੇ, ਕੋਈ ਕਸ਼ਟ ਆਉਣਾ ਹੋਣਾ ਮੇਰੇ ਬ੍ਰਦਰ 'ਤੇ, ਉੱਥੇ ਗੁਰੂ ਜੀ ਨੇ ਠਹਿਰਾ ਲਏ। ਮੈਂ ਮੇਰੇ ਬ੍ਰਦਰ ਨੂੰ ਕਿਹਾ, ਮੈਂ ਤੁਸੀਂ ਇੱਥੇ ਬਹਿ ਜਾਓ ਗੁਰੂ ਜੀ ਦੇ ਕਮਰੇ ਦੇ ਅੱਗੇ, ਮੈਂ ਮੰਦਿਰ 'ਚ ਪੈ ਜਾਣਾ। ਇਸ ਤਰ੍ਹਾਂ ਹੀ ਗੁਰੂ ਜੀ ਦੀ ਗੱਦੀ ਲੱਗੀ ਹੋਈ ਸੀ, ਮੈਂ ਉੱਥੇ ਪੈਂਦਾ ਹੁੰਦਾ ਸੀ। ਤਾਂ ਗੁਰੂ ਜੀ ਨੇ ਸਾਡੇ ਤੋਂ ਬੋਲਟ ਲਗਵਾ ਲਿਆ, ਕਹਿੰਦੇ ਬਈ ਸ਼ੋਰ ਨਹੀਂ ਕਰਨਾ, ਮੈਂ ਪਾਠ ਕਰ ਰਿਹਾ। ਠੀਕ ਹੈ ਗੁਰੂ ਜੀ, ਮੈਂ ਬੋਲਟ ਕਰਤਾ। ਬੋਲਟ ਕਰਕੇ ਅਸੀਂ ਸੋ ਗਏ। ਕਿਉਂ ਨਾ ਜੀ 2:30-3 ਵਜੇ ਗੁਰੂ ਜੀ ਆਏ, ਦਾੜੀ ਜਾੜ ਫੜੀ, ਮੇਰੇ ਭਾਈ ਦੇ ਲੱਤ ਮਾਰੀ, ਉੱਠ ਓਏ ਮੈਨੂੰ ਡਾਕਟਰ ਦੇ ਲੈ ਕੇ ਚੱਲੋ ਜਲਦੀ, ਦੰਦ ਦਰਦ ਹੋ ਰਿਹਾ। ਮੈਂ ਵੀ ਉੱਠ ਖੜਿਆ। ਗੁਰੂ ਜੀ ਨੰਗ ਧੜੰਗੇ, ਭਭੂਤੀ ਮੜੀ ਵੀ ਗੁਰੂ ਜੀ ਦੇ। ਮੈਂ ਦੇਖ ਕੇ ਹੈਰਾਨ ਹੋ ਗਿਆ, ਮੈਂ ਇਹ ਕੀ ਕਰੂ, ਚੱਕਰ ਪੈ ਗਿਆ। ਮੈਂ ਗੁਰੂ ਜੀ 2:30 ਵਜੇ ਨੇ, ਸਾਨੂੰ ਤਾਂ ਜਲੰਧਰ 'ਚ ਪਤਾ ਨਹੀਂ ਕਿਹੜਾ ਡਾਕਟਰ ਹੈ ਉਹਦੇ ਦੰਦਾਂ ਵਾਲਾ, ਸਵੇਰੇ ਚੱਲਾਂਗੇ, ਕਾਈਂਡਲੀ ਥੋੜ੍ਹਾ ਜਿਹਾ ਦੇਖ ਲਓ ਹੈਂ। ਕਹਿੰਦੇ ਠੀਕ ਹੈ ਸੋ ਜਾਓ। ਅਸੀਂ ਸੌਂ ਗਏ ਜੀ। ਸਵੇਰੇ ਠੁਮਕ ਕਰਦੇ ਆਏ, ਤਿਆਰ ਹੋ ਕੇ ਗੱਦੀ 'ਤੇ ਬੈਠ ਗਏ। ਮੇਰੇ ਭਾਈ ਪੁੱਛਣ ਵੀ ਇਹ ਗੁੰਡਾ ਕਿਹਨੇ ਖੋਲ੍ਹਿਆ? ਮੈਂ ਕਿਹਾ ਯਾਰ ਮੈਨੂੰ ਕੀ ਪਤਾ, ਮੈਂ ਉੱਥੇ ਪਿਆ, ਤੁਸੀਂ ਇੱਥੇ ਪਏ ਨਾਲ ਲੱਗੇ, ਮੈਨੂੰ ਕੁਛ ਨਹੀਂ ਪਤਾ। ਤਾਂ ਫਿਰ ਮੈਂ ਜਦ ਗੁਰੂ ਜੀ ਕੋਲ ਬੈਠਾ ਮੱਥਾ ਟੇਕਣ ਲੱਗਿਆ, ਮੈਨੂੰ ਕਹਿੰਦੇ ਰਾਤ ਦੇਖਿਆ ਵਾ ਨਜ਼ਾਰਾ? ਕਹਿੰਦੇ ਤੇਰਾ ਭਾਈ ਨਾ ਮਾਇਆ ਜਾਲ 'ਚ ਬਹੁਤਾ ਮਾਇਆਧਾਰੀ ਰੱਖਿਆ ਹੋਇਆ ਸੀ ਗੁਰੂ ਜੀ ਨੇ ਉਹਦਾ ਨਾਮ। ਕਹਿੰਦੇ ਇਹਨੂੰ ਨਜ਼ਾਰੇ ਦਿਖਾਉਣੇ ਸੀ ਤੇਰੇ ਭਾਈ ਨੂੰ। ਕਹਿੰਦੇ ਮੈਂ ਤਾਂ ਸ਼ਮਸ਼ਾਨ ਘਾਟ ਚਲੇ ਗਿਆ ਸੀ, ਸ਼ਮਸ਼ਾਨ ਘਾਟ ਤੋਂ ਆਇਆ। ਫਿਰ ਇੱਦਾਂ ਹੀ 92 'ਚ KPS ਗਿੱਲ ਦਾ ਨਾਮ ਸੁਣਿਆ ਤੁਸੀਂ ਕਿਸੇ ਨੇ? ਸਾਡੇ DGP ਹੁੰਦਾ ਸੀ ਪੰਜਾਬ ਦਾ, ਜਿਹਨੇ ਅੱਤਵਾਦ ਖਤਮ ਕੀਤਾ। ਬੇਅੰਤ ਸਿੰਘ ਹੁੰਦਾ ਸੀ ਚੀਫ ਮਿਨਿਸਟਰ। ਸਵੇਰੇ KPS ਗਿੱਲ ਆ ਗਿਆ ਵਰਦੀ ਪਾ ਕੇ। ਉਹਨੇ ਜਾਣਾ ਸੀ ਮੰਡੀ ਏਰੀਏ 'ਚ, ਗੋਲੀ ਚੱਲ ਰਹੀ ਸੀ ਅੱਤਵਾਦੀਆਂ ਦੇ, ਉੱਥੇ ਜਾਣਾ ਸੀ ਉਸਨੇ। ਉਹਨੇ ਕਿਹਾ ਵੀ ਚਲੋ ਗੁਰੂ ਜੀ ਦੇ ਆਸ਼ੀਰਵਾਦ ਲੈ ਚੱਲੀਏ। ਆ ਕੇ ਪ੍ਰੋਸਟੇਟਿੰਗ ਕੀਤੀ ਉਸਨੇ, ਮੁੱਦਾ ਪੈ ਗਿਆ। ਗੁਰੂ ਜੀ ਨੂੰ ਮੱਥਾ ਟੇਕਿਆ। ਕਹਿੰਦਾ ਗੁਰੂ ਜੀ ਅੱਤਵਾਦ ਬਹੁਤ ਹੈ, ਤੁਹਾਨੂੰ ਸਿਕਿਉਰਿਟੀ ਦੇ ਦਿੰਦੇ ਆ, 15-20 ਬੰਦੇ ਲਾ ਦਿੰਦੇ ਆ ਮੰਦਿਰ 'ਤੇ। ਕਹਿੰਦਾ ਅੰਕਲ ਤੂੰ ਮੇਰੇ ਕੋਲ ਕੀ ਕਰਨ ਆਉਣਾ ਹੁੰਦਾ? ਠੇਠ ਪੰਜਾਬੀ 'ਚ, ਸਿਕਿਉਰਿਟੀ ਤਾਂ ਤੈਨੂੰ ਚਾਹੀਦੀ ਹੈ, ਮੇਰੇ ਕੋਲ ਤਾਂ ਤੂੰ ਸਿਕਿਉਰਿਟੀ ਲੈਣ ਆਉਣਾ, ਮੈਨੇ ਕੀ ਕਰਨੀ ਹੈ ਸਿਕਿਉਰਿਟੀ, ਮੌਜਾਂ ਕਰ ਤੂੰ। ਗੁਰੂ ਜੀ ਨੇ ਲੈਂਦੇ ਜੀ ਸੱਚਖੰਡ ਦਾ ਪ੍ਰਸ਼ਾਦ ਦਿੱਤਾ ਉਹਨੂੰ, ਮਿਸ਼ਰੀ ਦਾ ਪੂਜਾ। ਚਲੇ ਗਿਆ ਉਹ, ਅਤੇ ਮੇਰੇ ਤੋਂ ਰਿਹਾ ਨਾ ਗਿਆ। ਮੈਂ ਗੁਰੂ ਜੀ ਤੁਸੀਂ ਇਹੋ ਜਿਹੇ ਨੂੰ ਵੀ ਪ੍ਰਸ਼ਾਦ ਦੇ ਦਿੰਦੇ ਹੋ, ਤੁਸੀਂ ਇਹਨੂੰ ਵੀ ਪ੍ਰਸ਼ਾਦ ਦਿੱਤਾ। ਕਹਿੰਦੇ ਅੰਕਲ
ਜਿਸ ਤਰ੍ਹਾਂ ਗੁਰੂ ਜੀ ਬੋਲੇ, ਕਹਿੰਦੇ ਆਈ ਨੋ ਹੀ ਇਜ਼ ਫੌਂਡ ਆਫ 3 W's, ਇੰਗਲਿਸ਼ 'ਚ ਬੋਲੇ ਉਹਨੂੰ। ਮੈਨੂੰ ਕਹਿੰਦੇ ਜੇ ਤੇਰੇ ਬੈਂਕ 'ਚ ਪੈਸੇ ਜਮ੍ਹਾਂ ਹੋਣ ਤੂੰ ਚੈੱਕ ਕੱਟ ਦੇ, ਬੈਂਕ ਮੈਨੇਜਰ ਜਵਾਬ ਦੇ ਦੂ। ਮੈਂ ਕਿਹਾ ਨਹੀਂ ਜੀ। ਕਹਿੰਦੇ ਫਿਰ ਇਹਦਾ ਪਿਛਲਾ ਬੈਲੈਂਸ ਮੇਰੇ ਕੋਲ ਪਿਆ ਹੈ, ਮੈਂ ਤਾਂ ਉਹ ਦਿੱਤਾ ਇਹਨੂੰ। ਕਹਿੰਦੇ ਜਿਹੜੀਆਂ ਇਹ ਕਰਤੂਤਾਂ ਕਰਦਾ ਹੁਣ ਇਹਦਾ ਵੀ ਮਜ਼ਾ ਲਵਾਂਗੇ। ਮੈਨੂੰ ਸਮਝਾਤੀ ਸਾਰੀ ਗੱਲ ਉਹਨਾਂ ਨੇ ਇੰਨੇ 'ਚ ਗੁਰੂ ਜੀ ਨੇ। ਤਾਂ ਇਸ ਤਰ੍ਹਾਂ ਹੀ ਹੋਰ ਬਹੁਤ ਸਤਸੰਗ ਨੇ ਮੇਰੇ ਕੋਲ, ਅਤੇ ਮੈਂ ਦੇਖਦਾ ਤੁਹਾਨੂੰ ਯਾਦ ਕਰਕੇ ਦੱਸਦਾ। ਮੈਂ ਕੱਲ੍ਹ ਸੁਣਾਏ ਸੀ, ਭੁੱਲ ਜਾਂਦੇ ਹਾਂ। ਗੁਰੂ ਜੀ ਕੋਲੇ ਮੈਂ ਬਹੁਤ ਰਹਿੰਦਾ ਹੁੰਦਾ ਸੀ। ਗੁਰੂ ਜੀ ਦੇ ਮੰਦਿਰ 'ਚ ਬਹੁਤ ਘੱਟ ਬੰਦੇ ਰਹਿ ਸਕਦੇ ਸੀ। ਗੁਰੂ ਜੀ ਜਿਹਨੂੰ ਕਹਿ ਦਿੰਦੇ ਸੀ ਉਹਦਾ ਕਲਿਆਣ ਹੁੰਦਾ ਸੀ, ਬਸ ਨੋਟ ਅਲਾਊਡ। ਅਤੇ ਜਦ ਗੁਰੂ ਜੀ ਜਲੰਧਰ ਰਹਿੰਦੇ ਸੀ ਨਾ, ਕਿਸੇ ਨੂੰ ਪੁੱਛਿਓ ਪੁਰਾਣੀ ਸੰਗਤ ਨੂੰ ਜਿਹੜੇ ਜਾਂਦੇ ਸੀ ਜਲੰਧਰ, 6 ਵਜੇ ਤੋਂ ਲੈ ਕੇ ਰਾਤ ਨੂੰ 1 ਵਜੇ ਤੱਕ ਮੰਦਿਰ ਖੁੱਲ੍ਹਾ ਰਹਿੰਦਾ ਸੀ। ਗੁਰੂ ਜੀ ਅਵੇਲੇਬਲ, ਕੋਈ ਕਿਸੇ ਨੂੰ ਜਵਾਬ ਨਹੀਂ ਸੀ ਉੱਥੇ, ਔਰ ਸਭ ਦਾ ਕਲਿਆਣ ਹੁੰਦਾ ਸੀ। ਸਾਨੂੰ ਵੀ 1 ਵੱਜ ਜਾਂਦਾ ਸੌਂਦਿਆਂ ਨੂੰ। ਮੈਂ ਇੱਕ ਦਿਨ ਸੁੱਤਾ ਪਿਆ ਗੁਰੂ ਜੀ ਦੇ ਜਿੱਥੇ ਕਮਰਾ ਉੱਥੇ ਮੂਹਰੇ, ਤਾਂ 1:30 ਵਜੇ ਆ ਕੇ ਗੁਰੂ ਜੀ ਨੇ ਮੇਰੀ ਲੱਤ ਮਾਰੀ, ਉੱਠੋ ਵਿਜੇ। ਮੈਨੂੰ ਉਹੀ ਕਹਿ ਕੇ ਬੋਲਦੇ ਸੀ ਤਕਰੀਬਨ, ਚੱਲ ਅੰਦਰ ਬੈਠ ਗੱਲਾਂ ਕਰਾਂਗੇ। ਮੈਂ ਕਿਹਾ ਗੁਰੂ ਜੀ ਨੀਂਦ ਆ ਰਹੀ ਆ, ਹਫ਼ਤਾ ਹੋ ਗਿਆ ਮੈਂ ਸੋ ਨਹੀਂ ਸਕਿਆ। 1:30 ਵਜੇ ਤੱਕ ਤਾਲਾ ਲਾਈਦਾ ਸੀ, 2 ਵਜੇ ਤੱਕ ਉੱਥੇ ਗੇਟ ਨੂੰ। ਨਾ ਯਾਰ ਗੱਲਾਂ ਕਰਾਂਗੇ, ਆ ਜਾ ਅੰਦਰ। ਮੈਂ ਚਲਿਆ ਗਿਆ। ਗੁਰੂ ਜੀ ਇਸ ਤਰ੍ਹਾਂ ਲੇਟ ਗਏ ਜਾ ਕੇ ਉੱਥੇ ਕਾਰਪਟ 'ਤੇ, ਅਤੇ ਮੈਂ ਇੱਦਾਂ ਬਹਿ ਗਿਆ ਦੀਵਾਰ ਨਾਲ। ਇੱਕ ਬੰਦਾ ਸੀ PhD ਡਾਕਟਰ ਸ਼ਰਮਾ, ਉਹ ਗੁਰੂ ਜੀ ਦੇ ਚਰਨ ਘੁੱਟਣ ਲੱਗ ਗਿਆ। ਤਾਂ ਗੁਰੂ ਜੀ ਐਂ ਬੈਠੇ, ਮੈਂ ਬੈਠਾ, ਤਾਂ ਗੁਰੂ ਜੀ ਦੇ ਮੈਨੂੰ ਇੱਥੇ ਓਮ ਦਾ ਲਿਸ਼ਕਾਰਾ 10 ਮਿੰਟ ਪੈਂਦਾ ਰਿਹਾ। ਮੈਂ ਟਿਕੀ ਲਾਈ ਦੇਖਿਆ, ਮੈਂ ਯਾਰ ਗੁਰੂ ਜੀ ਦੀ ਬਨੈਣ ਮੈਨੇ ਕੱਢੀ ਹੈ, ਬਨੈਣ 'ਤੇ ਲਿਖਿਆ ਹੋ ਸਕਦਾ। ਮੈਂ ਕਿਹਾ ਓਮ ਹੋਰ ਤਾਂ ਕਿਤੇ ਨਹੀਂ ਹੋ ਸਕਦਾ, ਅਤੇ ਉਹ ਵੀ ਮੈਂ ਕੱਢੀ ਹੈ। ਮੈਂ ਓਮ ਕਿੱਥੋਂ ਨਜ਼ਰ ਆ ਰਿਹਾ ਮੈਨੂੰ, ਐਨ ਲਾਈਟਾਂ ਮਾਰਦਾ। ਵੈਸੇ ਜਿਹਾ ਓਮ ਤਾਂ ਮੈਂ ਦੇਖਿਆ ਨਹੀਂ, ਮੈਂ ਦੱਸ ਵੀ ਨਹੀਂ ਸਕਦਾ ਵੀ ਇੱਦਾਂ ਦਾ ਸੀ ਉਹ। ਤਾਂ ਜਦ ਗੁਰੂ ਜੀ ਨੇ ਇੱਦਾਂ ਪਾਸਾ ਲਿੱਤਾ ਤਾਂ ਉਹ ਵੈਨਿਸ਼ ਹੋ ਗਏ। ਮੈਨੂੰ ਕਹਿੰਦੇ ਜਾ ਹੁਣ ਸੋ ਜਾ। ਤਾਂ ਮੈਂ ਬਾਹਰ ਆਇਆ, ਮੈਂ ਸ਼ਰਮੇ ਨੂੰ ਪੁੱਛਿਆ, ਮੈਂ ਡਾਕਟਰ ਸਾਹਿਬ ਤੁਸੀਂ ਦੇਖਿਆ ਕੁਛ? ਕਹਿੰਦਾ ਨਹੀਂ ਜੀ ਮੈਨੂੰ ਤਾਂ ਕੀ ਦੇਖਿਆ। ਮੈਂ ਸਵੇਰੇ ਗੱਲ ਕਰਾਂਗੇ, ਗੁਰੂ ਜੀ ਗੁੱਸੇ ਹੋਣਗੇ। ਅਸੀਂ ਸੋ ਗਏ ਜੀ। ਤਾਂ ਗੁਰੂ ਜੀ ਸਵੇਰੇ ਆਏ, ਮੈਂ ਮੰਦਿਰ 'ਚ ਬੈਠਾ ਸੀ, ਸਾਡੀ ਡਿਊਟੀ ਹੁੰਦੀ ਸਵੇਰੇ ਸਾਫ਼ ਸੂਫ ਕਰਨਾ ਸਾਰਾ, ਧੂਪ ਬੱਤੀ ਲਾਉਣੀ ਉੱਥੇ। ਤਾਂ ਮੈਂ ਮੱਥਾ ਟੇਕਣ ਲੱਗਿਆ, ਗੁਰੂ ਜੀ ਨੂੰ ਮੱਥਾ ਟੇਕਿਆ। ਮੈਂ ਗੁਰੂ ਜੀ ਰਾਤ, ਮੈਨੂੰ ਕਹਿੰਦੇ ਇਸ ਤਰ੍ਹਾਂ ਕਰਕੇ ਚੁੱਪ, ਇਕੱਲੇ ਨੂੰ ਦਰਸ਼ਨ ਕਰਾਇਆ ਮੈਨੂੰ। ਓਮ ਦਾ ਮਤਲਬ ਤਾਂ ਸਾਰੇ ਆਪਾਂ ਸਮਝਦੇ ਹੋਵਾਂਗੇ ਨਾ ਕੀ ਹੈ। ਇਸੇ 'ਚ ਹੈ ਸਭ ਕੁਛ, ਬ੍ਰਹਮੰਡ ਸ੍ਰਿਸ਼ਟੀ ਇਸੇ 'ਚ ਹੈ। ਮੇਰੀ ਮੈਰਿਜ ਐਨਵਰਸਰੀ ਸੀ 93 ਦੀ ਮੇਰਾ ਖਿਆਲ ਆ। ਅਸੀਂ ਆਪਣਾ ਜਨਮ ਦਿਨ, ਮੈਰਿਜ ਐਨਵਰਸਰੀ, ਫਸਟ ਈਅਰ, ਦੀਵਾਲੀ ਸਭ ਗੁਰੂ ਜੀ ਕੋਲ ਹੀ ਮਨਾਉਂਦੇ ਸੀ। ਸ਼ਿਵਰਾਤਰੀ ਇਨਵੈਰੀਏਬਲੀ। ਤਾਂ ਗੁਰੂ ਜੀ ਨੇ ਮੈਨੂੰ 3:30 ਵਜੇ ਆਇਆ ਪ੍ਰਸ਼ਾਦ ਦਿੱਤਾ, ਇਸ ਤਰ੍ਹਾਂ ਕਰਕੇ ਲੈ ਮਿਸ਼ਰੀ ਦਾ ਖੂਜਾ, ਸੱਚਖੰਡ ਦਾ ਪ੍ਰਸ਼ਾਦ ਲੈ ਲਿਆ। ਮੈਨੇ ਜੇਬ 'ਚ ਬਾਲਿਆ, ਅਖਬਾਰ 'ਚ ਲਪੇਟ ਕੇ। 4:30 ਪੌਣੇ 5 ਮੈਨੂੰ ਕਹਿੰਦੇ ਤਿਆਰ ਹੋ ਜਾਓ। ਇਹਨੂੰ ਵੀ, ਮੇਰੀ ਮਿਸਿਸ ਨੂੰ ਵੀ ਕਹਿੰਦੇ ਤਿਆਰ ਹੋ ਜਾ। ਇਹ ਨਹੀਂ ਪੁੱਛ ਸਕਦੇ ਸੀ ਵੀ ਕਿੱਥੇ ਜਾਣਾ ਹੈ, ਸਾਨੂੰ ਤਾਂ ਇੰਨੇ ਉਦੇਸ਼ ਹੁੰਦਾ ਵੀ ਤਿਆਰ ਹੋ ਜਾਓ। ਗੱਡੀ ਖੜੀ ਆ ਬਾਹਰ, 5 ਵਜੇ ਬੈਠੋ ਗੱਡੀ 'ਚ। ਸਾਨੂੰ ਗੱਡੀ 'ਚ ਬਿਠਾ ਲਿਆ ਗੁਰੂ ਜੀ ਨੇ, ਹੋਟਲ 'ਤੇ ਲੈ ਗਏ। ਮੈਂ ਪੁੱਛ ਲਿਆ ਗੁਰੂ ਜੀ ਨੂੰ, ਮੈਂ ਗੁਰੂ ਜੀ ਹੋਟਲ 'ਤੇ ਅੱਜ ਕਿਵੇਂ ਲਿਆਂਦਾ ਸੀ? ਉਸ ਤਾਂ ਕਦੇ ਗਏ ਨਹੀਂ ਹੋਟਲ ਨੂੰ। ਹੋਟਲਾਂ ਕਹਿੰਦਾ ਅੱਜ ਮੇਰੇ ਅੰਕਲ ਦੀ ਮੈਰਿਜ ਐਨਵਰਸਰੀ ਹੈ, ਡਿਨਰ ਦੇਣਾ ਅੰਕਲ ਨੂੰ। ਠੀਕ ਹੈ ਜੀ, ਤੁਹਾਡੀ ਇੱਛਾ, ਭਾਗਾਂ ਵਾਲੇ ਅਸੀਂ। ਡਿਨਰ ਨੂੰ ਖਾ ਲਿਆ, ਸਿੰਪਲ ਜੋ ਖਾਣਾ ਹੁੰਦਾ। ਤਾਂ ਜਦ ਆਈ ਪੇਮੈਂਟ ਦੀ ਵਾਰੀ, ਮੈਨੂੰ ਕਹਿੰਦੇ ਲੈ ਪੇਮੈਂਟ ਕਰ ਦੇ। ਦੇਖਿਆ 500 ਦਾ ਨੋਟ ਹੱਥ 'ਚ ਗੁਰੂ ਜੀ ਦੇ। ਮੈਂ ਫੜ ਲਿਆ, ਮੈਂ ਮਿਸੀ ਨੂੰ ਫੜਾਤਾ। ਬਿੱਲ ਆਇਆ ਤਾਂ 530 ਰੁਪਏ ਦਾ। ਹੁਣ ਵੀ ਨੋਟ ਸਾਡੇ ਕੋਲ ਪਏ ਨੇ ਗੁਰੂ ਜੀ ਦੇ, ਜਿਹੜੇ ਦਿੱਤੇ ਹੋਏ ਨੇ, ਪ੍ਰੋਡਿਊਸ ਕਰਦੇ ਸੀ ਨਾ ਹੁਣ। ਸ਼ਿਵਰਾਤਰੀ ਸੀ ਇੱਕ ਵਾਰੀ, 90s ਦੀਆਂ ਗੱਲਾਂ ਸੁਣਾ ਰਿਹਾ ਮੈਂ ਤੁਹਾਨੂੰ। 2000 ਦੀ ਤਾਂ ਕੋਈ ਸੁਣਾਈ ਨਹੀਂ ਹਲੇ, 2000 ਤੋਂ ਬਾਅਦ ਦੀ ਨਹੀਂ ਸੁਣਾਈ ਹਲੇ। ਸੁਣਾਊਂਗਾ 1-2 ਸੁਣੋ।
ਅਸੀਂ ਦੀਪਕ ਮਲਹੋਤਰਾ ਕਰਨਲ ਹੁੰਦਾ ਸੀ, ਜਿਹੜਾ ਜਨਰਲ ਹੁਣ ਰਿਟਾਇਰ ਹੋਏ ਨੇ, ਬੜੇ ਮੰਦਰ 'ਚ ਸੇਵਾ ਕਰਦੇ ਹੁੰਦੇ ਸੀ, ਅੰਪਾਇਰ ਸਟੇਟ ਸੌਰੀ। ਹੀ ਵਾਜ਼ ਕਰਨਲ ਐਟ ਜਲੰਧਰ ਐਟ ਦੈਟ ਟਾਈਮ। ਅਸੀਂ ਸ਼ਿਵਰਾਤਰੀ ਨੂੰ ਉਹਦੇ ਘਰੇ ਚਲੇ ਗਏ, ਇੰਨੇ ਕੁ ਬੰਦੇ ਸੀ ਤਕਰੀਬਨ। ਅਤੇ ਗੁਰੂ ਜੀ ਇੱਦਾਂ ਲੰਬੇ ਪਏ ਇੱਕ ਕਮਰੇ 'ਚ, ਅਤੇ ਮੈਂ ਕਿਹਾ ਯਾਰ ਕਰਨ ਦਿਓ ਸੰਗਤ ਨੂੰ ਦਰਸ਼ਨ। ਮੀਂਹ ਪੈ ਰਿਹਾ ਸੀ ਅਤੇ ਮੈਂ ਜਾ ਕੇ ਅਲੱਗ ਬੈਠ ਗਿਆ। ਮੈਂ ਯਾਰ ਆਪਾਂ ਤਾਂ ਗੁਰੂ ਜੀ ਕੋਲ ਹੀ ਰਹਿੰਦੇ ਹਾਂ, ਹੋ ਜਾਂਦੇ ਨੋਰਮਲੀ ਇਹ ਬੰਦੇ ਨੂੰ ਕਿ ਮੈਂ ਤਾਂ ਦਰਸ਼ਨ ਕਰਦਾ ਹੀ ਰਹਿੰਦਾ ਗੁਰੂ ਜੀ ਦੇ, ਇਹਨਾਂ ਨੂੰ ਕਰਨ ਦਿਓ। ਗੁਰੂ ਜੀ ਦੀਪਕ ਮਲਹੋਤਰੇ ਨੂੰ ਕਰਨਲ ਨੂੰ ਕਹਿੰਦੇ ਮੜਕਰਨ ਅੰਕਲ ਨੂੰ ਬੁਲਾ ਕੇ ਲਿਆ, ਕਿੱਥੇ ਬੈਠਾ ਉਹ ਮੇਰੇ ਕੋਲ ਆਇਆ ਦੌੜਾ ਕਹਿੰਦੇ ਗੁਰੂ ਜੀ ਬੁਲਾ ਰਹੇ ਨੇ। ਮੈਂ ਡਰ ਗਿਆ, ਮੈਂ ਯਾਰ ਫਸ ਗਿਆ ਨਾ ਤੂੰ, ਦੇਖ ਲਾ। ਮੈਂ ਕਿਹਾ ਗੁੱਸੇ ਤਾਂ ਨਹੀਂ ਹੋ ਰਹੇ? ਕਹਿੰਦੇ ਨਹੀਂ ਤੁਹਾਨੂੰ ਬੁਲਾ ਰਹੇ ਨੇ। ਮੈਂ ਜਾ ਕੇ ਗੁਰੂ ਜੀ ਦੇ ਚਰਨਾਂ 'ਚ ਆਇਆ, ਘੁੱਟਣ ਲੱਗ ਗਿਆ ਯਾਰ। ਗੁਰੂ ਜੀ ਇਸ ਤਰ੍ਹਾਂ ਉੱਠੇ, ਚਾਂਦੀ ਦੇ ਗਲਾਸ 'ਚ 2 ਮਿਸ਼ਰੀ ਦੇ ਕੂਜੇ, ਮੈਨੂੰ ਕਹਿੰਦੇ ਲੈ ਫੜ। ਮੈਂ ਫੜੇ, ਬੜੇ ਭਾਰੀ ਲੱਗੇ ਮੈਨੂੰ। ਮੈਂ ਕਿਹਾ ਇਹ ਕੀ ਦਿੱਤਾ ਗੁਰੂ ਜੀ ਨੇ ਮੈਨੂੰ? ਤਾਂ ਗੁਰੂ ਜੀ ਮੈਨੂੰ ਕਹਿੰਦੇ ਲੈ ਫੜਾ ਦੇ ਮੈਨੂੰ ਇਹ। ਮੈਂ ਗੁਰੂ ਜੀ ਨੂੰ ਫੜਾਤਾ। ਗੁਰੂ ਜੀ ਕੀ ਲੱਗੇ ਉਸ 'ਚ ਐਂ ਵੰਡਣ ਲੱਗ ਗਏ ਸਾਰਿਆਂ ਨੂੰ। ਮੇਰਾ ਦਿਲ ਘਟੀ ਗਿਆ। ਮੈਂ ਕਿਹਾ ਯਾਰ ਇਹ ਤਾਂ ਖਤਮ ਹੋ ਜਾਊਗਾ, ਗੁਰੂ ਜੀ ਨੇ ਪ੍ਰਸ਼ਾਦ ਦਿੱਤਾ, ਖਤਮ ਹੋ ਜਾਣਾ। ਮੈਨੂੰ ਕਹਿੰਦੇ ਘਬਰਾ ਨਾ, ਖਤਮ ਨਹੀਂ ਹੁੰਦਾ ਇਹ ਤਾਂ ਵੱਧ ਜਾਣਾ ਹੈ। ਹੁਣ ਵੀ ਪਿਆ ਮੇਰੇ ਕੋਲ ਪ੍ਰਸ਼ਾਦ ਵੀ ਪਿਆ, ਸਭ ਕੁਛ ਪਿਆ। ਉਹ ਹੁਣ ਇਹ ਹੁੰਦਾ ਹੈ ਕਿ ਵੀ ਜੇ ਕੋਈ ਡੈਥ ਬੈੱਡ 'ਤੇ ਪਿਆ ਹੁੰਦਾ ਉਹਨੂੰ ਦੇ ਦੇਈਦਾ, ਜਿਹੜਾ ਡਿਜ਼ਰਵ, ਜਿਹਨੂੰ ਗੁਰੂ ਜੀ ਕਹਿ ਦੇਣਗੇ ਉਹਨੂੰ ਦੇ ਦੇਈਦਾ। ਮਤਲਬ ਆਂਟੀ ਨੂੰ ਦੱਸ ਜਾਂਦੇ ਨੇ ਵੀ ਉਹਨੂੰ ਦੇ ਦੇ। ਕਈ ਜਾਨਾਂ ਬੱਚੀਆਂ ਵੀ ਨੇ, ਜਵਾਨ 25-25 ਸਾਲ ਦੇ ਬੱਚੇ ਡੈਥ ਬੈੱਡ 'ਤੇ ਪਏ ਬੱਚੇ ਨੇ, ਦੇ ਦੇਈਦਾ ਜੀ। ਜੇ ਭਾਗਾਂ 'ਚ ਹੁੰਦਾ ਸਾਨੂੰ ਕੀ ਭਲਾ ਹੁੰਦਾ। 1993 'ਚ 31 ਦਸੰਬਰ ਗੁਰੂ ਜੀ ਜਲੰਧਰ ਤੋਂ ਲੁਧਿਆਣੇ ਆਏ, ਪੰਜਾਬ ਯੂਨੀਵਰਸਿਟੀ 'ਚ। ਉੱਥੇ ਮਨਾਈ ਸੀ 31 ਦਸੰਬਰ ਗੁਰੂ ਜੀ ਨੇ। ਤਾਂ ਲੁਧਿਆਣੇ ਚਾਂਦ ਸਿਨੇਮੇ ਕੋਲ ਆ ਕੇ ਧੁੰਦ ਬਹੁਤ ਸੀ, ਗੱਡੀ ਰੁਕ ਗਈ। ਤਾਂ ਮੈਨੂੰ ਗੁਰੂ ਜੀ ਨੇ ਉਸ ਦਿਨ ਕਿਹਾ, ਮੈਂ ਉਤਰ ਗਿਆ ਕਾਰ 'ਚੋਂ, ਕਹਿੰਦੇ ਹੁਣ ਤਾਂ ਤੂੰ ਫਿਰਦਾ ਨਾ ਗੁਰੂ ਜੀ ਨਾਲ, ਤੁਸੀਂ ਵੀ ਕਾਰਾਂ 'ਚ ਬੈਠਦੇ ਆ ਗੁਰੂ ਜੀ ਨਾਲ, ਦਿੱਲੀ ਜਾ ਕੇ ਦੇਖੀ ਤੂੰ, ਫੋਟੋਆਂ 'ਤੇ ਦਰਸ਼ਨ ਕਰਿਆ ਕਰੋ ਜਿਹੜੇ ਅੱਜ ਅਸੀਂ ਕਰ ਰਹੇ ਹਾਂ। ਮੈਂ ਸਮਝਿਆ ਨਾ, ਮਾਂ ਵੀ ਰਸ਼ ਹੋਣ ਲੱਗ ਜਾਊ ਗੁਰੂ ਜੀ ਦੇ। ਚਲੋ ਠੀਕ ਹੈ, ਫੋਟੋਆਂ ਦੇ ਦਰਸ਼ਨ ਕਰਿਆ ਕਰਨਗੇ, ਕਰ ਲਿਆ ਕਰਾਂਗੇ। ਮਗਰ ਇੰਨੀ ਸਮਝ ਨਹੀਂ ਸੀ ਸਾਨੂੰ। ਅਸੀਂ ਜਦ ਯੂਨੀਵਰਸਿਟੀ ਗਏ ਤਾਂ ਟੈਂਟ ਲੱਗੇ ਹੋਏ ਉੱਥੇ, ਫਾਇਰ ਬੋਨ ਚੱਲ ਰਹੇ ਸੀ, ਸਰਦੀ ਸੀ, ਸੰਗਤ ਦਾਰੂ ਪੀ ਰਹੀ ਸੀ, ਸਟਾਲ ਲੱਗੇ ਸੀ। ਗੁਰੂ ਜੀ ਮਨਾ ਨਹੀਂ ਕਰਦੇ ਸੀ ਇਹ ਗੱਲਾਂ ਨੂੰ। ਲੇਡੀਜ਼ ਵੀ ਪੀ ਰਹੀਆਂ ਸੀ, ਜਿਹੜੀਆਂ ਮਿਲਟਰੀ ਦੀਆਂ ਸੀ। ਮੈਂ, ਮੇਰੀ ਮਿਸਿਸ, ਗੁਰੂ ਜੀ ਤਿੰਨੇ ਬੈਠੇ ਹਾਂ ਅਸੀਂ। ਗੁਰੂ ਜੀ ਦੇ ਹਰੇ ਰੰਗ ਦਾ ਕੋਟ ਪਾਇਆ ਵਾ, ਵਾਈਟ ਪੈਂਟ, ਹਰੇ ਰੰਗ ਦੇ ਪੇਟੈਂਟ ਸ਼ੂ, ਬੜੇ ਸੁੰਦਰ ਲੱਗ ਰਹੇ ਸੀ। ਮੈਨੂੰ ਕਹਿੰਦੇ ਯਾਰ ਤੂੰ ਵੀ ਪੀ ਲਾ। ਮੈਂ ਗੁਰੂ ਜੀ ਦਿਲ ਨਹੀਂ ਕਰਦਾ। ਯਾਰ ਤੂੰ ਪੀ ਲਾ ਯਾਰ ਇੱਕ ਪੈਗ। ਮੈਂ ਗੁਰੂ ਜੀ ਦਿਲ ਨਹੀਂ ਕਰਦਾ। ਯਾਰ ਤੀਜੀ ਵਾਰੀ ਕਿਹਾ, ਮੈਂ ਚਰਨ ਫੜ ਲਿਆ। ਮੈਂ ਗੁਰੂ ਜੀ ਨਾ, ਮੈਂ ਤੁਹਾਡੇ ਕੋਲ ਪੈਣਾ ਰਾਤ ਨੂੰ। ਚਲ ਵਧੀਆ, ਚਲ ਉੱਠ। ਅਸੀਂ ਤਿੰਨੇ ਉੱਠੇ। ਗੁਰੂ ਜੀ ਉੱਧਰ ਨੂੰ ਜਾਣ ਲੱਗੇ ਜਿੱਧਰ ਪਾਰਟੀ ਹੋ ਰਹੀ ਸੀ। ਰਸਤੇ 'ਚ ਰੁਕ ਕੇ ਮੈਨੂੰ ਕਹਿੰਦੇ ਐਂ ਕਰਕੇ, ਕਹਿੰਦੇ ਮੈਂ ਸੋਹਣਾ ਲੱਗਦਾ? ਮੈਂ ਗੁਰੂ ਜੀ ਬਹੁਤ ਸੋਹਣੇ ਲੱਗਦੇ, ਬਹੁਤ ਸੁੰਦਰ ਲੱਗਦੇ। ਬਸ ਆਂਟੀ ਖੜੀ ਸੀ, ਗੋਲੇ ਦੇ ਸਿਰ 'ਤੇ ਐਂ ਹੱਥ ਕੀਤਾ ਗੁਰੂ ਜੀ ਨੇ। ਇੰਨੇ ਗੁਲਾਬ ਦੇ ਫੁੱਲ ਗਿਰੇ ਨਾ, ਗਰਾਊਂਡ ਭਰ ਗਿਆ ਨਾ। ਅੱਛਾ, ਫਿਰ ਗੁਰੂ ਜੀ ਬਾਥਰੂਮ ਚਲੇ। ਗੁਰੂ ਜੀ ਦੀ ਬਹੁਤ ਜ਼ੋਰ ਲੱਗਦਾ, ਪਾਵਰ ਲੱਗਦੀ ਹੁੰਦੀ ਸੀ। ਫਿਰ 10 ਮਿੰਟ ਐਂ ਖੜੇ ਰਹਿੰਦੇ ਸੀ ਗੁਰੂ ਜੀ, ਮੂੰਹ 'ਚ ਪਤਾ ਨਹੀਂ ਕੀ ਬੋਲਦੇ, ਸਾਨੂੰ ਨਹੀਂ ਪਤਾ। ਫਿਰ ਜਦ ਬਾਥਰੂਮ 'ਚ ਗਏ ਨਾਲ ਮੈਂ ਚਲਿਆ ਗਿਆ। ਮੈਂ ਕਿਹਾ ਗੁਰੂ ਜੀ ਨੂੰ ਤਕਲੀਫ ਨਾ ਹੋਵੇ ਕੋਈ। ਗੁਰੂ ਜੀ ਨੂੰ ਵੋਮਟਿੰਗ ਆਈ, ਉਸ 'ਚ ਵੀ ਗੁਲਾਬ ਦੇ ਫੁੱਲ ਸੀ। ਫਿਰ ਬਾਹਰ ਆ ਕੇ ਮੈਨੂੰ ਕਹਿੰਦੇ ਮੈਂ ਸ਼ਿਕਾਗੋ ਤੋਂ ਲੈ ਕੇ ਆਇਆ ਇਹ। ਅੱਛਾ, ਹੁਣ ਸਾਡੇ ਵਰਗੇ ਪਿੰਡੂ ਬੰਦੇ ਨੂੰ ਸ਼ਿਕਾਗੋ ਨਹੀਂ ਪਤਾ। ਬਾਅਦ 'ਚ ਪਤਾ ਲੱਗਿਆ ਵੀ ਤਾਂ ਅਮਰੀਕਾ 'ਚ ਹੈ ਸ਼ਿਕਾਗੋ। ਮਤਲਬ ਸਾਨੂੰ ਤਾਂ ਉਵੇਂ ਭੁਲਾਉਣਾ ਸੀ ਉਹਨਾਂ ਨੇ, ਪਤਾ ਨਹੀਂ ਹੁਣ ਕਿੱਥੋਂ। ਮੈਂ ਇਹ ਲੁਧਿਆਣੇ ਠਹਿਰ ਗਈ। ਮੈਂ ਗੁਰੂ ਜੀ ਦੇ ਨਾਲ ਚਲਿਆ ਗਿਆ ਜਲੰਧਰ। ਸਵੇਰੇ ਉੱਠ ਕੇ ਮੈਨੂੰ ਕਹਿੰਦੇ ਆ ਜਾ ਉੱਪਰ 2 ਮਿੰਟ। ਮੈਂ ਚਲਿਆ ਗਿਆ ਉੱਪਰ। ਕਹਿੰਦੇ ਅੰਕਲ ਤੇਰਾ ਮੈਂ ਰਾਤ ਇਮਤਿਹਾਨ ਲਿੱਤਾ ਸੀ। ਮੈਂ ਗੁਰੂ ਜੀ ਪਾਸ ਕਰਤਾ, ਫੇਲ ਕੀਤਾ? ਕਿਉਂਕਿ ਮੈਂ ਕਿਹਾ ਅਸੀਂ ਤਾਂ ਪਾਸ ਹੋਣ ਦੇ ਕਾਬਲ ਨਹੀਂ, ਤੁਸੀਂ ਕਦੇ ਫੇਲ ਕਰ ਦਿਓ, ਕਦੇ ਪਾਸ ਕਰ ਦਿਓ, ਇਹ ਤੁਹਾਡੀ ਇੱਛਾ ਹੈ। ਕਦੇ ਗੁਰੂ ਜੀ ਮੈਨੂੰ ਦਾਰੂ ਆਪ ਪਿਲਾ ਦਿੰਦੇ ਸੀ, ਕਹਿੰਦੇ ਪੀ ਲਾ ਤੂੰ।
ਜਲੰਧਰ ਦੀ ਗੱਲ ਕਰਦਾ, ਫਿਰ ਮੈਂ ਮੰਦਿਰ 'ਚ ਠਹਿਰਦਾ ਹੁੰਦਾ ਸੀ ਗੁਰੂ ਜੀ ਕੋਲੇ। ਇੰਨੇ ਲਿਬਰਲ ਸੇ ਗੁਰੂ ਜੀ ਸਾਡੇ। ਮੇਰੇ ਤਾਂ ਇੱਦਾਂ ਆਉਂਦੇ ਸੀ ਗੁਰੂ ਜੀ, ਜਿੱਦਾਂ ਅਸੀਂ ਤੁਹਾਡੇ ਆ ਗਏ ਬਸ ਫੋਰਮਲ, ਮੈਂ ਕਿਸੇ ਨੂੰ ਨਹੀਂ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦੇ ਵੀ ਕੌਣ ਨੇ ਇਹ। ਇਸ ਤਰ੍ਹਾਂ ਆ ਜਾਂਦੇ ਸੀ, ਜਾ ਕੇ ਪਲੰਘ 'ਤੇ ਬੈਠ ਜਾਂਦੇ ਸੀ। ਆਂਟੀ ਮੇਰੇ ਲਈ ਚਾਹ ਬਣਾ, ਦੁੱਧ ਬਣਾ, ਪਿਆਜ਼ਾਂ ਵਾਲੇ ਪਰੌਂਠੇ ਬਣਾ। ਇਸ ਤਰ੍ਹਾਂ ਸਿੰਪਲ, ਬਹੁਤ ਸਿੰਪਲ ਸੀ ਗੁਰੂ ਜੀ। 2001 'ਚ ਗੁਰੂ ਜੀ ਦੀ ਮਦਰ ਦੀ ਡੈਥ ਹੋਈ। ਤਾਂ ਅਸੀਂ ਜਦ ਮਾਤਾ ਜੀ ਨੂੰ ਨਲਾ ਕੇ ਨਿਕਲੇ ਨਾ, ਆਂਟੀ ਅੰਦਰੋਂ, ਮੇਰੀ ਮਿਸਿਸ, ਮਾਤਾ ਜੀ ਨੂੰ ਇਸ ਤਰ੍ਹਾਂ ਕਫਨ ਪਾਉਣ ਲੱਗੇ ਤਾਂ ਗੁਰੂ ਜੀ ਇਸ ਤਰ੍ਹਾਂ ਬੈਠੇ ਸੀ, ਇਸ ਤਰ੍ਹਾਂ ਮੈਂ ਕੋਲੇ ਬੈਠਾ ਸੀ। ਕਾਲੀ ਵਰਦੀ ਪਾਈ ਸੀ ਗੁਰੂ ਜੀ ਦੇ ਪੋਸ਼ਾਕ। ਤੇ ਇਹ ਆਈ ਅੰਦਰੋਂ, ਗੁਰੂ ਜੀ ਨੂੰ ਕਹਿੰਦੀ ਮੱਥਾ ਟੇਕੋ। ਗੁਰੂ ਜੀ ਕਹਿੰਦੇ ਆਇਆ, ਕਹਿੰਦੇ ਮੈਂ ਵੀ ਟੇਕਾਂ ਮੱਥਾ। ਇਹ ਕਹਿੰਦੀ ਹੋਰ ਤੂੰ ਥੋੜੀ ਮਾਂ ਨਹੀਂ ਹੈਗੀ। ਚਲੋ ਮੈਂ ਗੁਰੂ ਜੀ ਨੂੰ ਜੇਬ ਚੋਂ 500 ਦਾ ਨੋਟ ਕੱਢ ਕੇ ਦੇਤਾ, ਮੈਂ ਗੁਰੂ ਜੀ ਮੱਥਾ ਟੇਕ ਦੋ। ਗੁਰੂ ਜੀ ਨੇ ਟੇਕ ਲਿਆ। ਹੁਣ ਗੁਰੂ ਜੀ ਨੇ ਕਿਹੜਾ ਹੱਥ ਲਾਉਣਾ ਸੀ ਮਾਤਾ ਜੀ ਨੂੰ, ਅਸੀਂ ਚੱਕੀ ਮਾਤਾ ਜੀ ਨੂੰ, ਮੈਂ ਇੱਧਰ ਚੱਕ ਲਿਆ ਇੱਕ ਸਾਈਡ ਤੋਂ, ਬਾਕੀ ਨੇ ਚੱਕਿਆ। ਬਾਹਰ ਆ ਗਏ ਘਰ ਤੋਂ, ਉਹਨਾਂ ਦੇ ਪਿੰਡ ਸੀ ਬਿਲਕੁਲ ਇਹ। ਤਾਂ ਮਾਤਾ ਜੀ ਸੋਹਣੇ ਵੀ ਬਹੁਤ ਸੀ, ਭਾਰੀ ਵੀ ਬਹੁਤ ਸੀ, ਲੰਬੇ ਲੰਝੇ, ਇੰਨੇ ਭਾਰੀ ਕਿ ਮੇਰਾ ਗਰਮੀ ਇੰਨੀ ਸੀ, ਮੇਰਾ ਇੱਥੋਂ ਮੋਢਾ ਦੁਖਣ ਲੱਗ ਗਿਆ। ਮੈਂ ਦੇਖਿਆ ਕਰਾਂ ਗੁਰੂ ਜੀ ਨੂੰ ਪਰੇ ਹਟਣ ਵਾਲਾ, ਜਾਂ ਮੈਂ ਕਿਸੇ ਨੂੰ ਹੋਰ ਨੂੰ ਕਹਾਂ ਵੀ ਤੂੰ ਆ ਜਾ ਭਾਈ। ਗੁਰੂ ਜੀ ਤੇ ਗੁਰੂ ਜੀ ਦੀ ਸਿਸਟਰ ਕ੍ਰਿਸ਼ਨਾ ਮੇਰੇ ਨਾਲ, ਬਿਲਕੁਲ ਨਾਲ, ਕਰਮੇਸ਼ਨ ਗਰਾਊਂਡ ਤੱਕ। ਮੇਰਾ 7 ਦਿਨ ਮੋਢਾ ਐ ਨੀਲਾ ਰਿਹਾ, ਦੇ ਲੋ ਇੰਨਾ ਨੀਲਾ। ਮੈਂ ਫੁੱਲ ਸਲੀਪ ਪਾ ਕੇ ਰੱਖਦਾ ਸੀ। ਮੇਰਾ ਪਤਾ ਨਹੀਂ ਕੀ ਕਲਿਆਣ ਕੀਤਾ ਮੇਰਾ ਉਹਨਾਂ ਨੇ। ਅੱਛਾ, ਮਾਤਾ ਜੀ ਨੂੰ ਕਰਮੇਸ਼ਨ ਕਰਕੇ ਆ ਰਹੇ, ਹਾਲੇ ਨਿਕਲੀ ਆ ਵਾਰ, ਮੈਨੂੰ ਕਹਿੰਦੇ ਤੇਰੇ ਕੋਲ ਗੱਡੀ ਕਿੱਥੇ ਤੇਰੀ? ਮੈਂ ਗੁਰੂ ਜੀ ਉੱਥੇ ਖੜੀ ਆ ਆਪਣੇ ਘਰ ਮੂਹਰੇ। ਗੇਟ ਮੂਹਰੇ ਕਿਉਂ ਨਹੀਂ ਲਾਈ? ਮੈਂ ਗੁਰੂ ਜੀ ਉੱਥੇ ਤੁਹਾਡੀ ਗੱਡੀ ਖੜਦੀ ਹੈ, ਹੁਣ ਤੂੰ ਹੋਰ ਲੈ ਰਾ ਬੜੀ ਗੱਡੀ। ਮੈਂ ਕਿਹਾ ਯਾਰ ਗੁਰੂ ਜੀ ਦੀ ਸਾਡੀ ਕਰਮੇਸ਼ਨ ਕਰਕੇ ਆਏ, ਇਹਨਾਂ ਨੂੰ ਗੱਡੀਆਂ 'ਚ ਪਾ ਲਿਆ ਮੈਨੂੰ ਹੈਂ। ਮੈਂ ਕਿਹਾ ਠੀਕ ਹੈ, ਮੈਂ ਸੁਣੀ ਗਿਆ। ਫਿਰ ਗੁਰਦੁਆਰੇ ਜਾਣਾ ਸੀ, ਪਿੰਡਾਂ 'ਚ ਜਾਂਦੇ ਨੇ ਜਦ ਕਰਮੇਸ਼ਨ ਕਰਕੇ, ਉੱਥੇ ਗੁਰੂ ਜੀ ਕੋਲੇ, ਗੁਰੂ ਜੀ ਦਾ ਵਿਚਾਰੇ ਖਾਲੀ ਦੇ ਖਾਲੀ, ਸ਼ਿਵ ਜੀ ਵਿਚਾਰੇ ਪੈਸੇ ਹੈ ਨਾ ਮੱਥਾ ਟੇਕਣ ਨੂੰ। ਮੈਂ ਫਿਰ ਕੱਢ ਕੇ ਤੇ 10 ਰੁਪਏ ਮੰਨ ਲਾ, ਗੁਰੂ ਜੀ ਮੱਥਾ ਟੇਕ ਦਿਓ। ਫਿਰ ਆਏ ਬਾਹਰ, ਅੰਕਲ ਗੱਡੀ ਲੈ ਲਾ। ਮੈਂ ਅੱਛਾ ਗੁਰੂ ਜੀ ਲੈ ਲੂੰਗਾ, ਪੈਸੇ ਆ ਗਏ ਤਾਂ ਮੈਂ ਜ਼ਰੂਰ ਲਊਂਗਾ। ਚਲੋ ਉਸ ਤੋਂ ਬਾਅਦ ਕਰਕੇ ਅਸੀਂ, ਮੈਂ ਆਪਣਾ ਪਟਿਆਲੇ ਆ ਗਿਆ, ਗੁਰੂ ਜੀ ਦਿੱਲੀ ਚਲੇ ਗਏ। ਤੀਜੇ ਦਿਨ ਫਿਰ ਫੋਨ ਆ ਗਿਆ ਮੇਰਾ, ਪੀਏ ਕਹਿੰਦਾ ਸਰ ਜਸਟਿਸ ਮਲਹੋਤਰਾ ਗੱਲ ਕਰਨਗੇ। ਮੈਂ ਘਬਰਾ ਗਿਆ, ਮੈਂ ਦਿੱਲੀ ਤੋਂ ਕਿਹੜਾ ਜਸਟਿਸ ਆ ਗਿਆ? ਮੈਂ ਡਿਸਟ੍ਰਿਕਟ ਅਟਾਰਨੀ ਸੀ ਉਦੋਂ ਉੱਥੇ। ਜਦ ਮੈਂ ਫੋਨ ਚੱਕਿਆ ਤਾਂ ਗੁਰੂ ਜੀ ਬੋਲੇ ਲੈ ਲਈ ਗੱਡੀ। ਮੈਂ ਗੁਰੂ ਜੀ ਪੈਸੇ ਹੀ ਨਹੀਂ ਹੈ, ਮੈਂ ਕਿੱਥੋਂ ਲਵਾਂ? ਲੈ ਲੈ ਯਾਰ, ਵਧੀਆ ਰਹੇਗਾ ਤੂੰ। ਠੀਕ ਹੈ, ਮੈਂ ਬੇਟੇ ਨੂੰ ਕਿਹਾ, ਮੈਂ ਯਾਰ ਗੱਡੀ ਲਿਆ, ਹੁਣ ਗੁਰੂ ਜੀ ਕਹੀ ਜਾਂਦੇ ਨੇ ਲੋਨ ਲੈ ਲਾ। ਜਦੋਂ ਗੱਡੀ ਪੁੱਛਣ ਗਿਆ ਕਾਲੇ ਰੰਗ ਦੀ, ਮੈਂ ਗੁਰੂ ਜੀ ਨੂੰ ਫਿਰ ਫੋਨ ਕੀਤਾ, ਮੈਂ ਗੁਰੂ ਜੀ ਕਾਲੇ ਰੰਗ ਦੀ ਮਿਲੇ। ਕਹਿੰਦੇ ਰਹਿਣ ਦੇ, ਫਿਰ 15 ਦਿਨ ਨਾਲ ਲੈ ਲਓ। 15 ਦਿਨ ਬਾਅਦ ਫੇਰ ਗੱਡੀ ਲੈ ਲਾ। ਅਖੀਰ 'ਚ ਜੀ ਮੈਨੂੰ ਗੱਡੀ ਗੁਰੂ ਜੀ ਨੇ ਐਕਸੈਂਟ ਨਵੀਂ ਗੱਡੀ ਦਵਾਤੀ, ਗੋਲਡਨ ਕਲਰ ਦੀ। ਮੈਂ ਘਰ ਗਿਆ ਆਪਣੇ ਆਫਿਸ 'ਚੋਂ, ਮੈਂ ਹਾਲੇ ਆਪਣੀ ਯੂਨੀਫਾਰਮ ਉਤਾਰ ਰਿਹਾ ਸੀ, ਉਹ ਗੱਡੀ ਲੈ ਕੇ ਆ ਗਿਆ ਬੇਟਾ ਮੇਰਾ। ਤੇ ਮੈਨੂੰ ਕਹਿੰਦੀ ਜੀ ਗੱਡੀ ਦੇਖ ਲਓ ਗੁਰੂ ਜੀ, ਬੱਚਾ ਗੱਡੀ ਲੈ ਕੇ ਆਇਆ ਨਵੀਂ। ਮੈਂ ਕੋਈ ਗੱਲ ਨਹੀਂ, ਬੱਚਿਆਂ ਦੀ ਕਰਨ ਦੇ। ਮੈਨੂੰ ਸ਼ੌਕ ਵੀ ਨਹੀਂ ਇੰਨਾ। ਬੱਚਾ ਗੱਡੀ ਲਾਉਣ ਚਲਾ ਕੇ, ਸਰਕਾਰੀ ਕੋਠੀ ਸੀ ਮੇਰੇ ਕੋਲ ਕਾਫੀ ਬੜੀ ਉਸ ਵਕਤ, ਅੰਦਰ ਆ ਗਿਆ, ਪਲੰਘ ਤੇ ਇਸ ਤਰ੍ਹਾਂ ਪੈ ਗਿਆ ਜੀ, ਉਹਦੇ ਹੱਥ ਪੈਰ ਵਿੰਗੇ ਤੇ ਨੀਲਾ ਹੋ ਗਿਆ ਬਿਲਕੁਲ ਟੋਟਲੀ। ਅਸੀਂ ਘਬਰਾ ਗਏ। ਡਾਕਟਰ ਸੀ ਨਾਲ ਦੀ ਕੋਠੀ ਤੋਂ, ਉਹਨੂੰ ਬੁਲਾਇਆ ਫਟਾਫਟ, ਉਹਨੇ ਐਮਰਜੈਂਸੀ ਫੋਨ ਕੀਤਾ। ਮੈਂ ਇਸ ਤਰ੍ਹਾਂ ਬੱਚੇ ਨੂੰ ਕਿਹਾ, ਮੈਂ ਤੂੰ ਗੁਰੂ ਜੀ ਨੂੰ ਧਿਆ ਬੈਠੇ, ਕਿਉਂ ਗੁਰੂ ਜੀ ਨੂੰ ਬਹੁਤ ਪਿਆਰ ਕਰਦਾ ਸੀ ਉਹ। ਇਹ ਮੈਨੂੰ ਕਹਿੰਦੀ ਤੁਸੀਂ ਫੋਨ ਕਰੋ ਗੁਰੂ ਜੀ ਨੂੰ। ਉਦੋਂ ਲੈਂਡਲਾਈਨ ਹੁੰਦੇ ਸੀ ਭਾਈ ਸਾਹਿਬ ਨੂੰ। ਮੈਂ ਫੋਨ ਕੀਤਾ, ਪਹਿਲਾਂ ਗੁਰੂ ਜੀ ਨੇ ਚੱਕਿਆ ਨਹੀਂ, ਮਿਲਿਆ ਨਹੀਂ ਮੈਨੂੰ। ਇਹ ਕਹਿੰਦੀ ਦੂਸਰਾ ਨੰਬਰ ਮਿਲਾ ਲਓ। ਮੈਂ ਦੂਸਰਾ ਮਿਲਾਇਆ ਤੇ ਗੁਰੂ ਜੀ ਨੇ ਪਿਕ ਕੀਤਾ ਇਮੀਡੀਏਟ। ਮੈਨੂੰ ਕਹਿੰਦੇ ਲਿਮਕਾ ਪਿਲਾ ਦੇ ਇਹਨੂੰ, ਕੁਛ ਨਹੀਂ ਹੋਇਆ। ਮੈਂ ਹਲੇ ਕੁਛ ਨਹੀਂ ਕਿਹਾ ਗੁਰੂ ਜੀ ਨੂੰ, ਮੈਂ ਗੁਰੂ ਜੀ ਸੁਣ ਰਹੇ ਨੇ, ਇਹਨੂੰ ਪਤਾ ਹੈ। ਤੇ ਮੈਂ ਇਹਨੂੰ ਕਿਹਾ, ਮੈਂ ਲਿਮਕਾ ਲਿਆ ਰੀਤਾ ਜਲਦੀ। ਲਿਮਕਾ ਇੱਕ ਚੰਜੋ ਲਿਆਈ, ਉਹਨੂੰ ਪਿਲਾਇਆ। ਵਿਦਿਨ no minutes ਟਾਈਮ ਹੀ ਵਾਜ਼ ਆਲ ਰਾਈਟ। ਫਿਰ ਗੁਰੂ ਜੀ ਨੇ ਕਿਹਾ, ਕਹਿੰਦੇ ਇਹਨੂੰ ਹਸਪੀਟਲ ਨਹੀਂ ਲਿਜਾਣਾ, ਬਾਕੀ ਤੁਹਾਡੀ ਮਰਜ਼ੀ ਹੈ, ਇਹਨੂੰ ਕੁਛ ਨਹੀਂ ਹੋਇਆ, ਇਹਨੂੰ ਫੂਡ ਪੁਆਇਜ਼ਨਿੰਗ ਹੋਈ। ਇਹਦੀ ਲੱਸੀ ਪੀ ਕੇ ਆਇਆ ਸੀ ਬਾਜ਼ਾਰ 'ਚ। ਫਿਰ ਉਹਨੂੰ ਪੁੱਛਿਆ ਬੇਟੇ ਨੂੰ ਵੀ ਕੀ ਪੀ ਕੇ ਆਇਆ? ਕਹਿੰਦਾ ਡੈਡੀ ਲੱਸੀ ਪੀਤੀ ਸੀ ਬਾਜ਼ਾਰ 'ਚ। ਕਹਿੰਦੇ ਉਹਦੀ ਪੁਆਇਜ਼ਨਿੰਗ ਹੋ ਗਈ ਸੀ ਇਹਨੂੰ।
ਅਸੀਂ ਫਿਰ ਹਸਪੀਟਲ ਨਹੀਂ ਲੈ ਕੇ ਗਏ ਬੱਚੇ ਨੂੰ। ਫਿਰ ਬੇਟੇ ਦਾ ਵਿਆਹ ਕਰਨਾ ਸੀ। ਗੁਰੂ ਜੀ ਕਹਿੰਦੇ ਮੈਂ ਦੇਖੂੰਗਾ ਕੁੜੀ, ਵਿਆਹ ਵੀ ਮੈਂ ਕਰੂੰਗਾ ਇਹਦਾ। ਗੁਰੂ ਜੀ ਨੇ ਲੜਕੀ ਦੇਖੀ, ਗੁਰੂ ਜੀ ਨੇ ਵਿਆਹ ਕੀਤਾ। ਉਸ ਵਕਤ ਅਸੀਂ ਗੁਰੂ ਜੀ ਦੇ 10 ਫੁੱਟ ਉੱਚੀ ਬਣੀ ਸੀ ਸਟੇਜ ਜਦ ਗੁਰੂ ਜੀ ਆਏ ਨੇ, ਤਾਂ ਅਸੀਂ ਫੇਰੇ ਪੂਰੇ ਨਹੀਂ ਕਰਾਏ ਸੀ। ਗੁਰੂ ਜੀ ਨੇ ਮੈਨੂੰ ਇੱਕ ਵਾਰ ਕਹੇ ਸੀ ਵੀ ਲੜਕੀਆਂ ਵਾਲਾ ਤਾਂ ਇੱਕ ਪੈਸਾ ਨਹੀਂ ਲੈਣਾ, ਪੈਸਾ ਤੈਨੇ ਲਾਉਣਾ ਇਹਨਾਂ 'ਤੇ। ਜੋ ਵੀ ਰਹਿਣ ਸਹਿਣ ਦਾ ਅਮਰੀਕਾ ਦੇ ਸੀ ਨਾ, ਸਾਰਾ ਇੰਤਜ਼ਾਮ ਤੈਨੇ ਕਰਨਾ। ਚਲੋ ਉਹਨਾਂ ਦੀ ਕਿਰਪਾ ਨਾਲ ਸਾਰਾ ਇੰਤਜ਼ਾਮ ਹੋ ਗਿਆ ਸੀ। ਫਿਰ ਮੈਨੂੰ ਕਹਿੰਦੇ ਇਹਦੇ 2 ਵਿਆਹ ਕਰਨੇ ਨੇ, ਇੱਕ ਤਾਂ ਤੂੰ ਲੋਕਲ ਕਰ, ਇੱਕ ਜਦ ਮੈਂ ਆਊਂਗਾ ਉਹ। ਮੈਂ ਗੁਰੂ ਜੀ 2 ਪੈਲੇਸ ਮੈਂ ਬੁੱਕ ਕਰਾਊਂਗਾ, ਮੈਂ ਤਾਂ ਲੁੱਟ ਜੂੰਗਾ, ਮੇਰੇ ਤਾਂ ਪੈਸੇ ਬਹੁਤ ਲੱਗ ਜਾਣਗੇ। ਅੱਛਾ, ਕਹਿੰਦੇ ਨਾ ਇੱਕ 23 ਦਾ ਰੱਖ ਦੇ, ਇੱਕ 27 ਦਾ ਅਪ੍ਰੈਲ ਦਾ। ਚਲੋ ਜੀ ਮੈਂ 23 ਦਾ ਬੁੱਕ ਕਰਾਇਆ ਲੋਕਲ ਪਟਿਆਲੇ 'ਚ, ਤਾਂ ਉਹਨਾਂ ਨੇ ਮੇਰੇ ਤੋਂ ਪੈਸੇ ਨਹੀਂ ਲਿੱਤੇ ਪੈਲੇਸ ਵਾਲਿਆਂ ਨੇ, ਫ੍ਰੀ। ਉਹ ਲੋਕਲ ਬੰਦੇ ਬੁਲਾ ਕੇ ਮੈਨੇ ਕੰਮ ਮੈਨੂੰ ਮੁਕਾਇਆ ਸਾਰਾ ਆਪਣਾ। ਫਿਰ 27 ਦਾ ਆ ਗਿਆ, ਵਧੀਆ ਪੈਲੇਸ ਗੁਰੂ ਜੀ ਵਾਸਤੇ ਬੁੱਕ ਕਰਾਇਆ। ਉਹਨੇ ਪਤਾ ਕਿੰਨੇ ਪੈਸੇ ਲਿੱਤੇ ਮੇਰੇ ਤੋਂ? 18,000 ਰੁਪਇਆ ਸਾਰਾ। ਅੱਛਾ, ਗੁਰੂ ਜੀ ਮੈਨੂੰ ਕਹਿੰਦੇ ਅੰਕਲ ਕੋਈ AC ਨਹੀਂ ਲਗਵਾਉਣਾ ਆਪਣੇ ਪੈਲੇਸ 'ਚ। ਉਸ ਵਕਤ ਹੁੰਦੇ ਨਹੀਂ ਸੀ AC ਵਗੈਰਾ, ਕੋਈ ਕੂਲਰ ਨਹੀਂ ਲਗਵਾਉਣਾ। ਮੈਂ ਗੁਰੂ ਜੀ ਫਿਰ ਲੋਕ ਕਿੱਥੋਂ ਠਹਿਰਨਗੇ ਉੱਥੇ, ਗਰਮੀ ਤਾਂ ਇੰਨੀ ਹੋਊਗੀ। ਮੈਨੇ ਆਉਣਾ ਕਹਿੰਦੇ ਉਸ ਦਿਨ। ਮੈਂ ਜੀ ਗੁਰੂ ਜੀ ਨੂੰ ਸ਼ੰਭੂ ਵੈਰੀਅਰ ਸੁਣਿਆ ਹੋ ਤੁਹਾਨੂੰ ਉੱਥੇ 9 ਹਰਿਆਣੇ 'ਚ 15 ਕਿਲੋਮੀਟਰ ਨਾ 30-40 ਕਿਲੋਮੀਟਰ ਹੈ। ਅਸੀਂ ਉੱਥੇ ਰਿਸੀਵ ਕਰਨ ਲੈ ਗਏ ਸੀ ਗੁਰੂ ਜੀ ਨੂੰ, ਸ਼ੰਭੂ ਵੈਰੀਅਰ, ਜਿੱਥੇ ਹਰਿਆਣੇ ਪੰਜਾਬ ਦੀ ਬਾਰਡਰ ਆਉਂਦਾ। 10 ਗੱਡੀਆਂ ਸੀ ਪੁਲਿਸ ਦੀਆਂ ਐਸਕੌਰਟ ਕਰਨ ਵਾਲੀਆਂ, ਲੈ ਕੇ ਗਿਆ ਸੀ ਮੈਂ। ਗੁਰੂ ਜੀ ਦੀ ਗੱਡੀ ਰੋਕੀ, ਗੁਰੂ ਜੀ ਦੀ ਗੱਡੀ ਐਡਜਸਟ ਕਰਾ ਕੇ ਚੱਲ ਪਈ। ਮੀਂਹ ਪੈਣ ਲੱਗ ਗਿਆ, ਮੈਂ ਘਬਰਾ ਗਿਆ। ਮੈਂ ਕਿਹਾ ਯਾਰ ਰੰਗ 'ਚ ਭੰਗ ਪੈ ਗਿਆ, ਮੀਂਹ ਪੈਣਾ ਸ਼ੁਰੂ ਹੋ ਗਿਆ ਇੱਥੇ। ਗੁਰੂ ਜੀ ਦੀ ਗੱਡੀ ਹਵਾ ਦੀ ਤਰ੍ਹਾਂ ਚੱਲਦੀ ਹੁੰਦੀ ਸੀ। 5 ਗੱਡੀਆਂ ਪਿੱਛੇ, 5 ਅੱਗੇ ਗੁਰੂ ਜੀ ਦੀ ਫੌਜ, 10-15 ਗੱਡੀਆਂ ਗੁਰੂ ਜੀ ਨਾਲ ਜਿਹੜੀਆਂ ਆਈਆਂ ਸੀ। ਤਾਂ ਇਹਦਾ ਮੈਨੂੰ ਫੋਨ ਆਇਆ, ਕਹਿੰਦੇ ਜੀ ਮੈਂ ਤਾਂ ਹਲੇ ਪੈਲੇਸ 'ਚ ਨਹੀਂ ਪਹੁੰਚੀ। ਮੈਂ ਗੁਰੂ ਜੀ ਤਾਂ ਚੱਲ ਪਈ, ਗੁਰੂ ਜੀ ਤਾਂ ਗੱਡੀ ਹਵਾ ਤਰ੍ਹਾਂ ਆ ਰਹੀ ਹੈ। ਤਾਂ ਮੈਂ ਫੋਨ ਕਰਤਾ ਪਹਿਲੀ ਜਿਪਸੀ ਵਾਲੇ ਨੂੰ, ਸਲੋ ਡਾਊਨ, ਪੁਲਿਸ ਵਾਲੇ ਨੂੰ। ਉਹ ਸੁਧਾ ਆਂਟੀ ਬੈਠੇ थे, ਗੁਰੂ ਜੀ ਗਾੜੀ ਬਹੁਤ ਸਲੋ ਚੱਲ ਰਹੀ ਹੈ। ਉਹ ਅੰਕਲ ਨੇ ਫੋਨ ਕਰਤਾ ਉਹਨੂੰ, ਆਂਟੀ ਪਹੁੰਚੀ ਨਹੀਂ ਹਲੇ ਪੈਲੇਸ 'ਚ। ਮੈਨੂੰ ਆਪ ਦੱਸ ਰਹੀ ਸੁਧਾ, ਕਿਉਂਕਿ ਸ਼ਾਮ ਨੂੰ ਸਾਡੇ ਘਰੇ ਆ ਗਏ ਸਾਰੇ, ਗੁਰੂ ਜੀ ਵਗੈਰਾ ਸਾਰੇ ਆ ਗਏ। ਜਦ ਇਹਦਾ ਫੋਨ ਆ ਗਿਆ ਕਿ ਜੀ ਮੇਰੇ ਕੋਲ ਤਾਂ ਕੋਈ ਕਨਵੀਨਸ ਨਹੀਂ ਉੱਥੇ ਪੈਲੇਸ 'ਚ ਜਾਣ ਦੀ, ਸਾਰੇ ਚਲੇ ਗਏ। ਇਹ ਵਿਚਾਰੀ ਸਕੂਟਰ 'ਤੇ ਗਈ ਕਿਸੇ ਮੋਟਰਸਾਈਕਲ 'ਤੇ ਬੈਠ ਕੇ ਪੈਲੇਸ 'ਚ, ਵੀ ਪਤਾ ਲੱਗ ਗਿਆ ਇਹਨੂੰ ਵੀ ਗੁਰੂ ਜੀ ਆ ਰਹੇ ਨੇ। ਜਦ ਇਹਨੇ ਮੈਨੂੰ ਕਹਿਤਾ ਵੀ ਆ ਗਿਆ, ਮੈਂ ਉਹਨੂੰ ਝੰਡੀ ਦੇਤੀ, ਮੈਂ ਹੁਣ ਦੱਬ ਦੇ ਗੱਡੀ ਵਿੱਚ, ਠੀਕ ਹੈ। ਜਦ ਅਸੀਂ ਪੈਲੇਸ 'ਚ ਪਹੁੰਚੇ, ਤੁਸੀਂ ਵਿਸ਼ਵਾਸ ਕਰਨਾ, ਰਾਤ ਨੂੰ 10 ਵਜੇ ਤੱਕ ਸ਼ਿਮਲਾ ਬਣਾ ਕੇ ਰੱਖਿਆ ਸੀ ਗੁਰੂ ਜੀ ਨੇ। ਜਿੰਨੇ ਵੀ VIP ਸੀ, IG, DIG, DGP, ਹਾਈ ਕੋਰਟ ਦੇ ਜੱਜਿਸ, ਕੋਈ ਅੰਦਰ ਨਹੀਂ ਬੈਠਿਆ। ਮੱਥਾ ਟੇਕੀ ਜਾਣ, ਬਾਹਰ ਆਈ ਜਾਣ। ਮੈਂ ਜੀ ਵਿਸਕੀ, DA ਸਾਹਿਬ ਦੇਖੋ ਤਾਂ ਸਹੀ ਬਾਹਰ ਕਿਆ ਮੌਜ ਲੱਗ ਰਹੀ ਹੈ, ਸ਼ਿਮਲਾ ਬਣਿਆ ਵਾ, ਮਜ਼ਾ ਆ ਗਿਆ ਸੀ। ਸਾਨੂੰ ਲੋਕ ਆ ਕੇ ਪੁੱਛਦੇ ਹੁੰਦੇ ਸੀ, ਕਹਿੰਦੇ ਜੀ ਸਾਨੂੰ ਗੁਰੂ ਜੀ ਤਾਂ ਮਿਲਾ ਦਿਓ ਇਹੋ ਜਿਹੇ ਜਿਨ੍ਹਾਂ ਨੇ ਤੁਹਾਡੇ AC ਨਹੀਂ ਲਵਾਏ, ਸਾਡੇ ਪੈਸੇ ਵੱਧ ਜਾਣ। ਮੈਂ ਕਿਹਾ ਜਾਦੂਗਰ ਨਹੀਂ, ਮੈਂ ਸਹੀ ਗੱਲ ਦੱਸਦਾ, ਮੈਂ ਕਿਹਾ ਜਾਦੂਗਰ ਨਹੀਂ ਗੁਰੂ ਜੀ, ਇਹਨਾਂ ਦੀ ਮੌਜ ਹੈ। ਕਮਿਸ਼ਨਰ ਆਇਆ ਨਾ ਐਕਸਾਈਜ਼ ਦਾ, ਅਸਿਸਟੈਂਟ ਕਮਿਸ਼ਨਰ ਸੀ, ਉਹਦਾ ਨਾਮ ਹੁਣ ਮੈਂ ਭੁੱਲ ਗਿਆ, ਸਰਦਾਰ ਸੀ, ਉਹਦੀ ਕੁੜੀ ਦਾ ਵਿਆਹ ਸੀ। ਉਹ ਆਏ, ਕਹਿੰਦੇ ਜੀ ਸਾਨੂੰ ਦੱਸ ਦਿਓ, ਸਾਡਾ 3 ਲੱਖ ਰੁਪਇਆ ਬਚ ਜੂਗਾ, AC ਲਵਾ ਰਹੇ ਹਾਂ ਅਸੀਂ। ਮੈਂ ਸੌਰੀ। ਫਿਰ ਗੁਰੂ ਜੀ ਨੇ ਮੈਨੂੰ 10 ਦਿਨ ਬਾਅਦ ਦਿੱਲੀ ਬੁਲਾ ਲਿਆ, ਐਮਪਾਇਰ ਸਟੇਟ। ਗੁਰੂ ਜੀ ਮੈਨੂੰ ਪਿਆਰ ਬਹੁਤ ਕਰਦੇ ਨੇ, ਕਹਿੰਦੇ ਦੇਖਿਆ ਫਿਰ ਤੇਰੇ AC ਕਿੱਥੇ ਗਏ, ਨਜ਼ਾਰੇ ਦੇਖੇ ਗੁਰੂ ਜੀ ਦੇ। ਬੋਲ ਨਹੀਂ ਸਕਦੇ, ਫਿਰ ਐਂ ਹੱਥ ਬੰਨ੍ਹਣੇ ਪੈਂਦੇ ਨੇ ਉੱਥੇ ਤਾਂ, ਉਹ ਦਰਬਾਰ 'ਚ। 6 ਵਜੇ ਤੋਂ ਫਿਰ ਰਾਤ ਨੂੰ 10 ਵਜੇ ਤੱਕ ਘਰ ਬੈਠ ਕੇ 10 ਵਜੇ ਸਾਡੀ ਤਾਂ ਰਸੋਈ 'ਚ ਵੜ ਜਾਂਦੇ ਸੀ ਨਾ ਗੁਰੂ ਜੀ, ਤੇ ਪਿੰਡ 'ਚ ਵੀ ਉੱਥੇ ਵੀ ਪਿਆਜ਼ਾਂ ਵਾਲੇ ਪਰੌਂਠੇ ਬਣਾ, ਨਾਲ ਤਾਂ ਖਾਧੇ। ਮੈਨੂੰ ਕਹਿੰਦੇ ਚੱਲ ਤੂੰ, ਔਰ ਉਹਦੀ ਪਾਇਲਟ ਦੀ ਵੀ ਸੀ ਰਮਾ ਪਾਇਲਟ, ਅਤੇ ਚੰਦਰ ਸ਼ੇਖਰ ਦਾ ਮੁੰਡਾ ਸੀ ਪ੍ਰਾਈਮ ਮਿਨਿਸਟਰ, ਕਹਿੰਦੇ ਤੂੰ ਇਹਨਾਂ ਨਾਲ ਬੈਠ ਕੇ ਖਾ। ਇਹ ਗੁਰੂ ਜੀ ਇੱਧਰ ਖਾ ਰਹੇ ਨੇ, ਪਲੰਘ 'ਤੇ ਬੈਠੇ ਇਕੱਲੇ ਹੀ, ਅਤੇ ਮੈਨੂੰ ਉੱਧਰ ਲਾਤਾ ਗੁਰੂ ਜੀ ਨੇ। 10 ਵਜੇ ਪਰੌਂਠੇ ਬਣਵਾ ਕੇ ਨਾਲ ਲੈ ਕੇ ਫੇਰ ਗਏ ਨੇ ਦਿੱਲੀ। ਦੇਖੋ, ਕਹਿੰਦੇ ਸੰਗਤ ਖਾਊਗੀ ਰਸਤੇ 'ਚ ਜਾਂਦੇ ਲੋਕ।
ਸੋ ਸਿੰਪਲ ਮਾਈ ਗੁਰੂ ਜੀ। ਮੇਰੇ ਲਾਂਗਰੀ ਨੂੰ ਦਰਸ਼ਨ ਨਾ ਹੋਏ, ਮੈਨੂੰ ਕਹਿੰਦਾ ਸਰ ਮੈਨੂੰ ਤਾਂ ਦਰਸ਼ਨ ਨਹੀਂ ਹੋਏ ਗੁਰੂ ਜੀ ਦੇ। ਜਾ ਕੇ ਗੁਰੂ ਜੀ ਉੱਪਰ ਦੀ ਨਾ ਲੌਨ ਦੇ ਉੱਪਰ ਦੀ ਚਾਰੇ ਪਾਸੇ ਲੌਨ ਸੀ, ਜਾ ਕੇ ਕਿਚਨ ਕੋਲੇ ਖੜ ਗਿਆ ਇਸ ਤਰ੍ਹਾਂ, ਉਹ ਲਾਂਗਰੀ ਖੜਾ ਸੀ, ਉਹਨੇ ਦਰਸ਼ਨ ਹੋ ਗਏ ਉਹਨੂੰ। ਮੈਨੂੰ ਕਹਿੰਦਾ ਬਾਬੂ ਜੀ ਮੇਰੇ ਤਾਂ ਦਰਸ਼ਨ ਹੋ ਗਏ, ਗੁਰੂ ਜੀ ਇੱਥੇ ਖੜੇ ਸੀ ਰਾਤ ਤੇ। ਮੈਂ ਕਿਹਾ ਅੱਛਾ, ਮਤਲਬ ਇੰਨਾ ਗੁਰੂ ਜੀ ਭਾਫ ਲੈਂਦੇ ਸੀ ਗੱਲ ਨੂੰ। ਤੇ ਆਹ ਗੁਰੂ ਜੀ ਦੀ ਜਿਹੜੀਆਂ ਗੱਲਾਂ ਨੇ ਨਾ, ਇੱਕ ਦਿਨ ਕਹਿੰਦੇ ਗੁਰੂ ਜੀ ਦਾ ਜਨਮ ਦਿਨ ਸੀ, ਇਹ ਜਲੰਧਰ ਦੀ ਗੱਲ ਸੁਣਾ ਰਿਹਾ। ਕਹਿੰਦੇ ਬਈ ਮੈਂ ਸਮੋਸੇ ਮੰਗਵਾਓ ਤੇ ਮੰਗਵਾਓ ਜਲੇਬੀਆਂ। ਗੁਰੂ ਜੀ ਨੂੰ ਇਹ ਚੀਜ਼ਾਂ ਦਾ ਬੜਾ ਸ਼ੌਕ ਸੀ। ਜਿਵੇਂ ਅੱਜ ਤੁਸੀਂ ਪਕੌੜੇ ਬਣਾਏ ਨਾ, ਗੁਰੂ ਜੀ ਬਹੁਤ ਸ਼ੌਕ ਨਾਲ ਖਾਂਦੇ ਜੀ। ਪਤਾ ਨਹੀਂ ਤੁਹਾਨੂੰ ਕਿੱਥੋਂ ਪਤਾ ਲੱਗਿਆ ਉਹਨਾਂ ਦਾ। ਤੇ ਕੱਲ੍ਹ ਨਰਿੰਦਰ ਅੰਕਲ ਨੇ ਵੀ ਸਮੋਸੇ ਜਲੇਬੀਆਂ ਮੰਗਵਾਏ। ਗੁਰੂ ਜੀ ਦਾ ਟੇਸਟ ਬਹੁਤ ਪਤਾ ਸਭ ਨੂੰ। ਤਾਂ ਕਹਿੰਦੇ 5:10 ਤੇ ਮੀਂਹ ਪੈਣਾ ਸ਼ੁਰੂ ਹੋ ਜਾਊ। ਗਰਮੀ ਬਹੁਤ ਸੀ, ਉਹ 5:10 ਵੀ ਹੋ ਗਏ ਜੀ। ਮੈਂ ਕਿਹਾ ਯਾਰ ਹੋਏ ਤਾਂ ਸੂਰਜ ਉਸ ਤਰ੍ਹਾਂ ਨਿਕਲਿਆ। ਮੈਂ ਬਾਹਰ ਨਿਕਲ ਕੇ ਦੇਖਣ ਆ ਗਿਆ। ਅੱਛਾ, ਮੈਂ ਠਹਿਰਨਾ ਸੀ ਗੁਰੂ ਜੀ ਕੋਲੇ। ਗੁਰੂ ਜੀ ਕਹਿੰਦੇ ਹੁੰਦੇ ਸੀ ਭੰਗੜਾ ਪਾਉਣਾ ਆਪਾਂ ਰਾਤ ਨੂੰ। ਅੰਕਲ ਗੁਰੂ ਜੀ ਦਾ ਜਨਮ ਦਿਨ ਹੈ। ਨੋਰਮਲੀ ਮੈਂ ਉੱਥੇ ਹੀ ਰਹਿੰਦਾ ਹੁੰਦਾ ਸੀ। ਮੈਂ ਕੱਪੜੇ ਲੈ ਗਿਆ ਪੂਰੀ ਤਿਆਰੀ ਕਰਕੇ। ਤਾਂ ਜੀ ਕੋਈ ਮੀਂਹ ਨਾ, ਮੈਂ ਜਾ ਕੇ ਗੁਰੂ ਜੀ ਦੇ ਏਸੀ ਵਾਲੇ ਕਮਰੇ 'ਚ ਬੈਠ ਗਿਆ। ਉੱਥੇ ਏਸੀ ਔਨ ਕੀਤਾ, ਮੈਂ ਉੱਥੇ ਬੈਠ ਗਿਆ। ਮੇਰਾ ਗਰਮੀ ਬਹੁਤ ਹੈ। ਗੁਰੂ ਜੀ ਨੇ ਤਾਂ ਕਿਹਾ ਸੀ ਗੁਰੂ ਜੀ ਤਾਂ ਮੀਂਹ ਮੂੰਹ ਤਾਂ ਪਿਆ ਨਾ। 5:20 ਤੇ ਮੈਨੂੰ ਫੋਨ ਆ ਗਿਆ ਮੇਰੇ ਪਿੰਡ ਤੋਂ, ਨਾਲ ਦੀ ਕੋਠੀ 'ਚ ਪ੍ਰੋਫੈਸਰ ਹੁਜੇ ਵੀ ਉਹਨਾਂ ਨੂੰ ਕਹਿ ਵੀ ਆਉਣ ਨਾ, ਬੜਾ ਹਨੇਰੀ ਝੱਖੜ ਦਰਖਤ ਟੁੱਟ ਰਹੇ ਨੇ। ਜੇ ਜਲੰਧਰ ਇੰਨਾ ਮੀਂਹ ਪਿਆ ਜੀ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਰਾਤ ਨੂੰ ਮੈਨੂੰ 12 ਵਜੇ ਕਹਿੰਦੇ ਹੁਣ ਜਾ ਤੂੰ ਪਹੁੰਚੇ ਜੜਾ। ਮੈਂ ਕਿਹਾ ਗੁਰੂ ਜੀ ਤੁਸੀਂ ਤਾਂ ਕੱਪੜੇ ਮੰਗਵਾਏ ਸੀ, ਵੀ ਕੱਪੜੇ ਲੈ ਕੇ ਆਈ, ਠਹਿਰੀ ਰਾਤ ਨੂੰ ਭੰਗੜਾ ਪਾਵਾਂ, ਤੁਸੀਂ ਮੈਨੂੰ ਤੋੜ ਰਹੇ ਹੋ ਜੇ ਮੀਂਹ 'ਚ। ਕਹਿੰਦੇ ਅੱਜ ਨਹੀਂ ਤੈਨੂੰ ਰੱਖਦਾ, ਕੱਲ੍ਹ ਨੂੰ ਆ ਜੀ। ਮੇਰੀ ਕਾਰ ਦੇਖ ਲਓ ਲੁਧਿਆਣੇ ਤੋਂ, ਜਲੰਧਰ ਤੋਂ ਲੁਧਿਆਣੇ ਤੱਕ ਐਂ ਕਰਦੀ ਗਈ ਆ ਦੇਖ ਲਓ। ਉਸ ਤੋਂ ਬਾਅਦ ਮੀਂਹ ਹਟਿਆ। ਫਿਰ ਮੈਨੂੰ ਪਤਾ ਲੱਗਿਆ, ਮੈਂ ਕਿਹਾ ਹੋਰ ਚੱਲ ਬਾਹਰ ਦੇਖ ਵੀ ਮੀਂਹ ਨਹੀਂ ਪਿਆ। ਗੁਰੂ ਜੀ ਦਾ ਲੈ ਲਿਆ। ਗੁਰੂ ਜੀ ਸਜ਼ਾ ਵੀ ਬਹੁਤ ਦਿੰਦੇ ਨੇ ਜੀ। ਈਗੋ ਆ ਜਾਂਦੀ ਹੈ ਨਾ। ਮੈਂ ਬੈਠਿਆ ਦੇਖੋ ਭੁਗਤੀ ਮੈਂ ਸੁਣਾਉਣਾ ਆਪਣੀ ਹੱਡ ਬੀਤੀ। 97 'ਚ ਮੇਰੀ ਇੰਨੀ ਈਗੋ ਸੀ ਨਾ ਮੇਰੇ 'ਚ। ਮੈਂ ਡਿਪਟੀ ਡਿਸਟ੍ਰਿਕਟ ਆਰਡਰ ਹੁੰਦਾ ਸੀ। ਮੈਨੂੰ ਇਹ ਹੁੰਦਾ ਸੀ ਕਿ ਮੇਰੇ ਇਸ਼ਾਰੇ ਦੀ ਕਚਹਿਰੀ ਚੱਲਦੀ ਹੈ ਮੇਰੀ, ਜੋ ਕੁਛ ਕਹਿੰਦਾ ਸੀ ਕੰਮ ਹੁੰਦੇ ਸੀ। ਲਿਖਣ ਪੜ੍ਹਨ ਦਾ ਸ਼ੌਕ ਸੀ, ਗੁਰੂ ਜੀ ਨੇ ਦਿਮਾਗ 'ਚ ਪਾਇਆ ਹੋਇਆ ਸੀ ਸਾਡੇ। ਤਾਂ ਮੇਰਾ ਜੀ ਡਾਇਰੈਕਟਰ ਆ ਗਿਆ, ਐਂ ਚੱਕੀ ਫਾਈਲ ਜੀ ਇੱਕ, ਸਾਰੇ ਅਫਸਰ ਬੁਲਾ ਲਏ। ਮੈਂ ਵੀ ਬੈਠਾ ਸੀ। ਫਿਰ ਇੱਕ ਨੂੰ ਪੁੱਛਣ ਲੱਗ ਗਿਆ ਤੂੰ ਕਿੰਨਾ ਕੁ ਅਪੀਲਾਂ ਕਰਦਾ, ਤੂੰ ਕਿੰਨੀਆਂ ਕੁ ਅਪੀਲਾਂ ਕਰਦਾ। ਕੋਈ ਕੁਛ ਕਿਹਾ ਕਰੇ, ਕੋਈ ਕੁਛ। ਮੇਰੀ ਵਾਰੀ ਆ ਗਈ। ਹਾਂ ਮੈਂ ਮੜਕਣ ਤੂੰ ਦੱਸ ਕਿੰਨੀਆਂ। ਮਾਂ ਜੀ ਮੈਂ ਤਾਂ ਕਰਦਾ ਹੀ ਰਹਿਣਾ, ਮੈਨੂੰ ਤਾਂ ਸ਼ੌਕ ਹੈ। ਮੈਨੂੰ ਕਹਿੰਦਾ ਆਹ ਤੇਰੀ ਕੀਤੀ ਵੀ ਹੈ। ਮੈਂ ਕਿਹਾ ਹਾਂ ਜੀ ਮੇਰੀ ਕੀਤੀ ਵੀ ਹੈ। ਕਹਿੰਦਾ ਜੱਜ ਤਾਂ ਤੇਰੀ ਭੈਣ ਬਣੀ ਵੀ ਹੈ, ਤੂੰ ਫਿਰ ਵੀ ਅਪੀਲ ਕਰਤੀ। ਮਾਂ ਜੀ ਜੱਜ ਮੇਰੀ ਭੈਣ ਬਣੀ ਵੀ ਹੈ, ਪਰ ਆਹ ਕਾਨੂੰਨ ਤਾਂ ਨਹੀਂ ਬਣਿਆ ਹੋਇਆ ਮੇਰੀ ਭੈਣ। ਕਹਿੰਦਾ ਜਿਹੜਾ ਕਾਨੂੰਨ ਲਿਖਿਆ ਵਾ ਇਹ ਤਾਂ ਮੈਂ 35 ਸਾਲ 'ਚ ਨਹੀਂ ਪੜ੍ਹਿਆ ਮੈਨੇ। ਮਾਂ ਜੀ ਫਿਰ ਮੈਂ ਤਾਂ ਪੜ੍ਹਦਾ ਨਾ, ਜੇ ਤੁਸੀਂ ਨਹੀਂ ਪੜ੍ਹਿਆ ਮੇਰਾ ਕੀ ਕਸੂਰ ਹੈ। ਮੈਂ ਮੀਟਿੰਗ 'ਚ ਕਹਿਤਾ, ਉੱਥੇ ਜੱਗ ਬਲੂਲਾ ਹੋ ਗਿਆ ਸਾਲਾ। ਮੇਰੇ ਡਿਸਟ੍ਰਿਕਟ ਆਰਡਰ ਨੂੰ ਕਹਿੰਦਾ ਇਹਦੀ ਰਿਪੋਰਟ ਬਣਾ ਕੇ ਭੇਜ, ਜਿਹੜੇ ਕੰਮ ਤੇਰੇ ਤੋਂ ਬਗੈਰ ਪੁੱਛੇ ਕੀਤੇ ਨੇ। ਮੈਂ ਪੁੱਛਦਾ ਨਹੀਂ ਹੁੰਦਾ ਸੀ ਕਿਸੇ ਨੂੰ। ਉਹਨੇ ਜੀ ਰਿਪੋਰਟ ਬਣਾ ਕੇ ਭੇਜਤੀ। ਚੌਥੇ ਦਿਨ ਮੇਰੇ ਸਸਪੈਂਸ਼ਨ ਦੇ ਆਰਡਰ ਆ ਗਏ। ਮੈਂ ਤਾਂ ਭੱਜਿਆ ਫਿਰਾਂ ਵੀ ਆਹ ਕੀ ਹੋ ਗਿਆ ਸਾਲਾ। ਗੁਰੂ ਜੀ ਨੂੰ ਮੈਂ ਕਿਹਾ ਵੀ ਮੈਨੂੰ ਕੁਛ ਕਰ ਦਿਓ। ਗੁਰੂ ਜੀ ਨੂੰ ਨਹੀਂ ਕਹਿ ਸਕਦਾ ਸੀ ਮੈਂ। 3 ਮਹੀਨੇ ਮੈਂ ਸਸਪੈਂਡ ਰਿਹਾ। 3 ਮਹੀਨੇ ਰੀਇਨਸਟੇਟ ਕਿਵੇਂ ਕਰਾਇਆ ਗੁਰੂ ਜੀ ਨੇ ਮੈਨੂੰ। ਕਿਸੇ ਦਾ ਮੈਂ ਕੰਮ ਕੀਤਾ ਸੀ ਡਿਪਟੀ ਸਪੀਕਰ ਦਾ, ਉਹਦੇ ਕਰਪਸ਼ਨ ਕੇਸ ਮੈਂ ਠੀਕ ਕਰਵਾਇਆ ਸੀ। ਉਹਨੇ ਅਖਬਾਰ 'ਚ ਫੜ ਲਈ ਖਬਰ। ਮੈਨੂੰ ਫੋਨ ਆਇਆ ਲੈਂਡਲਾਈਨ 'ਤੇ, ਮਿਸਟਰ ਮਲਕਨ ਮੈਨੂੰ ਦੱਸਿਆ ਨਹੀਂ ਤੁਸੀਂ। ਕਹਿੰਦਾ ਮੈਂ ਤਾਂ ਅਖਬਾਰ 'ਚ ਪੜ੍ਹਿਆ, ਰਾਈਟ ਪਰਸਨ ਸ਼ੁੱਡ ਬੀ ਐਟ ਰਾਈਟ ਪਲੇਸ। ਮੈਨੂੰ ਕਹਿੰਦਾ ਮੇਰੇ ਕੋਲ ਆ ਜਾਓ ਹੁਣੇ। ਮੈਂ ਉਹਦੇ ਕੋਲ ਚਲੇ ਗਿਆ। ਹਾਂਜੀ ਭਾਈ ਸਾਹਿਬ ਦੱਸੋ। ਬੈਠੋ ਕਾਰ 'ਚ। ਮੈਨੂੰ ਚੀਫ ਮਿਨਿਸਟਰ ਦੀ ਕੋਠੀ ਲੈ ਗਿਆ, ਹਰਚੰਦ ਸਿੰਘ ਦੀ ਬਰਾੜ ਦੀ, 4 ਸੈਕਟਰ 'ਚ ਚੰਡੀਗੜ੍ਹ। ਮੈਨੂੰ ਬਾਹਰ ਬਿਠਾ ਦਾ, ਅੰਦਰੋਂ ਮੇਰੇ ਆਰਡਰ ਕਰਾ ਦੇ ਰੀਇਨਸਟੇਟਡ। ਦੇਖੋ ਮੈਨੂੰ ਲਾਤਾ ਉਹਨਾਂ ਨੇ ਸਾਲਿਆਂ ਨੇ ਬਿਜਲੀ ਬੋਰਡ 'ਚ, ਵਿਜੀਲੈਂਸ 'ਚ। ਤੁਹਾਨੂੰ ਗੁਰੂ ਜੀ ਦਾ ਚੱਕਰ ਦਿਖਾ ਰਿਹਾ ਕਿਵੇਂ। ਬਿਜਲੀ ਬੋਰਡ ਸਭ ਤੋਂ ਖੂੰਜੇ ਲੈਣ ਵਾਲੀ ਲਾਈਨ ਹੁੰਦੀ ਹੈ, ਪੋਸਟ ਹੁੰਦੀ ਹੈ। ਮੈਂ ਉੱਥੇ ਵੀ ਜਾ ਕੇ ਐਂ ਘੁਮਾਤੀ ਸਾਲੀ
1000 ਫਾਈਲ ਪਈ ਸੀ। ਸਟੈਨੋ ਨੂੰ ਕਿਹਾ ਮੈਂ 5 ਰੋਜ਼ ਫਾਈਲਾਂ ਕੱਢਿਆ ਕਰ। ਫਿਰ ਆਈ ਜੀ ਨੂੰ ਕਹਤਾ ਮੈਂ ਜੀ ਇੱਕ ਸਟੈਨੋ ਹੋਰ ਦੇ ਦਿਓ, ਕੰਮ ਬਹੁਤ ਹੈ, ਇੱਕ ਨੂੰ ਘਰ ਲਿਖਾਇਆ ਕਰੋ, ਇੱਕ ਨੂੰ ਇੱਥੇ ਟਾਈਪ ਕਰੀ ਜਾਇਆ ਕਰਨਗੇ। ਗੁਰੂ ਜੀ ਦੇ ਚਲੇ ਗਏ ਅਸੀਂ ਅੰਪਾਇਰ ਸਟੇਟ। ਗੁਰੂ ਜੀ ਨੂੰ ਕੋਈ ਕੰਮ ਸੀ, ਉਹਨੇ ਸੀ ਰਾਇਲ IAS ਅਫਸਰ ਹੈ, ਹੁਣ ਵੀ ਹੈ ਉਹ, ਤਾਂ ਉਹ ਖੜਾ। ਗੁਰੂ ਜੀ ਕਹਿੰਦੇ ਇਹਨੂੰ ਦੱਸ ਦੇ ਕੰਮ। ਗੁਰੂ ਜੀ ਨੂੰ ਉਹਨੇ ਪਹਿਲਾਂ ਕਹਿਤਾ ਸੀ, ਕਹਿੰਦਾ ਜੀ ਜਿਹੜਾ ਤੁਸੀਂ ਕੰਮ ਕਹਿ ਰਹੇ ਹੋ ਇਹ ਤਾਂ ਸੈਕਟਰੀ ਵੀ ਨਹੀਂ ਕਰ ਸਕਦਾ, ਇਹ ਨਹੀਂ ਹੋ ਸਕਦਾ। ਕੁਦਰਤੀ ਮੈਂ ਚਲਾ, ਕਹਿੰਦੇ ਮੇਰੇ ਅੰਕਲ ਨੂੰ ਲਿਖਾ ਸਾਰੇ ਪਾਰਟੀਕੂਲਰ। ਉਹਨੇ ਮੈਨੂੰ ਲਿਖਾਇਆ, ਬਾਹਰ ਲੈ ਗਿਆ ਜਿੱਥੇ ਪਾਣੀ ਪੀਂਦੇ ਹੁੰਦੇ ਸੀ, ਤਾਂ ਮਾਂ ਜੀ ਲਿਖਾਓ। ਕਹਿੰਦਾ ਮੜਕਣ ਸਾਹਿਬ, ਕਹਿੰਦਾ ਇਹ ਕੰਮ ਨਹੀਂ ਹੋ ਸਕਦਾ, ਤਾਂ ਸੈਕਟਰੀ ਵੀ ਨਹੀਂ ਕਰ ਸਕਦਾ। ਕਹਿੰਦਾ ਇੱਥੇ ਤਾਂ VIP ਆਉਂਦੇ ਹੀ ਰਹਿੰਦੇ ਨੇ ਇਹਨਾਂ ਕੋਲੇ, ਇਹ ਤਾਂ ਉਹੀ ਕਹਿ ਦਿੰਦੇ ਨੇ ਗੁਰੂ ਜੀ ਕਰਾ ਦੇ ਕੰਮ। ਮਾਂ ਜੀ ਗੁਰੂ ਜੀ ਨੇ ਤਾਂ ਤੁਹਾਨੂੰ ਤਾਂ ਇਹੀ ਕਿਹਾ ਵੀ ਇਹਨੂੰ ਲਿਖਾ ਦੇ, ਮੈਨੂੰ 9 ਤੋਂ ਲਿਖਾ ਦਿਓ ਬਸ। ਮੈਂ ਵੀ ਕਹਿੰਦਾ ਹੋ ਜੂ, ਮੈਨੂੰ ਲਿਖਾਤਾ ਇਹਨਾਂ ਨੇ। ਅਸੀਂ ਉਹਨਾਂ ਨੇ ਲਿਖਾਤੇ, ਅਸੀਂ ਜਾ ਕੇ ਇੱਥੇ ਖੜ੍ਹ ਗਏ ਇਸ ਤਰ੍ਹਾਂ ਦੋਨੇ। ਗੁਰੂ ਜੀ ਬੈਠੇ, ਮੈਨੂੰ ਕਹਿੰਦੇ ਐਂ ਕਰਕੇ ਨਾ, ਐਂ ਗੁਰੂ ਜੀ ਐਂ ਬੁਲਾਉਂਦੇ ਹੁੰਦੇ ਸੀ, ਇੱਧਰ ਆ। ਮੈਂ ਸੱਜੇ ਪਾਸੇ ਬੈਠ ਗਿਆ ਗੁਰੂ ਜੀ ਦੇ, ਐਂ ਕਰਕੇ ਮੈਨੂੰ ਕਹਿੰਦੇ ਕੀ ਕਹਿੰਦਾ ਇਹ ਸਾਲਾ। ਮੈਂ ਗੁਰੂ ਜੀ ਐਂ ਕਹਿੰਦਾ ਇਸ ਤਰ੍ਹਾਂ VIP ਆਉਂਦੇ ਹੀ ਰਹਿੰਦੇ ਨੇ ਅਤੇ ਇਹ ਕੰਮ ਨਹੀਂ ਬਣਦਾ। ਮੈਨੂੰ ਕਹਿੰਦਾ ਸਾਲਾ ਤਾਂ ਨੱਕ ਭੰਨਦੇ ਅੰਕਲ ਨੂੰ। ਮੈਂ ਗੁਰੂ ਜੀ ਕਰਨਾ ਕੰਮ ਤੁਸੀਂ ਨੇ, ਮੈਂ ਜਾਊਂਗਾ ਜ਼ਰੂਰ ਕੰਮ ਕਰਾਉਂ, ਪਰ ਤੁਸੀਂ ਕਰਨਾ। ਮੁਸਕਰਾਏ, ਮਹਲਾ ਵੀ ਕੰਮ ਹੋ ਗਿਆ। ਅਸੀਂ ਆਏ ਪਟਿਆਲੇ, ਸਰਦੀਆਂ ਦੀ ਮੌਸਮ, ਕਾਰਪੂਰ ਸਾਡੇ ਕੋਲ ਹੁੰਦੀ ਨਹੀਂ ਸੀ। ਫਰਦਾਰ ਮੇਰੇ ਕੋਟ ਪਾਇਆ ਵਾ, ਇਹਨੂੰ ਬਿਠਾਇਆ ਸਕੂਟਰ 'ਤੇ, ਮੈਂ ਚੱਲ ਸੰਗਰੂਰ ਚੱਲੀਏ ਵੀ ਗੁਰੂ ਜੀ ਦਾ ਕੰਮ ਕਰਾ ਕੇ। ਸਾਲਾ ਮੀਂਹ ਪੈਣ ਲੱਗ ਗਿਆ, ਜਿਵੇਂ ਬਿੱਲੀ ਭਿੱਜਦੀ ਹੈ ਮੈਂ ਉਸ ਤਰ੍ਹਾਂ ਭਿੱਜ ਗਏ। ਅਸੀਂ ਜਾ ਕੇ ਅਸੀਂ ਉਹ ਬੰਦੇ ਨੂੰ ਮਿਲੇ, ਮੈਂ ਸ਼ਰਮਾ ਜੀ ਸਾਡਾ ਕੰਮ ਹੈ ਮੇਰੇ ਗੁਰੂ ਜੀ ਦਾ, ਆਹ ਕੰਮ ਹੈ ਕਰ ਦਿਓ। ਕਹਿੰਦਾ ਜੀ ਇਹ ਤਾਂ ਸੈਕਟਰੀ ਵੀ ਨਹੀਂ ਕਰ ਸਕਦਾ, ਇਹ ਨਹੀਂ ਹੋ ਸਕਦਾ ਕੰਮ। ਮੈਂ ਕਿਹਾ ਯਾਰ ਸਾਲਾ ਇਹੀ ਸੀ ਰੋਲ ਨੇ IAS ਅਫਸਰ ਨੇ ਕਿਹਾ ਸੀ, ਇਹੀ ਇਹ ਬੋਲ ਰਿਹਾ ਹੁਣ। ਤਾਂ 5 ਮਿੰਟ ਬਾਅਦ ਮੈਨੂੰ ਕਹਿੰਦਾ ਤੁਹਾਡਾ ਨਾਮ ਵਿਜੇ ਹੈ? ਮੈਂ ਕਿਹਾ ਹਾਂ ਮੇਰਾ ਨਾਮ ਵਿਜੇ ਹੈ। ਭਵਾਨੀਗੜ੍ਹ ਦੇ ਤੁਸੀਂ? ਮੈਂ ਕਿਹਾ ਹਾਂ। ਮੈਂ ਕਿਹਾ ਯਾਰ ਇੱਥੇ ਮੈਂ ਵਕਾਲਤ ਕਰਦਾ ਹੁੰਦਾ ਸੀ, ਫਲਾਣਾ ਫਲਾਣਾ ਮਾਨ ਸਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਸੀ ਇੱਥੇ। ਕਹਿੰਦਾ ਆਓ ਚਾਹ ਪਿਲਾਈਏ ਤੁਹਾਨੂੰ, ਮੇਰੇ ਦਫ਼ਤਰ ਆ ਜਾਓ। ਮੈਨੂੰ ਚਾਹ ਚੜ੍ਹ ਗਿਆ, ਮੈਂ ਯਾਰ ਠੰਡ ਲੱਗ ਰਹੀ ਹੈ, ਸਾਡੀ ਚਾਹ ਤਾਂ ਪੀ ਲਈਏ। ਅਸੀਂ ਚਾਹ ਪੀਣ ਲੱਗ ਗਏ। ਮੈਂ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਸ਼ਰਮਾ ਜੀ ਮੇਰੇ ਗੁਰੂ ਜੀ ਦਾ ਕੰਮ ਹੈ ਯਾਰ, ਕਰਦੇ ਜਿਵੇਂ ਮਰਜ਼ੀ ਕਰਦੇ। ਸੋ ਉਹਨੂੰ ਮੈਂ ਜਾ ਕੇ ਪਹਿਲਾਂ ਇੰਟਰੋਡਕਸ਼ਨ ਦੇ ਦਿੱਤੀ ਕਿ ਮੈਂ ਬਿਜ਼ਨਸ 'ਚ ਲੱਗਿਆ ਹਾਂ। ਸ਼ਾਇਦ ਉਹਦੇ ਦਿਮਾਗ 'ਚ ਡਰ ਗਿਆ ਹੋਵੇ ਵੀ ਇਹਨਾਂ ਨੂੰ ਕਿਉਂ ਕਹਿਣਾ। ਜਦ ਮੈਂ ਉਹਨੂੰ ਪਤਾ ਲੱਗ ਗਿਆ ਵੀ ਜੈਨੂਅਨ ਬੰਦੇ ਨੇ, ਮੈਨੂੰ ਕਹਿੰਦਾ ਵਿਜੇ ਜੀ ਕੰਮ ਤਾਂ ਤੁਹਾਡਾ ਬਣ ਜੂਗਾ, ਤਾਂ ਪੈਸੇ ਲੱਗਣਗੇ। ਮੈਂ ਕਿਹਾ 10,000 ਕਿੰਨੇ ਕੁ ਪੈਸੇ ਲੱਗਣਗੇ? ਕਹਿੰਦਾ 1200 ਰੁਪਈਆ। ਮੈਂ ਫੁੱਟ ਗਏ ਭਾਗ ਤੇਰੇ, ਕੋਈ ਸਾਲਾ ਕੋਈ ਹਜ਼ਾਰਾਂ 'ਚ ਵੀ ਦੱਸ ਦਿੰਦਾ ਕੰਮ ਤਾਂ ਹੁੰਦਾ। ਮੈਂ ਕਿਹਾ ਲਿਆ 1500 ਫੜ। ਕਹਿੰਦਾ ਸਵੇਰੇ 11 ਵਜੇ ਬੰਦਾ ਭੇਜ ਦਿਓ। ਮੈਂ ਕਿਹਾ ਕੰਮ ਜੈਨੂਅਨ ਹੋਣਾ ਚਾਹੀਦਾ। ਕਹਿੰਦਾ ਜੀ ਬਿਲਕੁਲ A ਕਲਾਸ ਜੈਨੂਅਨ। ਮੈਂ 11 ਵਜੇ ਦੂਜੇ ਦਿਨ ਬੰਦਾ ਭੇਜਿਆ, 2 ਵਜੇ ਪਟਿਆਲੇ ਬੰਦਾ ਸਿੱਧਾ ਉਸਨੂੰ ਮੈਂ ਕਿਹਾ ਚੱਲ ਗੁਰੂ ਜੀ ਦੇ ਭੇਜ। ਫਿਰ ਗੁਰੂ ਜੀ ਦੀ ਭਾਂਜੀ ਦਾ ਸਗੀ ਭਤੀਜੀ ਦਾ ਕੰਮ ਸੀ, ਉਹ ਵੀਜ਼ਾ ਨਹੀਂ ਲੱਗ ਰਿਹਾ ਸੀ ਉਹਦਾ, ਉਹ ਸਰਟੀਫਿਕੇਟ ਬਿਨਾਂ। ਫਿਰ ਕੰਮ ਬਣਿਆ। ਜੇ ਤੁਸੀਂ ਇਹ ਕਹੋਗੇ ਕੰਮ ਵਿਜੇ ਮੜਕਨ ਨੇ ਕੀਤਾ, ਮੇਰੀ ਤਾਂ ਔਕਾਤ ਇਹ ਕੁਛ ਨਹੀਂ ਹੈਗੀ, ਇੰਨੀ ਵੀ ਨਹੀਂ। ਕਿਉਂਕਿ ਗੁਰੂ ਜੀ ਮੈਨੂੰ ਇਹੀ ਕਹਿੰਦੇ ਹੁੰਦੇ ਸੀ, ਕਹਿੰਦੇ ਤੈਨੂੰ ਬਗੈਰ ਨਹੀਂ ਤੋਂ ਮੈंने ਚੱਕਿਆ ਹੋਇਆ ਇਸ ਤਰ੍ਹਾਂ, ਵਿਦਾਊਟ ਫਾਊਂਡੇਸ਼ਨ। ਕਿਉਂਕਿ ਮੈਂ ਤਾਂ ਤੱਪੜੀਆਂ ਦੀ ਡਰੋਪ ਆਊਟ ਹੈ, ਤੱਪੜੀਆਂ ਦੇ ਸਕੂਲਾਂ 'ਤੇ ਪੜ੍ਹਿਆ ਵਾਂ, ਤਾਂ ਖੈਰ ਬਹੁਤ ਅੱਛੇ ਨੇ। ਇੱਥੇ ਬੋਰੀ ਹੁੰਦੀ ਸੀ, ਇੱਧਰ ਥੈਲਾ ਹੁੰਦਾ ਸੀ, ਇੰਨੀ ਮਿੱਟੀ ਹੁੰਦੀ ਸੀ ਵਿੱਚ। ਮੈਂ ਉਹ ਇਨਸਾਨ ਹਾਂ। ਅਤੇ ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਬੜੇ ਬੜੇ ਅਫਸਰ ਮੇਰੀ ਫਾਈਲ 'ਤੇ ਨੀਚੇ ਥੈਂਕਸ ਲਿਖ ਕੇ ਭੇਜਦੇ ਹੁੰਦੇ ਸੀ, ਔਰ ਮੈਂ ਹੈਰਾਨ ਹੁੰਦਾ ਸੀ ਕਿ ਸਾਰੇ 6ਵੀਂ ਦਾ ਤਾਂ ਨੇ ABC ਪੜ੍ਹੀ ਹੈ, ਇਹ ਥੈਂਕਸ ਲਿਖ ਰਹੇ ਨੇ DGP ਰੈਂਕ ਦੇ ਬੰਦੇ। ਗੁਰੂ ਜੀ ਦੀ ਤੁਹਾਨੂੰ 1-2 ਗੱਲਾਂ ਦੱਸਦਾ ਕਿ ਤੁਹਾਨੂੰ ਸ਼ਾਇਦ ਪਤਾ ਹੋਵੇ। ਉਰੇ ਮੈਂ ਇੱਕ ਲੇਡੀ ਵੀ ਦੇਖੀ ਆਇਆ ਪੀਂਦੀ ਇਸ ਤਰ੍ਹਾਂ ਹੁਣੇ ਤੁਹਾਡੇ ਘਰ ਇੱਥੇ। ਗੁਰੂ ਜੀ ਬਹੁਤ ਸਿੰਪਲ ਸੀ। ਗੁਰੂ ਜੀ ਨੇ ਕਦੇ ਕਿਸੇ ਨੂੰ ਬਾਉਂਡ ਨਹੀਂ ਕੀਤਾ ਕਿ ਇਹ ਕੰਮ ਨਹੀਂ, ਐ ਨਹੀਂ ਹੈ ਕਿ ਐਂ ਪੀਣੀ ਹੈ ਚਾਹ ਇਸ ਤਰ੍ਹਾਂ ਥਾਲੀਆਂ ਚੱਟਣੀਆਂ ਨੇ ਜੀਭ ਨਾਲ, ਨਾ। ਗੁਰੂ ਜੀ ਬਹੁਤ ਸਰਲ ਸੀ। ਗੁਰੂ ਜੀ ਨੇ ਕਦੇ ਕਿਸੇ ਨੂੰ ਨਹੀਂ ਕਿਹਾ। ਗੁਰੂ ਜੀ ਅਕਸਰ ਆਪਾਂ ਘਰ 'ਚ ਕਹਿ ਦਿੰਦੇ ਵੀ ਝੂਠ ਨਹੀਂ ਛੱਡਣੀ ਚਾਹੀਦੀ, ਹਰ ਇੱਕ ਜਗ੍ਹਾ ਹੁੰਦਾ ਹੈ। ਪਰ ਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਤੁਸੀਂ ਥਾਲੀ ਵੀ ਸਾਲੀ ਐਂ ਚੱਟੀ ਜਾਓ। ਮੈਂ ਦੇਖਿਆ ਸੰਗਤ 'ਚ ਸਾਡੇ ਇੰਡੀਆ 'ਚ ਲੋਕ ਮੈਨੇ ਥਾਲੀ ਚੱਟਦੇ ਦੇਖੇ ਨੇ। ਉਹ ਮੈਂ ਕਿਹਾ ਕੀ ਕਰੀ ਜਾਂਦਾ ਤੂੰ ਇਹ?
ਉਦੋਂ ਤਾਂ ਗੁਰੂ ਜੀ ਜਿਉਂਦੇ ਹੁੰਦੇ ਸੀ। ਮੈਂ ਕੀ ਕਰੀ ਜਾਂਦਾ, ਤੂੰ ਸਾਲੀ ਨੂੰ ਖਾਣੀ ਆ ਇਹਨੂੰ ਸਾਲੇ ਨੂੰ ਹੈਂ? ਮੈਂ ਤੈਨੂੰ ਗੁਰੂ ਜੀ ਨੇ ਕਿਹਾ, ਕਹਿੰਦਾ ਨਾ। ਫਿਰ ਮੈਂ ਕਿਉਂ? ਕਹਿੰਦਾ ਸੰਗਤ ਕਹਿ ਰਹੀ ਹੈ ਇੱਥੇ ਜਿਹੜਾ ਸੇਵਾਦਾਰ, ਹੁਣ ਤਾਂ ਸੇਵਾਦਾਰ ਵੀ ਸਾਡੀ BSF ਬਣ ਗਈ, ਬਾਰਡਰ ਸਿਕਿਉਰਿਟੀ ਫੋਰਸ, ਉਹਨੇ ਨੇੜੇ ਲੱਗਣ ਦਿੰਦੇ ਸਹੁਰੇ, ਜਲਦੇ ਮੇਰੇ ਗੁਰੂ ਜੀ ਗਏ ਨੇ। ਫਿਰ ਦੂਸਰਾ ਪ੍ਰਸ਼ਾਦ, ਤੁਹਾਨੂੰ ਚਾਹ ਦੇਤੀ, ਮੈਂ ਅੱਗੇ ਫੜਾ ਦੇਣਾ, ਸਾਡੀ ਆਦਤ ਆਈ ਪਾਸ ਹੁਣ ਕਰ ਦਿਓ ਨਾ। BSF ਵਾਲੇ ਜਦੇ ਆ ਜਾਂਦੇ, ਥੋੜੀ ਸੋਚਾ ਕਿਰਪਾ ਗਈ, ਤੁਹਾਡੀ ਕਿਰਪਾ ਗਈ, ਇੱਧਰ ਆਓ। ਮੈਂ ਇੱਕ ਦਿਨ ਮੰਦਿਰ 'ਚ ਗਿਆ, ਮੈਂ ਇੱਧਰ ਆ ਬੈਠ, ਤੈਨੂੰ ਕਿਰਪਾ ਦਾ ਮਤਲਬ ਸੁਣਾਵਾਂ। ਤੈਨੇ ਪਤੀਲਾ ਚਾਹ ਦਾ ਬਣਾਇਆ? ਕਹਿੰਦਾ ਹਾਂਜੀ। ਚੀਨੀ ਪਾਤੀ ਉਸ 'ਚ? ਕਹਿੰਦਾ ਹਾਂਜੀ। ਮੈਂ ਉਹ ਚਾਹ ਤੂੰ 100 ਬੰਦੇ ਨੂੰ ਦੇਵੇਂਗਾ, ਕਿਸੇ 'ਚ ਘੱਟ ਕਿਸੇ 'ਚ ਵੱਧ ਜਾਊਗੀ ਚੀਨੀ? ਕਹਿੰਦਾ ਨਹੀਂ। ਫਿਰ ਮੈਂ ਕਿਹਾ ਕਿਰਪਾ ਕਿਵੇਂ ਚਲੀ ਜਾਊਗੀ ਦੱਸੀ? ਕਿਰਪਾ ਤਾਂ ਵੰਡਣ ਵਾਲੀ ਚੀਜ਼ ਹੁੰਦੀ ਹੈ, ਨਾ ਕਿ ਮੈਂ ਇਕੱਲਾ ਹੀ ਖਾ ਜਾ ਸਾਰੀ ਕਿਰਪਾ। ਬਿਲਕੁਲ, ਜੇ ਕਿਸੇ ਦਾ ਕਲਿਆਣ ਹੋ ਜੂ ਮੈਨੂੰ ਕੀ ਮਾੜਾ ਹੈ? ਠੀਕ ਹੈ। ਬਿਲਕੁਲ। ਤੇ ਹੁਣ ਜਿਹੜਾ ਮੇਰੇ ਕੋਲ ਪ੍ਰਸ਼ਾਦ ਪਿਆ ਹੈ ਗੁਰੂ ਜੀ ਦਾ 28 ਸਾਲ ਪਹਿਲਾਂ, ਇੰਨਾ ਪਿਆ ਹੈ, ਤੇ ਅਸੀਂ ਦਿੰਨੇ ਆ ਲੋਕਾਂ ਨੂੰ, ਮੇਰੀ ਕਿਰਪਾ ਚਲੀ ਗਈ, ਮੈਂ ਕਮਜ਼ੋਰ ਹੋ ਗਿਆ, ਮੈਂ ਤਾਂ ਵੱਧ ਰਿਹਾ। ਮੇਰੇ ਗੁਰੂ ਜੀ ਖੁਸ਼ ਹੋ ਰਹੇ ਨੇ ਵੀ ਦੇਖ ਮੇਰਾ ਭਗਤ ਕੀ ਕਰ ਰਿਹਾ ਹੈ। ਠੀਕ ਹੈ ਨਾ। ਫਿਰ ਆਂਟੀ ਅੰਕਲ, ਮੈਂ ਇਹ ਥੋੜੀਆਂ ਵੀਡੀਓ ਸੁਣੀਆਂ ਨੇ ਸਾਡੇ, ਥੋੜੀਆਂ ਨਹੀਂ ਮਤਲਬ ਸੰਗਤ ਦੀਆਂ ਸਾਡੀ। ਇੱਕ ਮਾਂ ਆਪਣੀ ਕੁੜੀ ਨੂੰ ਆਂਟੀ ਕਹਿ ਰਹੀ ਹੈ, ਦੱਸੋ ਤੇਰਾ ਭਲਾ ਹੋਵੇ ਸੌਰੀ ਹੈ। ਤੈਨੂੰ ਕਿਹਨੇ ਕਹਿੰਦੀ ਜੀ? ਗੁਰੂ ਜੀ ਨੇ ਹੁਕਮ ਕੀਤਾ ਆਂਟੀ ਅੰਕਲ ਕਹਿਣੇ। ਮੈਂ ਕਿਹਾ ਮੇਰੇ ਛਿੱਤਰ ਪੈ ਗਏ ਸੀ ਇੱਕ ਵਾਰੀ, ਮੈਂ ਕਿਸੇ ਕੁੜੀ ਨੂੰ ਕਹਿਤਾ ਆਂਟੀ 94 'ਚ, ਕਹਿੰਦੀ ਮੈਂ ਆਂਟੀ ਦਿਖਦੀ ਹਾਂ ਤੈਨੂੰ, ਤੇਰਾ ਭਲਾ। ਮੈਂ ਗੁਰੂ ਜੀ ਨੂੰ ਜਾ ਕੇ ਕਹਿੰਦੇ, ਗੁਰੂ ਜੀ ਕਹਿੰਦੇ ਤੇਰੇ ਤੇ ਕਿਹਾ ਕਿਉਂ ਸੀ ਫਿਰਦੇ ਨੇ? ਕਹਿੰਦੇ ਤਾਂ ਗੁਰੂ ਜੀ ਉਹ ਕਹਿੰਦੇ ਹੁੰਦੇ ਨੇ। ਕਹਿੰਦੇ ਤਾਂ ਮੈਂ ਕਹਿੰਦਾ ਆਂਟੀ ਅੰਕਲ ਹਰ ਇੱਕ ਨੂੰ। ਕਹਿੰਦੇ ਹੁਣ ਤੇਰੀ ਮਾਤਾ ਜੀ ਨੂੰ ਮੈਂ ਮਾਤਾ ਜੀ ਕਹਿਣਾ, ਕ੍ਰਿਸ਼ਨਾ ਨੂੰ ਕ੍ਰਿਸ਼ਨਾ ਕਹਿਣਾ, ਤੈਨੂੰ ਉਹੀ ਕਰਕੇ ਬੁਲਾਉਣਾ ਹੈ। ਮੈਂ ਕਦ ਕਿਹਾ ਵੀ ਆਂਟੀ ਕਹੋ, ਆਂਟੀ ਅੰਕਲ? ਇਹ ਹੁਣ ਰਿਵਾਜ ਪੈ ਗਿਆ, ਆਂਟੀ ਅੰਕਲ ਹੀ ਕਹੋ। ਆਪਣੀ ਘਰ ਵਾਲੀ ਨੂੰ ਵੀ ਆਂਟੀ ਕਹੋ। ਹੈ ਉਹ ਮਾਈਂਡ ਕਰ ਜੇ ਸੌਰੀ, ਮੈਂ ਤਾਂ ਹਲੇ ਧੌਲੇ ਵੀ ਨਹੀਂ, ਤੂੰ ਮੈਨੂੰ ਆਂਟੀ ਕਹਿ। ਤੇ ਇਸ ਕਰਕੇ ਚੱਕਰ 'ਚ ਪੈਣ ਦੀ ਲੋੜ ਨਹੀਂ। ਗੁਰੂ ਜੀ ਦੇ 110 ਵਚਨ, ਗੁਰੂ ਜੀ ਦਾ ਮੈਂ 110 ਵਾਰੀ ਕਦੇ ਬੋਲੇ ਹੀ ਨਹੀਂ, ਵਿਚਾਰੇ ਚੁੱਪ ਰਹਿੰਦੇ ਹੁੰਦੇ ਸੀ। ਗੁਰੂ ਜੀ ਬਹੁਤ ਚੁੱਪ ਰਹਿੰਦੇ ਹੁੰਦੇ ਸੀ, ਖਾਸ ਕਰਕੇ ਦਿੱਲੀ ਆ ਕੇ। ਤਾਂ ਕਦੇ ਨਹੀਂ ਗੁਰੂ ਜੀ ਨੇ ਕਿਹਾ ਵੀ ਮੈਂ ਤੁਹਾਡੇ ਸੰਗ ਰਹਿਣਾ, ਮੈਂ ਤੁਹਾਡੇ ਅੰਗ ਰਹਿਣਾ, ਮੈਂ ਤੁਹਾਡੇ ਪੁਰਾਣਾ ਰਹਿਣਾ ਫਲਾਣਾ। ਉਹ ਤਾਂ ਸਦਾ ਹੀ ਤੁਹਾਡੇ ਨਾਲ ਨੇ। ਜਿਹੜਾ ਤੁਸੀਂ ਭਾਵ ਠੀਕ ਰੱਖੋ, ਗੁਰੂ ਜੀ ਤੁਹਾਡੇ ਨਾਲ ਨੇ। ਮੱਥਾ ਟੇਕਣ ਦੀ ਵੀ ਲੋੜ ਨਹੀਂ, ਮੈਂ ਗਰੰਟੀ ਦਿੰਦਾ ਤੁਹਾਨੂੰ ਇਸ ਗੱਲ ਦੀ। ਹੁਣ ਕੀ ਮੈਨੂੰ 27 ਤਰੀਕ ਨੂੰ ਫੋਨ ਆਇਆ ਉੱਥੇ ਪਟਿਆਲੇ ਇੱਕ, ਮੈਂ ਨਹੀਂ ਜਾਣਦਾ ਬੰਦੇ ਨੂੰ, ਕੌਣ ਆ। ਮੈਂ ਕਹਿੰਦਾ ਆਪਸੇ ਬਾਤ ਕਰਨੀ ਹੈ। ਮੈਂ ਕਰੋ ਬੇਟੇ, ਗੱਲ ਪੁੱਛਣੀ ਆ। ਕਹਿੰਦਾ ਜੀ ਮੈਂ ਮੜੇ ਮੰਦਰ ਗਿਆ ਸੀ ਤੇ ਉੱਥੇ ਮੈਨੂੰ ਕਿਹਾ ਕਿ ਗੁਰੂ ਜੀ ਨੇ ਜਨਮ ਲੈ ਲਿਆ। ਮੈਂ ਬੇਟੇ ਉਹ ਜਿਹਨੇ ਤੈਨੂੰ ਕਿਹਾ ਉਹਦੇ ਨਾਲ ਮੇਰੀ ਗੱਲ ਕਰਾ ਜਰਾ, ਮੈਂ ਪੁੱਛਣਾ ਵੀ ਕਿਹੜੀ ਦਾਈ ਨੇ ਜੰਮਿਆ ਗੁਰੂ ਜੀ? ਮੈਂ ਗੁਰੂ ਜੀ ਗਏ ਕਾਸੀ, ਮੈਨੂੰ ਇਹ ਦੱਸ, ਜੰਮਣਗੇ ਤਾਂ ਗੁਰੂ ਜੀ ਕਦੇ ਗਏ ਹੁਣ? ਤੁਹਾਨੂੰ ਫਿਜ਼ੀਕਲੀ ਨਹੀਂ ਦਿਖਦੇ, ਬਸ ਇੰਨਾ ਹੀ ਫਰਕ ਹੈ ਬਸ। ਤੇ ਮੈਂ ਕਿਹਾ ਜੇ ਗੁਰੂ ਜੀ ਗਏ ਹੁੰਦੇ ਫਿਰ ਤੁਸੀਂ ਇੱਥੇ ਮੰਦਿਰ 'ਚ ਕੀ ਕਰਨ ਆਉਣੇ ਹੋ? ਸਾਡਾ ਆਹ ਕੰਮ ਬਣ ਗਿਆ, ਆਹ ਕੰਮ ਬਣ ਗਿਆ, ਇਹਦਾ ਮਤਲਬ ਗੁਰੂ ਜੀ ਦੇਰ। ਫਿਰ ਕਹਿੰਦਾ ਇੱਕ ਆਂਟੀ ਕਹਿ ਰਹੀ ਹੈ ਮੈਨੂੰ ਕਿ ਜੇ ਤੂੰ 5 ਵਾਰੀ ਪਰਕੰਮਿਆ ਕਰੇ ਨਾ ਇੱਥੇ, ਤੇਰੇ ਸਾਰੀ ਮਨੋਕਾਮਨਾ ਪੂਰੀ ਹੋ ਜੂਗੀ। ਮੈਂ ਕਿਹਾ ਬੇਟੇ ਮੈਂ ਤਾਂ ਇੱਕ ਵਾਰੀ ਆ ਕੇ ਗਿਆ ਗੁਰੂ ਜੀ ਤੋਂ ਬਾਅਦ ਇਸ ਮੰਦਿਰ 'ਚ, ਮੇਰੀ ਤਾਂ ਮਨੋਕਾਮਨਾ ਸਾਰੀ ਉਹ ਪੂਰੀ। ਪਹਿਲਾਂ ਤਾਂ ਮੇਰੀ ਕਾਮਨਾ ਹੀ ਨਹੀਂ ਹੈਗੀ, ਮੇਰਾ ਤਾਂ ਕੋਈ ਕੰਮ ਰੁਕ ਨਹੀਂ ਰਿਹਾ, ਮੈਂ ਤਾਂ ਘਰੇ ਜਪਦਾ ਗੁਰੂ ਜੀ ਨੂੰ ਬੈਠਾ ਮੌਜ ਨਾਲ। ਫਿਰ ਕਹਿੰਦਾ ਇੱਕ ਪੁਰਾਣੀ ਸੰਗਤ ਦੀ ਲੇਡੀ ਕਹਿ ਰਹੀ ਹੈ ਕਿ ਗੁਰੂ ਜੀ ਤਦ ਚਲੇ ਗਏ ਕਿ ਦਿੱਲੀ ਦੀ ਸੰਗਤ ਤੋਂ ਦੁਖੀ ਸੀ। ਉਹ ਕਾਕਾ ਮਾਂ ਤੂੰ ਪੜ੍ਹਿਆ ਲਿਖਿਆ ਤਾਂ ਹੋਏਗਾ? ਕਹਿੰਦਾ ਹਾਂ ਅੰਕਲ। ਮਾਂ ਫਿਰ ਤੂੰ ਬੜੇ ਮੰਦਿਰ ਕੀ ਕਰਨ ਜਾਣਾ ਜੇ ਗੁਰੂ ਜੀ ਦੁਖੀ ਹੋ ਗਏ ਚਲੇ ਗਏ ਤੁਹਾਡੇ ਤੋਂ? ਤੁਹਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ, ਆਰਾਧਨਾ ਪੂਰੀ ਹੁੰਦੀ ਹੈ ਤੁਹਾਡੀ, ਤਾਂ ਹੀ ਮੰਦਿਰ ਜਾਂਦੇ ਹੋ। ਠੀਕ ਹੈ। ਗੁਰੂ ਜੀ ਜੇ ਦੁਖੀ ਹੁੰਦੇ ਤਾਂ ਦਿੱਲੀ ਕਿਉਂ ਜਾਂਦੇ? ਗੁਰੂ ਜੀ ਨੇ ਦਿੱਲੀ ਦੀ ਸੰਗਤ ਦਾ ਕਲਿਆਣ ਕਰਨਾ ਸੀ। ਉਹਦਾ ਨਤੀਜਾ ਕੀ ਹੈ ਕਿ ਸਾਡੇ ਵਰਗੇ ਬੇਭਾਗਿਆਂ ਨੂੰ ਵੀ ਉਹ ਬੈਠੇ ਆ, ਅੰਕਲ ਸਾਡੇ ਭਾਈ ਸਾਹਿਬ ਮੈਨੂੰ ਨਹੀਂ ਜਾਣਦੇ ਇਹ ਵਿਚਾਰੇ, ਇਹਨਾਂ ਨੇ ਮੈਨੂੰ ਸਪੈਸ਼ਲੀ ਦਵਾਈ ਬੁਲਾਇਆ। ਹੋ ਸਕਦਾ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਹੋਵੇ ਕਿ ਵਿਜੇ ਅੰਕਲ ਤੇਰੇ ਜਿਹੜੀ ਆਪਣੀ ਆਇਆ ਨੂੰ ਮੈਂ ਹੀ ਭਗਤ ਆਇਆ, ਜਾ ਕੇ ਮੇਰੇ ਭਗਤ ਦੇਖ ਜਾ ਕੇ ਦਵਾਈ ਕਿੰਨੇ ਭਗਤ ਨੇ। ਤੁਸੀਂ ਗੁਰੂ ਜੀ ਨੂੰ ਮਿਲੇ ਨਹੀਂ, ਤੁਸੀਂ ਕਿੰਨੇ ਭਗਤ ਹੋ? ਮੇਰਾ ਖਿਆਲ ਹੈ ਕਿ ਅਸਲੀ ਭਗਤ ਤਾਂ ਤੁਸੀਂ ਹੋ, ਅਸੀਂ ਤਾਂ ਨਲਾਇਕ ਹੈ। ਸਹੀ ਗੱਲ ਦੱਸਦਾ ਮੈਂ ਗੱਲ ਉਹਨਾਂ ਦੇ ਘਰ ਵੀ ਦੇਖਿਆ, ਸਤਸੰਗ ਹੋਇਆ,
ਮੈਂ ਵਰਚੁਅਲੀ ਰੋ ਪਿਆ ਸੀ, ਮੈਂ ਕਿਹਾ ਯਾਰ ਐਸੀ ਸੰਗਤ ਮੈਂ ਤਾਂ ਦੇਖੀ ਨਹੀਂ, ਮੈਂ ਗੁਰੂ ਜੀ ਦੇ ਵੀ ਨਹੀਂ ਆਉਂਦੇ ਇਹੀ ਸੰਗਤ ਆ। ਤੁਸੀਂ ਗੁਰੂ ਜੀ ਨੂੰ ਦੇਖਿਆ ਨਹੀਂ, ਪਿਨ ਡ੍ਰੌਪ ਸਾਈਲੈਂਟ, ਸਾਰੇ ਧਿਆਨ ਨਾਲ ਸੁਣ ਰਹੇ ਨੇ। ਮੈਂ ਅੱਜ ਵੀ ਦੇਖਿਆ ਕੋਈ ਗੱਲਾਂ ਨਹੀਂ ਕਰ ਰਿਹਾ ਸੀ, ਤੁਸੀਂ ਚੱਲੋ ਸਾਡੇ ਨਾਲ ਪੰਜਾਬ 'ਚ, ਦਿੱਲੀ ਚਲੇ ਜਾਓ, ਚੁਗਲੀਆਂ ਕਰੀ ਜਾਣਗੇ। ਗੁਰੂ ਜੀ ਨੇ ਮੈਨੂੰ ਆਹ ਦਿੱਤਾ, ਗੁਰੂ ਜੀ ਮੈਨੂੰ ਰਾਤ ਸੁਪਨੇ 'ਚ ਦਿਖਾਈ ਦਿੱਤੇ, ਗੁਰੂ ਜੀ ਦਾ ਦੇਖੋ ਓਮ ਪਿਆ ਲਿਖਿਆ ਰੋਟੀ 'ਤੇ, ਐਂ ਕਰੀ ਜਾਂਦੇ ਗੱਲਾਂ। ਬਸ ਥੋੜੀ ਦੁਬਈ ਦੀ ਸੰਗਤ, ਮੇਰਾ ਖਿਆਲ ਹੈ ਕਿ ਪਾਰਟੀਕੂਲਰਲੀ ਮੈਂ ਤਾਂ ਜਿੱਥੇ ਸਤਸੰਗ ਕਰੂੰਗਾ ਤੁਹਾਨੂੰ ਜ਼ਰੂਰ ਯਾਦ ਕਰਿਆ ਕਰੂੰਗਾ, ਸਾਰੀ ਸੰਗਤ। ਸਹੀ ਗੱਲ ਦੱਸਦਾ ਮੈਂ ਕੁਛ ਸਿੱਖੇ ਚੱਲਿਆ ਇੱਥੋਂ ਦੁਬਈ ਤੋਂ, ਪਰਸੋਂ ਨੂੰ ਮੈਂ ਚਲੇ ਜਾਣਾ, ਪਰ ਮੈਂ ਨਰਿੰਦਰ ਭਾਈ ਸਾਹਿਬ ਦਾ ਸ਼ੁਕਰੀਆ ਦਾ ਬਹੁਤ ਕਰਕੇ ਜਾਊਂਗਾ ਕਿ ਮੈਨੂੰ ਗੁਰੂ ਜੀ ਨੇ ਤੁਸੀਂ ਬੁਲਾਇਆ, ਗੁਰੂ ਜੀ ਨੇ ਕਿਹਾ ਹੋਣਾ ਇਹਨਾਂ ਨੂੰ ਵੀ ਬੁਲਾ ਉਹਨੂੰ, ਦਿਖਾਤੇ ਨਜ਼ਾਰੇ ਕਿ ਦੁਬਈ ਵੀ 7 ਸਮੁੰਦਰ ਪਾਰ ਵੀ ਮੈਂ ਹੈਗਾ, ਬੈਠਾ ਹਾਂ, ਦੇਖ ਕਿੰਨੀ ਸੰਗਤ ਆ, ਜਾ ਕੇ ਦੇਖ ਲਾ। ਅਸੀਂ ਨਹੀਂ ਇੰਨਾ ਮਤਲਬ ਕਰਦੇ ਜਿੰਨਾ ਤੁਸੀਂ ਕਰਦੇ ਹੋ, ਸ਼ਰਧਾ ਨਾਲ। ਸ਼ਰਧਾ ਹੀ ਫਰਕ, ਕਿਉਂਕਿ ਗੁਰੂ ਜੀ ਸ਼ਰਧਾ ਦੇ ਭੁੱਖੇ ਨੇ। ਇੱਕ ਵਾਰੀ ਅਸੀਂ ਨਵੇਂ ਜਾਣ ਲੱਗੇ ਨਾ, ਜਦ ਗੁਰੂ ਜੀ ਨੂੰ ਬੇਰਾਂ ਦਾ ਬੜਾ ਸ਼ੌਕ ਸੀ, ਪਿਉਂਦੀ ਬੇਰ ਛੋਟੇ ਛੋਟੇ ਖਾਂਦੇ ਸੀ। ਗੁਰੂ ਜੀ ਅੰਬ ਬੜਾ ਚੂਪਦੇ ਸੀ, ਚੂਪਣ ਵਾਲਾ। ਤਾਂ ਅਸੀਂ ਬੇਰ ਲੈ ਗਏ ਮਲੇਰਕੋਟਲੇ ਤੋਂ 2-3 ਕਿਲੋ। ਮੈਂ ਕਿਹਾ ਚੱਲ ਯਾਰ ਗੁਰੂ ਜੀ ਨੂੰ ਖਾਂਦੇ ਨੇ, ਲੈ ਚੱਲਦੇ ਹਾਂ। ਉਹ ਜਦ ਜਾਂਦੇ ਮੈਂ ਟੈਕਸੀ 'ਚ ਉੱਥੇ ਡਰਾਈਵਰ ਨੂੰ ਕਹਿ ਤਾ, ਮੈਂ ਇੱਥੇ ਰੱਖ ਰਿਹਾ ਯਾਰ, ਗੁਰੂ ਜੀ ਨੇ ਨਹੀਂ ਬੇਰ ਬੂਰ ਖਾਣੇ ਆਪਣੇ, ਗੁਰੂ ਜੀ ਕੋਲ ਏਡੇ ਦੁਨੀਆ ਆਉਂਦੀ ਹੈ ਇੱਥੇ। ਤਾਂ ਗੁਰੂ ਜੀ ਨੇ ਕੀ ਲੀਲਾ ਰਚੀ ਕਿ ਮੈਂ ਬੈਠਾ ਸੀ ਇਸ ਤਰ੍ਹਾਂ ਹੀ, ਗੁਰੂ ਜੀ ਦੀ ਗੱਦੀ ਕੋਲੇ ਇੱਕ ਲੇਡੀ ਆਈ, ਅਖਬਾਰ ਦੇ ਲਿਫਾਫੇ 'ਚ ਇੰਨੇ ਕੁ ਬੇਰ, ਉਹ ਵੀ ਅੱਡਾ ਬੇਰ ਪਿਉਂਦੀ, ਮੈਂ ਰੱਖਤੀ। ਗੁਰੂ ਜੀ ਆਏ, ਗੁਰੂ ਜੀ ਨੇ ਲਿਫਾਫਾ ਚੱਕਿਆ, ਫਿਰ ਮੈਂ ਇੱਕ ਬੇਰ ਖਾਧਾ, ਫਿਰ ਬੰਨ ਕੇ ਮੇਰੇ ਦਿਲ 'ਚ ਆਇਆ, ਮੈਂ ਯਾਰ ਜੇ ਇਹਦੇ ਬੇਰ ਖਾ ਸਕਦੇ ਗੁਰੂ ਜੀ ਤਾਂ ਸ਼ਾਇਦ ਮੇਰੇ ਵੀ ਐਕਸੈਪਟ ਕਰ ਲਓ। ਮੈਂ ਜਦੇ ਮਿਸਿਜ਼ ਨੂੰ ਕਿਹਾ, ਮੈਂ ਡਰਾਈਵਰ ਨੂੰ ਕਿਹਾ ਬੇਰ ਲੈ ਕੇ ਆ, ਧੋ ਕੇ ਇੱਥੇ ਰੱਖ ਦੇ। ਫਿਰ ਧੋ ਕੇ ਕਟੋਰੇ 'ਚ ਰੱਖ ਕੇ ਗੁਰੂ ਜੀ ਦੇ ਅੱਗੇ ਰੱਖਤੇ, ਗੁਰੂ ਜੀ ਨੇ ਫਿਰ ਸਭ ਨੂੰ ਵੰਡੇ। ਇਹ ਗੁਰੂ ਜੀ ਭਾਵ ਦੇ ਭੁੱਖੇ ਨੇ। ਜੇ ਤੁਸੀਂ ਕਹੋਗੇ ਗੁਰੂ ਜੀ ਕੋਲੇ ਫੈਸ਼ਨੇਬਲ ਕੱਪੜੇ ਪਾ ਕੇ ਹੈਂਕੀ ਸ਼ੈਂਕੀ ਬਣ ਕੇ ਜਾਵਾਂਗੇ, ਪੈਸਾ ਦਿਖਾਵਾਂਗੇ, ਨੋ। ਫਿਰ ਗੁਰੂ ਜੀ ਕਹਿੰਦੇ ਸੀ ਆਪਣੀ ਮਾਇਆ ਔਰ ਆਪਣੀ ਅਕਲ ਬਾਹਰ ਰੱਖਦੇ, ਜੇ ਮੇਰੇ ਕੋਲੇ ਆਉਣਾ ਸਰਲ ਬਣ ਕੇ ਆਈ। ਚੀਫ ਮਿਨਿਸਟਰ ਇੱਕ ਵਾਰੀ ਬੇਅੰਤ ਸਿੰਘ 94 'ਚ ਸਕੈਨਿੰਗ ਹੋ ਰਹੀ ਸੀ ਗੁਰੂ ਜੀ ਦੇ ਮੰਦਿਰ ਦੀ ਬਾਹਰ। ਹੁਣ ਭਗਤ ਜਾ ਨਾ ਸਕਣ ਅੰਦਰ, ਸਵੇਰ ਜੇ ਦਾ ਟਾਈਮ ਸੀ 10-11 ਵਜੇ ਦਾ। ਤਾਂ ਗੁਰੂ ਜੀ ਬਾਹਰ ਨਿਕਲ ਆਏ, ਪੁਲਿਸ ਵਾਲਿਆਂ ਨੂੰ ਕਹਿੰਦੇ ਕੀ ਗੱਲ ਹੈ, ਕੀ ਕਰ ਰਹੇ ਹੋ ਤੁਸੀਂ? ਹੈ ਕਹਿੰਦੇ ਜੀ CM ਸਾਹਿਬ ਨੇ ਆਉਣਾ। ਕਿਹੜੇ CM ਨੇ? ਕਹਿੰਦੇ ਜੀ ਬੇਅੰਤ ਸਿੰਘ ਨੇ। ਕਹਿੰਦੇ ਜਾ ਕੇ ਉਹਨੂੰ ਕਹਿੰਦੇ ਵੀ ਜੇ ਤਾਂ ਬੇਅੰਤ ਸਿੰਘ ਨੇ ਆਉਣਾ ਫਿਰ ਤਾਂ ਆ ਜਾਏ ਇੱਥੇ ਮੰਦਿਰ 'ਚ, CM ਨਹੀਂ ਆ ਸਕਦਾ ਉਰੇ। ਇੱਦਾਂ ਕਰਦੇ ਹੁੰਦੇ ਸੀ। ਗੁਰੂ ਜੀ ਕੋਲੇ ਮੈਨੇ ਅੰਪਾਇਰ ਸਟੇਟ ਬੋਰ ਤਾਂ ਨਹੀਂ ਹੋ ਰਹੇ ਤੁਸੀਂ? ਨਹੀਂ ਆਪ ਕਰ 3 ਪ੍ਰਾਈਮ ਮਿਨਿਸਟਰ ਮੈਂ ਬੈਠੇ ਦੇਖੇ ਨੇ ਗੁਰੂ ਜੀ ਕੋਲ। ਗੁਰੂ ਜੀ ਨੇ ਕਦੇ ਕਿਸੇ ਨੂੰ VIP ਟ੍ਰੀਟਮੈਂਟ ਨਹੀਂ ਦਿੱਤਾ ਐਕਸੈਪਟ ਆਪਣੇ ਭਗਤ ਤੋਂ। ਆਪਣੇ ਭਗਤ ਨੂੰ ਗੇਟ ਤੱਕ ਛੱਡਣ ਆਉਂਦੇ ਸੀ ਗੁਰੂ ਜੀ। ਉਹਨਾਂ 'ਚ ਅਸੀਂ ਵੀ ਹਾਂ ਇੱਕ ਭਗਤ। ਸਾਨੂੰ ਨਹੀਂ ਪਤਾ ਹੁੰਦਾ ਸੀ ਵੀ ਗੁਰੂ ਜੀ ਕਿਉਂ ਆਉਂਦੇ ਨੇ। ਮੈਂ ਗੱਡੀ ਖੜਨੀ ਗੇਟ 'ਤੇ, ਗੱਲਾਂ ਮਾਰੀ ਜਾਣਾ ਇਸ ਤਰ੍ਹਾਂ ਖੜਾ ਕਰਕੇ। ਗੁਰੂ ਜੀ ਨੇ ਜਦ ਬੈਠਣ ਲੱਗੇ, ਹੁਣ ਕਦ ਆਉਂਗੇ? ਮੈਂ ਇਹਨੂੰ ਖਿਜਾ ਕਰਾਂ, ਮੈਂ ਕਿਹਾ ਯਾਰ ਮੈਂ ਮੁਲਾਜ਼ਮ ਬੰਦਾ। ਗੁਰੂ ਜੀ ਨੇ ਕੀ ਕਰਵਾਉਣਾ ਮੇਰੇ ਆਪਾਂ ਤੋਂ? ਹੁਣ ਥੋੜੇ ਗੱਡੀ 'ਚ ਬੈਠੇ ਨੇ, ਫਿਰ ਕਹਿੰਦੇ ਗੁਰੂ ਜੀ ਕਦ ਆਉਂਗੇ? ਹੁਣ ਮਹਿਸੂਸ ਹੁੰਦੀਆਂ ਗੱਲਾਂ। ਜਦ ਗੁਰੂ ਜੀ ਰੋਟੀ ਖਾਂਦੇ ਸੀ ਨਾ ਆਪਣੀ, ਤੁਹਾਨੂੰ ਮੈਂ ਸਹੀ ਗੱਲਾਂ ਸੁਣਾਉਣਾ। 95 'ਚ ਅਸੀਂ ਚਲੇ ਕਿਤੇ ਕਨਵੈਨਸ਼ਨ 'ਤੇ ਜਾਣਾ ਸੀ। ਗੁਰੂ ਜੀ ਨੂੰ ਜਾਣੀ ਜਾਣ 'ਤੇ ਵੀ ਆ ਗਏ ਉਹ। ਜਦ ਅਸੀਂ ਦੁਪਹਿਰੇ ਗਏ ਨਾ, ਮੱਥਾ ਟੇਕਿਆ, ਗੁਰੂ ਜੀ ਪਲੰਗ ਤੋਂ ਉੱਠੇ, ਆਪਣੀ ਗੱਦੀ ਤੋਂ ਉੱਠੇ, ਆਪਣੇ ਰੂਮ 'ਚ ਗਏ, ਪਲੰਗ ਤੋਂ ਐਂ ਚੱਕ ਕੇ ਥਾਲੀ ਲੈ ਕੇ ਆਏ, ਆਪਣੀ ਜੂਠੀ ਥਾਲੀ ਜਿਸ 'ਚ ਰੋਟੀ ਔਰ ਸਬਜ਼ੀ ਪਈ ਸੀ। ਕਹਿੰਦੇ ਲਓ ਖਾਓ ਤੁਸੀਂ, ਬਾਕੀ ਮੈਂ ਤੁਹਾਨੂੰ ਲਿਆ ਕੇ ਦਿੰਦਾ। ਗੁਰੂ ਜੀ ਸਾਨੂੰ ਆਪ ਰੋਟੀ ਖਿਲਾਉਂਦੇ ਹੁੰਦੇ ਸੀ। ਕਈ ਵਾਰੀ ਤਾਂ ਦਾਲ ਸਬਜ਼ੀ ਆਪ ਰਸੋਈ 'ਚ ਖੜ੍ਹ ਕੇ ਬਣਾਉਂਦੇ, ਫਿਰ ਖਿਲਾਉਂਦੇ। ਦੁੱਧ ਬੜਾ ਪੀਤਾ ਸੀ ਗੁਰੂ ਜੀ ਦਾ। ਰਾਤ ਨੂੰ ਕੋਕ ਪਾ ਕੇ ਗੁਰੂ ਜੀ ਦੁੱਧ ਪੀਂਦੇ ਹੁੰਦੇ ਸੀ। ਉਦੋਂ 45 ਰੁਪਏ ਦਾ ਡਾਲਾ ਆਉਂਦਾ ਹੁੰਦਾ ਸੀ ਸਾਰਾ। 90s ਦੀ ਗੱਲ ਕਰ ਰਹੇ ਹਾਂ। ਕੋਕ ਜੀ, ਕੋਕ। ਗੁਰੂ ਜੀ ਨੂੰ ਬਹੁਤ ਸ਼ੌਕ ਸੀ। ਫਿਰ ਰਾਤ ਨੂੰ ਗੁਰੂ ਜੀ ਗਲਾਸ, ਵੱਡਾ ਗਲਾਸ ਹੁੰਦਾ ਸੀ,
ਆਪ ਬਣਾਉਂਦੇ ਦੁੱਧ, ਮੈਨੂੰ ਕਹਿੰਦੇ ਕਿਲੋਮੀਟਰ ਵਾਲਾ ਪਿਲਾਉਂਗਾ ਅੱਜ ਤੈਨੂੰ, ਤੂੰਬਾ ਲੈ ਕੇ ਨਾ ਆਇਆ ਘੁੰਮਾਉਂਦੇ ਸੀ। ਫਿਰ ਇੱਕ ਗਲਾਸ ਆਪ, ਇੱਕ ਮੈਨੂੰ, ਫਿਰ ਆਪ ਸਿਪ ਕਰਕੇ ਮੈਨੂੰ ਕਹਿੰਦੇ ਲੈ ਪੀ ਲਾ ਹੋਰ। ਇੱਥੇ ਤੱਕ ਆ ਜਾਂਦਾ ਸੀ ਸਾਡੇ। ਫਿਰ ਸੁਣਾਉਂਦੇ ਵੀ ਹੁਣ ਸੋ ਜਾ ਭੱਜ ਜਾ। ਸਵੇਰੇ ਉੱਠਣਾ ਸਰਦੀਆਂ 'ਚ ਠੰਡੇ ਪਾਣੀ ਨਾਲ, ਕਦੇ ਅਸੀਂ ਪਹਿਲਾਂ ਗੋਡਿਆਂ 'ਤੇ ਸਿੱਟਿਆ ਕਰੀਏ, ਕਦੇ ਇੱਥੇ ਕਦੇ ਇੱਥੇ। ਗੁਰੂ ਜੀ ਕੋਲੇ ਗੀਜ਼ਰ ਨਹੀਂ ਸੀ ਲਾਊਡ, ਨਾ ਉਹ ਕੀ ਕਹਿੰਦੇ ਹੁੰਦੇ ਨੇ ਤੁਸੀਂ ਰੌੜ ਜੀ, ਨਾ ਨਹਾਉਣਾ ਪੈਂਦਾ ਸੀ। ਨਹਾ ਕੇ ਫਿਰ 5 ਵਜੇ ਅਸੀਂ ਧੂਪ ਬੱਤੀ ਕਰਨੀ, ਮੰਦਰ ਸਾਫ਼ ਕਰਨਾ। ਬਹੁਤ ਅੱਛੇ ਦਿਨ ਗੁਜ਼ਾਰੇ ਆ ਗੁਰੂ ਜੀ ਦੇ। ਸਿਆ ਗੁਰੂ ਜੀ ਨੂੰ ਤੁਸੀਂ ਨਾ ਭਾਵਨਾ ਨਾਲ, ਸਹੀ ਮਾਇਨੇ ਨਾਲ ਆਪਣੀ ਭਾਵ ਨੂੰ ਠੀਕ ਰੱਖ ਕੇ ਯਾਦ ਕਰਕੇ ਦੇਖੋ, ਗੁਰੂ ਜੀ ਤਾਂ ਤੁਹਾਡੇ ਜਿੱਥੇ ਕਹੋ ਉੱਥੇ ਆ ਜਾਣਗੇ, ਔਰ ਪੈਦਲ ਆਉਣਗੇ, ਕਾਰ 'ਚ ਵੀ ਨਹੀਂ ਆਉਂਦੇ। ਉਹਦਾ ਨਜ਼ਾਰੇ ਦਿਖਾਉਂਦੇ ਆਪਣੇ ਭਗਤਾਂ ਨੂੰ, ਤੁਹਾਨੂੰ ਖੁਸ਼ਬੂ ਦੇ ਦੇਣਗੇ, ਦੱਸ ਦੇਣਗੇ ਵੀ ਆਹ ਖੜਾ ਮੈਂ ਸੁੰਘ। ਤੁਹਾਨੂੰ ਪਤਾ ਗੁਰੂ ਜੀ ਦੇ ਪਿਸ਼ਾਬ 'ਚੋਂ ਵੀ ਚੰਦਨ ਕਸਤੂਰੀ ਦੀ ਖੁਸ਼ਬੂ ਆਉਂਦੀ ਸੀ। ਜਦ ਅਸੀਂ ਕੱਛਾ ਧੋਂਦੇ ਸੀ ਨਾ ਗੁਰੂ ਜੀ ਦਾ ਜਲੰਧਰ, ਮੈਂ ਉੱਪਰ ਸੁੱਕਣ ਪਾਉਣ ਜਾਂਦਾ, ਸੁੱਕਣਾ ਤਾਂ ਐਂ ਸੁੰਘਦੇ ਜਾਂਦੇ ਸੀ, ਮੂੰਹ ਨੂੰ ਲਾ ਲੈਂਦੇ ਸੀ, ਕਿਆ ਨਜ਼ਾਰਾ ਆ ਰਿਹਾ। ਹੁਣ ਵੀ ਪ੍ਰਸ਼ਾਦ 'ਚੋਂ, ਗੁਰੂ ਜੀ ਦੇ ਪ੍ਰਸ਼ਾਦ 'ਚੋਂ ਉੱਦਾਂ ਦੀ ਖੁਸ਼ਬੂ ਆਉਂਦੀ ਹੈ ਜਿਹੜਾ ਸਾਡੇ ਕੋਲ 28 ਸਾਲ ਪਹਿਲਾਂ ਪਿਆ। ਗਲਾਸ ਵੀ ਪਿਆ ਗੁਰੂ ਜੀ ਦੀ ਮੰਜੀ ਜਿੱਥੇ ਸੌਂਦੇ ਸੀ, ਮੰਜੀ ਛੋਟੀ ਬੜੀ ਮੰਜਾ। ਉਹ ਗੁਰੂ ਜੀ ਨੇ ਜਾਣ ਤੋਂ ਪਹਿਲਾਂ ਬਾਪੂ ਜੀ ਨੂੰ ਆਪਣੇ ਨੂੰ ਕਹਿਤਾ ਸੀ ਵੀ ਆਂਟੀ ਨੂੰ ਦੇ ਦੇ ਸਾਰਾ ਕੁਛ। ਉਹ ਫਿਰ ਸਾਰਾ ਕੁਛ ਉੱਥੇ ਛੱਡ ਗਏ ਸਾਡੇ ਕੋਲੇ। ਗੁਰੂ ਜੀ ਕੌਡੀਆਂ ਖੇਡਦੇ ਹੁੰਦੇ ਸੀ, ਉਹ ਵੀ ਸਾਡੇ ਕੋਲੇ ਪਈਆਂ। ਗੁਰੂ ਜੀ ਦੀਆਂ ਕਿਤਾਬਾਂ ਵੀ ਪਈਆਂ ਨੇ, ਬਹੁਤ ਕੁਛ ਪਿਆ ਸਾਡੇ ਕੋਲ। ਗੁਰੂ ਜੀ ਦੀਆਂ ਪੋਸ਼ਾਕਾਂ, ਗੁਰੂ ਜੀ ਦੀਆਂ ਜਰਾਬਾਂ, ਗੁਰੂ ਜੀ ਮੈਨੂੰ ਕੱਪੜੇ ਦਿੰਦੇ ਹੁੰਦੇ ਸੀ ਪਾਉਣ ਨੂੰ ਜਿਹੜੇ ਆਪਣੇ, ਉਹ ਵੀ ਫਿਰ ਰੱਖਦੇ ਅਸੀਂ। ਫਿਰ ਤੁਹਾਨੂੰ ਇੱਕ ਹੋਰ ਸੁਣਾਉਣਾ, ਇੱਕ ਦੋ ਸਤਸੰਗ ਜਿਹੜੇ ਯਾਦ ਆਈ ਜਾਂਦੇ ਨੇ, ਕਿਉਂਕਿ ਹਜ਼ਾਰਾਂ ਹੀ ਸਤਸੰਗ ਨੇ। ਇੱਕ ਜਲੰਧਰ ਪ੍ਰਮੋਦ ਅਗਰਵਾਲ ਕਰੋੜਾਂਪਤੀ ਬੰਦਾ ਸੀ, ਘਾਟੇ ਪੈ ਗਏ ਉਹਨੂੰ। ਉਹ ਆ ਕੇ ਗੁਰੂ ਜੀ ਨੂੰ ਕਹਿੰਦਾ, ਗੁਰੂ ਜੀ ਮੇਰੇ ਘਰ ਚਰਨ ਪਾਇਆ। ਉਹਦਾ ਮਹਿਲ ਸੀ। ਗੁਰੂ ਜੀ ਨੇ 10-15 ਬੰਦੇ ਸੰਗਤ ਦੇ ਲਿੱਤੇ, ਕਹਿੰਦੇ ਚੱਲ ਅੰਕਲ ਚੱਲੀਏ। ਚਲੇ ਗਏ ਜੀ। ਉਹਦੇ ਇਸ ਤਰ੍ਹਾਂ ਡਰਾਇੰਗ ਰੂਮ 'ਚ ਬੈਠੇ, ਗੁਰੂ ਜੀ ਸੋਫੇ 'ਤੇ ਬੈਠ ਗਏ, ਮੈਂ ਗੁਰੂ ਜੀ ਦੇ ਨਾਲ ਬੈਠ ਗਿਆ, ਸੰਗਤ ਇਸ ਤਰ੍ਹਾਂ ਬੈਠੀ ਹੈ। ਤਾਂ ਗੁਰੂ ਜੀ ਨੇ ਇਸ ਤਰ੍ਹਾਂ ਜਦ ਹੱਥ ਕੀਤਾ ਨਾ, ਮੈਂ ਕਿਹਾ ਵੀ ਪ੍ਰਸ਼ਾਦ ਦੇਣਗੇ ਗੁਰੂ ਜੀ ਕਿਸੇ ਨੂੰ। ਜਦ ਇਸ ਤਰ੍ਹਾਂ ਹੱਥ ਕੀਤਾ ਤਾਂ ਗੁਰੂ ਜੀ ਦੇ ਹੱਥ 'ਚ ਪੇੜਾ ਆ ਗਿਆ ਵੱਡਾ ਸਾਰਾ। ਉਹਨੂੰ ਅਗਰਵਾਲ ਨੂੰ ਬੁਲਾ ਕੇ ਕਹਿੰਦੇ ਲੈ ਫੜ। ਉਹਨੇ ਪ੍ਰਸ਼ਾਦ ਲਿੱਤਾ ਤੇ ਮੈਨੂੰ ਕਹਿੰਦੇ ਮੇਰਾ ਹੱਥ ਚੱਟੀ ਜਾ। ਮੈਂ ਬੱਚਿਆਂ ਦੀ ਤਰ੍ਹਾਂ ਹੱਥ ਚੱਟ ਰਿਹਾ ਗੁਰੂ ਜੀ ਦਾ, ਐਂ ਅਜੀਬ ਨਾਲ, ਜਿਵੇਂ ਕੱਟਾ ਰੰਗ ਚੱਕਰ ਕਰਦਾ ਹੁੰਦਾ ਨਾ, ਇਸ ਤਰ੍ਹਾਂ ਚੱਟੀ ਗਿਆ। ਪਰ ਥੋੜ੍ਹੀ ਦੇਰ ਬਾਅਦ ਗੁਰੂ ਜੀ ਨੇ ਟਾਵਲ ਲਿੱਤਾ, ਹੱਥ ਸਾਫ਼ ਕੀਤੇ। ਮੈਨੂੰ ਕਹਿੰਦੇ ਤੇਰੀ ਜ਼ਿੰਦਗੀ ਵਧੀਆ, ਕਿਹਦੀ ਵਧੀਆ? ਮੈਂ ਗੁਰੂ ਜੀ ਮੇਰੀ ਵਧੀਆ ਜ਼ਿੰਦਗੀ, ਮੈਂ ਤੁਹਾਡੇ ਨਾਲ ਨਜ਼ਾਰੇ ਲੈ ਰਿਹਾ ਬੈਠਾ ਚਰਨਾਂ 'ਚ। ਕਹਿੰਦੇ ਦੇਖ ਇਹ ਉਹਦੀ ਵਾਈਫ ਹੈ। ਮੈਂ ਜਦ ਦੇਖਿਆ ਮੈਂ ਕਿਹਾ ਅੱਛਾ ਗੁਰੂ ਜੀ। ਕਹਿੰਦੇ ਬਿਲਕੁਲ ਬਲਾਈਂਡ ਹੈ। ਵੀ ਹੋਊਗੀ, ਮੈਂ ਇਹ ਨਹੀਂ ਕਿਹਾ ਵੀ ਗੁਰੂ ਜੀ ਲੱਗਦੀ ਨਹੀਂ ਹੈਗੀ, ਲੱਗਦੀ ਨਹੀਂ ਸੀ। ਸਾਰੀ 30 ਸਾਲ ਦੀ ਕੁੜੀ ਸੀ ਉਹ। ਉਹਨੇ ਗੁਰੂ ਜੀ ਦੇ ਪੈਰੀ ਹੱਥ ਨਹੀਂ ਲਾਏ। ਅਸੀਂ ਅੰਦਰ ਚਲੇ ਗਏ ਉਹਦੇ ਮਹਿਲ 'ਚ, ਉਹਨੇ ਸਾਰਾ ਦਿਖਾਇਆ, ਸਵਿਮਿੰਗ ਪੂਲ ਫਲਾਣਾ। ਮੈਨੂੰ ਪਿਸ਼ਾਬ ਆ ਗਿਆ ਜੀ। ਮੈਂ ਬਾਥਰੂਮ ਵੜ ਗਿਆ, ਦੇਖਾਂ ਸਾਰਿਆਂ ਦੇ ਟੈਲੀਫੋਨ ਲੱਗੇ ਹੋਏ ਬਾਥਰੂਮਾਂ 'ਚ। ਮੈਂ ਕਿਹਾ ਯਾਰ ਇਹ ਤਾਂ ਬੜਾ ਅਮੀਰ ਆਦਮੀ ਆ, ਅਸੀਂ ਤਾਂ ਪਿੰਡੂ ਬੰਦੇ, ਅਸੀਂ ਤਾਂ ਨੋਰਮਲ ਬਾਥਰੂਮਾਂ 'ਚ ਰਹਿੰਦੇ ਹਾਂ। ਅੱਛਾ ਜਦੋਂ ਮੈਂ ਬਾਹਰ ਨਿਕਲਿਆ, ਗੁਰੂ ਜੀ ਕੋਲੇ ਆ ਕੇ ਖੜ੍ਹ ਗਿਆ। ਗੁਰੂ ਜੀ ਨੇ ਐਂ ਕੀਤਾ, ਮਾਰੀ ਸਾੜੀ ਚੱਕ ਕੇ ਪੈਕਟ। ਮੈਂ ਸਾੜੀ ਚੱਕੀ, ਮੈਨੂੰ ਕਹਿੰਦੇ ਆਂਟੀ ਨੂੰ ਫੜਾ ਦੇ, ਪ੍ਰਸ਼ਾਦ ਦੇ ਦੇ ਉਹਦੀ ਮਿਸਿਜ਼ ਨੂੰ। ਪਹਿਲਾਂ ਤਾਂ ਮੈਂ ਸੁੰਘੀ ਸਾੜੀ, ਖੁਸ਼ਬੂ ਲਪਟਾਂ ਗੁਰੂ ਜੀ ਦੀਆਂ। ਫਿਰ ਮੈਂ ਮਿਸਿਜ਼ ਨੂੰ ਦੇਤੀ, ਮੈਂ ਉਹਨਾਂ ਨੂੰ ਦੇ ਦੇ ਆਂਟੀ ਨੂੰ ਪ੍ਰਸ਼ਾਦ ਦਿੱਤਾ ਗੁਰੂ ਜੀ ਨੇ, ਉਹਨੂੰ ਫੜਾ। ਫਿਰ ਵੀ ਉਹਨੇ ਮੱਥਾ ਨਹੀਂ ਟੇਕਿਆ। ਸਾਨੂੰ ਉਸ ਬੰਦੇ ਨੇ ਚਾਂਦੀ ਦੀਆਂ ਸਾਰੇ ਬਰਤਨ ਚਾਂਦੀ ਦੇ ਸੀ, ਚਮਚ ਤੱਕ ਜਿੱਥੇ ਕੜਾਏ ਸੀ। ਪਰ ਗੁਰੂ ਜੀ ਚਾਂਦੀ ਦੇ ਬਰਤਨਾਂ 'ਚ ਨਹੀਂ ਖਾਂਦੇ ਸੀ, ਚਾਹੇ ਸੋਨੇ ਦੇ ਧਰ ਦਿਓ। ਜੇ ਧਰ ਵੀ ਦਓਗੇ ਥੋੜ੍ਹਾ ਦਿਲ ਰੱਖਣ ਵਾਸਤੇ ਰੱਖ ਲੈਣਗੇ, ਪਰ ਹੱਥ 'ਤੇ ਰੋਟੀ, ਉੱਪਰ ਸਬਜ਼ੀ, ਇਸ ਤਰ੍ਹਾਂ ਖਾਂਦੇ ਸੀ। ਸੋ ਸਿੰਪਲ। ਤੇ ਆ ਜਿਹੜੇ ਪਕੌੜੇ ਖਿਲਾਏ ਨੇ, ਅੱਜ ਮੈਂ ਖਾ ਰਿਹਾ ਸੀ ਪਕੌੜੇ, ਮੈਨੂੰ ਬੜਾ ਯਾਦ ਆ ਰਿਹਾ ਸੀ। ਮੈਂ ਕਿਹਾ ਮੇਰੇ ਗੁਰੂ ਜੀ ਖਾਂਦੇ ਹੁੰਦੇ ਸੀ। ਕੱਲ੍ਹ ਸਮੋਸਾ ਖਾਧਾ, ਜਲੇਬੀ ਖਾਧੀ, ਮੇਰੇ ਤੋਂ ਖਾਈ ਨਾ ਗਈ। ਮੈਂ ਕਿਹਾ ਯਾਰ ਚੱਲ ਮੈਂ ਠਹਿਰ ਕੇ ਖਾਊਂਗਾ, ਮੇਰਾ ਪੇਟ ਜਾ ਥੋੜ੍ਹਾ ਸੀ। ਫਿਰ ਅੱਜ ਸਵੇਰੇ ਖਾਧੀ ਹੈ ਮੈਨੇ। ਗੁਰੂ ਜੀ ਜਲੇਬੀਆਂ ਦੇ ਵੀ ਬੜੇ ਸ਼ੌਕੀਨ ਸੀ। ਜੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਸੀ ਨਾ, ਵੀ ਗੁਰੂ ਜੀ ਮੈਨੂੰ ਸ਼ੂਗਰ ਹੋ ਗਈ, ਉਹਨੂੰ ਪਹਿਲਾਂ ਹੀ ਕਹਿੰਦੇ ਸੀ, ਕਹਿੰਦੇ ਕਿਲੋ ਜਲੇਬੀਆਂ ਮੰਗਵਾ ਲਾ। ਫਿਰ ਜਲੇਬੀਆਂ ਮੰਗਵਾ ਲਈਆਂ, ਅੱਧਾ ਕਿਲੋ, ਉਹਨੂੰ ਕਹਿੰਦੇ ਲੈ ਖਾ ਹੁਣ। ਜੇ ਤਾਂ ਉਹਨੇ ਖਾ ਲਈਆਂ ਫਿਰ ਤਾਂ ਉਹਦਾ ਕਲਿਆਣ ਹੈ। ਜੇ ਉਹਦੇ ਦਿਮਾਗ 'ਚ ਆ ਗਈ ਵੀ ਸਾਡੀ ਸ਼ੂਗਰ ਹੋਰ ਹੋਊਗੀ, ਫਿਰ ਨਹੀਂ, ਫਿਰ ਇਲਾਜ ਕੋਈ ਨਹੀਂ।
ਮੇਰੀ ਮਿਸਿਸ ਨੂੰ ਕੈਂਸਰ ਹੋ ਗਈ ਸੀ, ਉਹ ਠੀਕ ਕੀਤੀ ਗੁਰੂ ਜੀ ਨੇ, ਹੈ ਨੀ। ਏਮਸ ਦਾ ਡਾਕਟਰ ਬੈਠਾ ਜੀ ਦਿੱਲੀ, ਕਹਿੰਦੇ ਸ਼ਰਮਾ ਜੀ ਜਾ ਇਹਨੂੰ ਚੈੱਕਅਪ ਕਰਾ ਕੇ ਆ। ਆਂਟੀ ਦਾ ਵਹਿਮ ਆ, ਕਹਿੰਦਾ ਵਹਿਮ ਵੀ ਕਰਦੀ ਆ ਥੋੜ੍ਹਾ ਜਿਹਾ। ਦਿਖਾਇਆ, ਉਹ ਸ਼ਰਮਾ ਕਹਿੰਦਾ ਜਦ ਰਿਪੋਰਟਾਂ ਆਈਆਂ, ਕਹਿੰਦਾ ਭੈਣ ਜੀ, ਕਹਿੰਦਾ ਮੈਂ ਤਾਂ 100% ਕਹਿੰਦਾ ਵੀ ਕੈਂਸਰ ਸੀ, ਪਰ ਇੱਥੇ ਰਿਪੋਰਟਾਂ ਤਾਂ ਬਿਲਕੁਲ ਠੀਕ ਨੇ। ਉਹ ਇੱਦਾਂ ਦਾ ਜਲਵੇ ਦਿਖਾਉਂਦੇ ਸੀ। 94 'ਚ ਇਹ ਬਿਲਕੁਲ ਮੈਂਟਲ ਹੋ ਗਈ। ਅਸੀਂ ਘਬਰਾਏ ਹੋਏ ਸਾਰੇ। ਤਾਂ ਗੁਰੂ ਜੀ ਦਾ ਮੈਨੂੰ ਫੋਨ ਆਇਆ। ਸਾਡੇ ਕੋਲੇ ਉਦੋਂ ਉਹ ਟਿਕ ਜੇ ਫੋਨ ਹੁੰਦੇ ਜਿਹੜੇ ਪਿੰਡਾਂ 'ਚ ਹੁੰਦੇ ਨੇ। ਆਂਟੀ ਕਿੱਥੇ ਹੈ? ਮੈਂ ਗੁਰੂ ਜੀ ਆਪਣੀ ਮੰਮੀ ਕੋਲੇ ਆ, ਬਿਮਾਰ ਬਹੁਤ ਹੈ। ਸਵੇਰੇ ਹੀ 12 ਵਜੇ ਮੇਰੇ ਕੋਲ ਲਿਆ। ਮੈਂ ਗੱਡੀ ਟੈਕਸੀ ਕੀਤੀ, ਜਿਹਨੂੰ ਲੈ ਗਿਆ ਉੱਥੇ। ਗੁਰੂ ਜੀ ਨੇ ਕੋਈ ਸੰਗਤ ਨਹੀਂ ਅਟੈਂਡ ਕੀਤੀ ਉਸ ਦਿਨ। ਕਹਿੰਦੇ ਮੈਂ ਆਪਣੀ ਆਂਟੀ ਨੂੰ ਠੀਕ ਕਰਨਾ। ਰਾਤ ਨੂੰ 12 ਵਜੇ ਸਾਨੂੰ 4 ਕਿਲੋਮੀਟਰ ਗੁਰੂ ਜੀ, 4 ਕਿਲੋਮੀਟਰ ਇਹ, 4 ਕਿਲੋਮੀਟਰ ਮੈਂ ਐ ਤੁਰਾ ਕੇ ਸੈਰ ਕਰਾ ਕੇ ਕਹਿੰਦੇ ਹੁਣ ਜਾ, ਦੇਖ ਕਰਤੀ ਟੱਲੀ ਵਰਗੀ। ਇਹ ਸ਼ਕਤੀ ਮੇਰੇ ਗੁਰੂ ਜੀ ਦੀ। ਗੁਰੂ ਜੀ ਆਰਡੀਨਰੀ ਸਾਧ ਨਹੀਂ ਸੀ ਜਿਹੜੇ ਪੁੱਛਾ ਦਿੰਦੇ ਸੀ। ਤੁਸੀਂ ਦੇਖੇ ਨਹੀਂ, ਅਸੀਂ ਦੇਖੇ ਆ ਕਿ ਆਮ ਸਾਧੂ ਲੋਕ ਜਿਹੜੇ ਸਤਸੰਗ ਕਰਦੇ ਨੇ। ਮੈਂ ਤੁਹਾਨੂੰ ਨਵੀਂ ਚੀਜ਼ ਸੁਣਾਉਣਾ ਹੈ, ਕਿਸੇ ਨੇ ਨੋਟ ਨਹੀਂ ਕੀਤੀ ਹੋਣੀ ਮੇਰੇ ਗੁਰੂ ਜੀ ਦੀ। ਗੁਰੂ ਜੀ ਨੇ ਕਦੇ ਆ ਕੇ ਮੱਥਾ ਧੂਪ ਬੱਤੀ ਨਹੀਂ ਕੀਤੀ। ਮੰਦਿਰ 'ਚੋਂ ਨਿਕਲਦੇ ਸੀ, ਆ ਕੇ ਮੈਨੂੰ ਕਹਿੰਦੇ ਸੀ ਅੱਜ ਬੜਾ ਸਵਾਦ ਆਇਆ। ਮੈਂ ਗੁਰੂ ਜੀ ਕਾਹਦਾ? ਕਹਿੰਦਾ ਅੱਜ ਪਾਠ ਕਰਕੇ ਬੜਾ ਨਜ਼ਾਰਾ ਆਇਆ। ਸ਼ਿਵ ਜੀ ਕਹਿ ਰਹੇ ਨੇ ਮੈਨੂੰ, ਭਗਵਾਨ ਸ਼ੰਕਰ। ਉਹ ਇਸ ਕਰਕੇ ਨਹੀਂ ਟਿਕਦੇ ਕਿਉਂਕਿ ਆਪੇ ਭੋਲੇਨਾਥ ਸੀ। ਉਹ ਗੁਰੂ ਜੀ ਸ਼ਿਵ ਸ਼ੰਕਰ ਆਪੇ ਸੀ। ਅਸੀਂ ਤਾਂ ਆਪਣਾ ਦੇਖਿਆ ਨਾ ਸਾਰਾ ਕੁਛ ਗੁਰੂ ਜੀ ਦਾ। ਤੇ ਇਸ ਕਰਕੇ ਇਹ ਤੁਹਾਡੇ ਤੇ ਕਿਰਪਾ ਹੋ ਰਹੀ ਹੈ ਗੁਰੂ ਜੀ ਦੀ, ਸ਼ਿਵ ਸ਼ੰਕਰ ਦੀ, ਕਿ ਮੇਰੇ ਭਗਤ ਦੇਖ ਕੇ ਆ ਜਾਂ ਦੁਬਈ ਜਾ। ਮੈंने ਦੁਬਈ ਸੁਪਨੇ 'ਚ ਨਾ ਦੇਖਿਆ। ਮੇਰੇ ਪੈਸੇ ਵੀ ਉਹਨਾਂ ਨੇ ਰਿੰਦਰ ਅੰਕਲ ਨੇ ਭੇਜਿਆ ਟਿਕਟ ਮੈਨੂੰ। ਦੇਖੋ ਪਤਾ ਨਹੀਂ ਮੇਰੇ ਮੂੰਹ 'ਚੋਂ ਕਿਵੇਂ ਹਾਂ ਨਿਕਲ ਗਈ, ਕਿਵੇਂ ਆ ਰਿਹਾ ਜੀ। ਮੈਨੂੰ ਕੋਈ ਇਹ ਲਾਲਚ ਨਹੀਂ ਸੀ, ਪਰ ਮੈਂ ਇਹਨਾਂ ਦੀ ਪਿਆਰ ਦੀ, ਮੈਂ ਕਿਹਾ ਵੀ ਪਤਾ ਨਹੀਂ ਗੁਰੂ ਜੀ ਦਾ ਕੀ ਆਦੇਸ਼ ਹੋਇਆ, ਤੂੰ ਜਾ। ਮੇਰੇ ਗੋਡੇ ਬੰਨੇ ਹੋਏ ਨੇ ਦੇਖੋ ਹੁਣ ਵੀ, ਮੈਂ ਘੱਟ ਚੱਲ ਸਕਦਾ। ਪਰ ਮੈਂ ਕਦੇ ਗੁਰੂ ਜੀ ਨੂੰ ਸ਼ਿਕਾਇਤ ਨਹੀਂ ਕੀਤੀ ਵੀ ਗੁਰੂ ਜੀ ਗੋਡੇ ਠੀਕ ਕਰ ਦਿਓਗੇ ਨਾ। ਕੀ ਪਤਾ ਮੇਰੇ ਕਿਹੜੇ ਕਰਮ ਕੱਟ ਰਹੇ ਨੇ। ਉਹ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ ਹੋਰ। ਇਹ ਵੀ ਬਹੁਤ ਅੱਛੀ ਗੱਲ ਹੈ। ਤੇ ਇਸ ਕਰਕੇ ਗੁਰੂ ਜੀ ਨੂੰ ਪਿਆਰ ਕਰੋ, ਕੋਈ ਚੀਜ਼ ਮੰਗੋ ਨਾ। ਗੁਰੂ ਜੀ ਨੇ ਤੁਸੀਂ ਧਿਆਓ, ਦੇਖੋ ਤੁਹਾਨੂੰ ਚੀਜ਼ਾਂ ਦਾ ਕੋਈ ਬੜੀਆਂ ਚੀਜ਼ਾਂ ਨਹੀਂ ਹੁੰਦੀਆਂ ਹੈ, ਇਹ ਤਾਂ ਇੱਥੇ ਹੀ ਰਹਿ ਜਾਣੀਆਂ ਨੇ। ਇਹ ਤੁਹਾਨੂੰ ਗੁਰੂ ਜੀ ਨੇ ਦਿਖਾਤਾ ਕਿ ਮੈਂ ਸਭ ਨੂੰ ਚੀਜ਼ਾਂ ਹੁਣ ਵੀ ਦਿੰਦਾ, ਪਰ ਮੈਂ ਨਹੀਂ ਹੈ ਤੁਹਾਡੇ ਵਿੱਚ। ਦੇਖ ਲਓ ਗੁਰੂ ਜੀ ਵੀ ਨਾਲ ਨਹੀਂ ਲੈ ਕੇ ਗਏ ਕੁਛ। ਗੁਰੂ ਜੀ ਨੇ ਐਡਾ ਬੜਾ ਮੰਦਰ, ਕਿਸੇ ਨੇ ਦੇਖਿਆ ਹੋਣਾ ਬੜਾ ਮੰਦਰ। ਗੁਰੂ ਜੀ ਇੱਕ ਦਿਨ ਨਹੀਂ ਠਹਿਰੇ ਉੱਥੇ, ਇੱਕ ਰਾਤ ਵੀ। ਸ਼ਾਇਦ ਤੁਹਾਨੂੰ ਪਤਾ ਹੋਵੇ ਜਿਹੜੇ ਗਏ ਨੇ ਉੱਥੇ। 2006 'ਚ ਮੈਂ ਗੁਰੂ ਜੀ ਨੂੰ ਕਿਹਾ, ਮੈਂ ਗੁਰੂ ਜੀ ਬੜੇ ਮੰਦਰ ਚੱਲੋ ਹੁਣ, ਮੈਂ ਅਸੀਂ ਵੀ ਡੇਰਾ ਲਾ ਲਈਏ ਉੱਥੇ। ਕਹਿੰਦੇ ਤੈਨੂੰ ਕੀ ਪਤਾ, ਮੈਂ ਕੋਈ ਪੁਜਾਰੀ ਹਾਂ, ਇਹ ਤਾਂ ਸੰਗਤ ਵਾਸਤੇ ਬਣਾਇਆ। ਗੁਰੂ ਜੀ ਕਹਿੰਦੇ ਹੁੰਦੇ ਸੀ ਵੀ ਜਦ ਮੈਂ ਦੇਖੀ ਦਿੱਲੀ ਜਾ ਕੇ 4-4 ਕਿਲੋਮੀਟਰ ਦੀਆਂ ਲਾਈਨਾਂ ਲੱਗਿਆ ਕਰਨੀਆਂ, ਪਰ ਦੱਸਦੇ ਨਹੀਂ ਹੁੰਦੀ ਮੈਂ ਵੀ ਚਲੇ ਜਾਣਾ। ਜਦ ਗੁਰੂ ਜੀ ਪੂਰੇ ਹੋਏ ਨਾ 2 ਦਿਨ ਪਹਿਲਾਂ, ਮੈਂ ਗੁਰੂ ਜੀ ਕੋਲੇ ਸੀ, ਮੈਂ ਆਰੰਟੀ। ਤੇ ਅਸੀਂ ਆਉਣ ਲੱਗੇ ਤਾਂ ਮੈਨੂੰ ਕਹਿੰਦੇ ਯਾਰ ਇੱਕ ਰਾਤ ਹੋਰ ਠਹਿਰ ਜਾ। ਮੈਂ ਠਹਿਰ ਜਾਂਦੇ ਹਾਂ ਗੁਰੂ ਜੀ। ਦੂਜੇ ਦਿਨ 12 ਵਜੇ ਸਾਨੂੰ ਤੁਰਨ ਲੱਗੇ ਗੁਰੂ ਜੀ। ਇਹ ਜੱਫੀ ਪਾਉਣ ਲੱਗੀ ਗੁਰੂ ਜੀ ਨੂੰ। ਸਾਡੀ ਗੁਰੂ ਜੀ ਨਾਲ ਇਹੀ ਸੀ ਪਿਆਰ ਕਿ ਜੱਫੀ ਪਾਉਣੀ ਹੈ ਕਿਸ ਕਰਨਾ ਹੈ, ਦੋਨਾਂ ਦਾ। ਉਸ ਦਿਨ ਜੱਫੀ ਨਹੀਂ ਪਾਈ ਸਾਡੇ ਨਾਲ। ਇਹ ਜਿੱਦ ਕਰਨ ਲੱਗੀ। ਮੈਂ ਗੁੱਸੇ ਹੋਇਆ। ਮੈਂ ਗੁਰੂ ਜੀ ਤਾਂ ਤੈਨੂੰ ਗੁਰੂ ਜੀ ਕਹਿ ਰਹੇ ਨੇ ਜਦੋਂ ਮੇਰੀ ਮੂਡ ਨਹੀਂ ਠੀਕ ਆ, ਜੇ ਤਬੀਅਤ ਨਹੀਂ ਠੀਕ, ਕਿਉਂ ਪਾਉਣੀ ਹੈ ਤੂੰ? ਇਹਨੂੰ ਕਹਿੰਦੇ ਯਾਦ ਕਰ ਰੋਇਆ ਕਰੇਂਗੀ ਤੂੰ ਗੁਰੂ ਜੀ ਨੂੰ। ਅਸੀਂ ਕਿਹਾ ਵੀ ਗੁਰੂ ਜੀ ਨੋਰਮਲੀ ਕਹਿ ਦਿੰਦੇ ਨੇ ਗੱਲਾਂ, ਮਜ਼ਾਕ 'ਚ ਵੀ ਕਹਿ ਦਿੰਦੇ ਨੇ। ਸਾਨੂੰ ਕੀ ਪਤਾ ਵੀ ਤੀਜੇ ਦਿਨ ਗੁਰੂ ਜੀ ਨੂੰ ਮਿਲਣਾ ਹੀ ਨਹੀਂ ਅਸੀਂ। ਤੀਜੇ ਦਿਨ ਤਾਂ ਚਲੇ ਗਏ ਉਹ। ਹੀ ਵਾਜ਼ ਹੇਲ ਐਂਡ ਹਾਰਟ ਹੀ ਜਾਣਾ ਸੀ ਉਹਨਾਂ ਨੇ, ਕਿਉਂ ਗੁਰੂ ਜੀ ਕਹੇ ਸੀ ਵੀ ਨਾ ਮੈਂ ਗੱਦੀ ਕਿਸ ਤੋਂ ਲਿੱਤੀ ਹੈ ਨਾ ਦੇਣੀ ਹੈ। ਅਸੀਂ ਆਪਣੀ ਮਰਜ਼ੀ ਨਾਲ ਆਉਣਾ ਹੈ, ਮਰਜ਼ੀ ਨਾਲ ਜਾਣਾ ਹੈ। ਜਦ ਗੁਰੂ ਜੀ ਦੀ ਚਿਤਾ ਚੱਲ ਰਹੀ ਸੀ ਨਾ, ਮੈਂ ਖੜਾ ਰੋ ਰਿਹਾ। ਮੈਂ ਤਾਂ ਟਪ ਗੁੜਗਾਵਾਂ ਤੋਂ ਇੱਕ ਮੁੰਡਾ ਆਇਆ, ਅੰਕਲ ਗੁਰੂ ਜੀ ਨੇ ਚੰਡੀਗੜ੍ਹ ਜਨਮ ਲੈ ਲਿਆ। ਲੈ ਮੈਂ ਕਿਹਾ ਯਾਰ ਉਹ ਦੇਖ ਗੁਰੂ ਜੀ ਤਾਂ ਵਿਚਾਰੇ ਹਲੇ ਪੂਰੇ ਵਿਚਾਰੇ ਉਹ ਵੀ ਨਹੀਂ ਹੋਏ ਸੀ। ਗੁਰੂ ਜੀ ਦੀ ਆਹ ਲੱਤ ਔਰ ਸਿਰ ਨਹੀਂ ਸੜਿਆ ਸੀ ਗੁਰੂ ਜੀ ਦਾ। ਅਸੀਂ ਅੰਦਰ ਬੈਠੇ ਸੀ ਮੰਦਿਰ 'ਚ, ਤੇ ਸਾਡੇ ਕੋਲ ਕੋਈ ਅਪੋਲੋ ਟਾਇਰ ਵਾਲਾ ਆਇਆ, ਕਹਿੰਦਾ ਜੀ ਇਸ ਤਰ੍ਹਾਂ। ਅਸੀਂ ਪਿੰਡ ਦੀ ਸੰਗਤ ਜਿਹੜੀ ਆਈ ਵੀ ਸੀ, ਬਾਪੂ ਜੀ ਵਗੈਰਾ, ਅਸੀਂ ਗਏ। ਲੱਤ 'ਤੇ ਤਾਂ ਮੈਨੇ ਔਰ ਮੇਰੇ ਬੇਟੇ ਨੇ ਉਹ ਬਾਂਸ ਜਾ ਮਾਰਿਆ।
ਪਿੱਛੋਂ ਸਿਰ ਤੇ ਕਿਸੇ ਨੇ ਹੋਰ, ਜਦ ਅਸੀਂ ਫੋਟੋ ਖਿੱਚੀ ਨਾ ਓਮ ਸੀ ਗੁਰੂ ਜੀ ਦੇ ਸਿਰ 'ਚ। ਓਮ ਦਾ ਮਤਲਬ ਭਗਵਾਨ ਸ਼ੰਕਰ ਜਿਹਨੇ ਸ੍ਰਿਸ਼ਟੀ ਰਚੀ ਹੈ, ਉਹ ਗੁਰੂ ਜੀ ਨੇ। ਤੇ ਇਹਨਾਂ ਨੂੰ ਮੱਥਾ ਟੇਕਿਆ ਕਰੋ ਮੌਜਾਂ ਨਾਲ, ਕਿ ਪਖੰਡਬਾਜ਼ੀ 'ਚ ਨਾ ਪਿਆ ਕਰੋ। ਜਿਵੇਂ ਆ ਸਿੰਪਲ ਤੁਸੀਂ ਕੀਤਾ ਨਾ, ਇੱਦਾਂ ਕਰਿਆ ਕਰੋ। ਕੋਈ ਪੋਸ਼ਾਕ ਰੱਖਣ ਦੀ ਲੋੜ ਨਹੀਂ, ਗੁਰੂ ਜੀ ਨੂੰ ਇੰਨੀ ਠੰਡ ਨਹੀਂ ਲੱਗਦੀ। ਮੈਂ ਸਹੀ ਦੱਸਦਾ ਤੁਹਾਨੂੰ, ਗੁਰੂ ਜੀ ਨੂੰ ਨਾ ਠੰਡ ਲੱਗੇ ਨਾ ਗਰਮੀ ਲੱਗੇ ਕਦੇ ਵੀ, ਨਾ ਉਹਨਾਂ ਨੇ ਕਦੇ ਰਜਾਈ ਲਿੱਤੀ ਹੈ। ਰਜਾਈ ਮੰਗਵਾ ਲੈਂਦੇ ਸਾਡੇ ਤੋਂ, ਇਹਨੂੰ ਕਹਿ ਕੇ ਉੱਥੇ ਜਲੰਧਰ ਕਿ ਆਂਟੀ ਮੇਰੇ ਵਾਸਤੇ ਵਧੀਆ ਜੀ ਰਜਾਈ ਲਿਆਈ ਸੀ, 2 ਲੈ ਜਾਂਦੇ ਸ਼ਨੀਲ ਦੀਆਂ ਬਣਾ ਕੇ ਉਸ ਵਕਤ। ਤੇ ਫਿਰ ਆ ਕੇ ਸਾਨੂੰ ਕਹਿ ਦਿੰਦੇ, ਮੈਂ ਕਮਰੇ 'ਚ ਪਿਆ, ਯਾਰ ਮੈਨੂੰ ਤਾਂ ਰਜਾਈ ਦੇ ਦਿਓ, ਮੈਂ ਤਾਂ ਛੱਡ ਆਇਆ, ਤੁਸੀਂ ਮੌਜਾਂ ਕਰਦੇ ਹੋ। ਇਸ ਤਰ੍ਹਾਂ ਮਜ਼ਾਕ ਕਰਦੇ ਹੁੰਦੇ ਗੁਰੂ ਜੀ। ਗੁਰੂ ਜੀ ਨੂੰ ਤਾਂ ਅਸੀਂ ਨਾ ਗੋਦੀ ਚੱਕ ਕੇ ਡਾਂਸ ਵੀ ਕਰਵਾਇਆ ਵਾ, ਅਸੀਂ ਉਹ ਦਿਨ ਦੇਖੇ ਨੇ ਖੁੱਲ੍ਹੇ। ਤੇ ਹੁਣ ਜਿਹੜੀ ਸੰਗਤ ਹੈ, ਜਿੱਦਾਂ ਮੈਂ ਤੁਹਾਨੂੰ ਹੁਣ ਦੱਸਦਾ, ਤੁਸੀਂ ਇਸ ਨੂੰ ਗੱਲਾਂ ਬਣਾ ਲਓ ਕਿ ਮੜਕਣ ਅੰਕਲ ਦਾ ਬਹੁਤ ਨੇੜੇ ਨੇ। ਨਾ ਨਾ ਨਾ, ਮੈਂ ਕੋਈ ਨੇੜੇ ਨਹੀਂ ਗੁਰੂ ਜੀ ਦੇ, ਸਾਡੇ ਨਾਲੋਂ ਨੇੜੇ ਤਾਂ ਤੁਸੀਂ ਹੋ, ਜਿਨ੍ਹਾਂ ਨੂੰ ਇੰਨੀ ਸ਼ਰਧਾ ਹੈ ਗੁਰੂ ਜੀ ਨਾਲ। ਪੁਰਾਣੀ ਸੰਗਤ ਨਵੀਂ ਸੰਗਤ ਦਾ ਕੋਈ ਉਹ ਨਹੀਂ ਹੈ ਵਿਚਾਰ ਵਟਾਂਦਰਾ, ਉਹ ਤਾਂ ਭਾਵ ਦੇ ਭੁੱਖੇ ਨੇ। ਚਾਹੇ ਅੱਜ ਪਾ ਲਓ ਤੇ ਪਿਆਰ ਉਹਨਾਂ ਨਾਲ, ਚਾਹੇ 50 ਸਾਲ ਪਹਿਲਾਂ। ਸਾਡਾ ਪਿਛਲੇ ਜਨਮ ਦਾ, ਤੁਹਾਡਾ ਸਾਰਿਆਂ ਦਾ ਆਪਣਾ, ਜਿਹੜਾ ਉਹਨਾਂ ਦੇ ਚਰਨਾਂ 'ਚ ਬੈਠੇ ਆ। ਕੋਈ ਐਸੀ ਗੱਲ ਨਹੀਂ ਹੈ ਨਵੇਂ ਪੁਰਾਣੇ ਦੀ ਕਿਤੇ ਦਿਮਾਗ 'ਚ ਲਿਆਓ, ਪਰ ਬੀ ਸਿੰਪਲ। ਗੁਰੂ ਜੀ ਜਿਹੜਾ ਸਿੰਪਲ ਬੰਦਾ ਸੀ ਉਹਨੂੰ ਜ਼ਿਆਦਾ ਪਿਆਰ ਕਰਦੇ ਸੀ, ਜਿਹੜਾ ਦਿਲ ਦਾ ਸਾਫ਼ ਹੈ। ਨਰਿੰਦਰ ਅੰਕਲ ਵਰਗਾ, ਇਹ ਕੋ ਸਾਡੀ ਬਿਟੀਆ ਬੈਠੀ ਆ, ਉਹ ਦੇਖੋ। ਇਹ ਮੈਨੂੰ 2 ਬੰਦੇ ਦੁਬਈ 'ਚ ਮਿਲੇ ਨੇ ਕਿ ਜਿਹੜੇ ਬਿਲਕੁਲ ਦਿਲ ਦੇ ਸਾਫ਼ ਨੇ, ਔਰ ਇਹਨਾਂ ਨੂੰ ਭਾਗ ਦੇਖੋ ਕਿੰਨੇ ਲੱਗਣਗੇ। ਇਹ ਮੇਰੀ ਦੁਆ ਹੈ ਤੁਹਾਡੀ ਸਾਰੀ ਸੰਗਤ ਨੂੰ, ਸਾਰੀ ਸੰਗਤ ਤੁਹਾਡੀ ਨਾ, ਜਿਨ੍ਹਾਂ ਦੇ ਮੈਨੂੰ ਇਹ ਲੱਗਦਾ ਹੈ ਕਿ ਦਿਲ 'ਚ ਵੀ ਗੁਰੂ ਜੀ ਸਮਾਏ ਹੋਏ ਨੇ। ਮੈਂ ਕੱਲ੍ਹ ਉਹਨਾਂ ਦੇ ਘਰੇ ਬੈਠਾ ਰੋ ਰਿਹਾ ਸੀ, ਕਿਸੇ ਨੂੰ ਪਤਾ ਨਹੀਂ ਲੱਗਿਆ ਸ਼ਾਇਦ ਮੇਰਾ, ਮੈਂ ਪਤਾ ਨਹੀਂ ਲੱਗਣਾ ਦਿੱਤਾ। ਮੈਨੂੰ ਐਸੀ ਭਾਵਨਾ ਆਈ ਕਿ ਮੈਂ ਇਹੋ ਜਿਹੀ ਸੰਗਤ ਨਹੀਂ ਦੇਖੀ ਕਿਤੇ ਯਾਰ। ਕਈ ਲੋਕ ਤਾਂ ਰੋ ਰਹੇ ਸੀ ਸੰਗਤ 'ਚ ਬੈਠੇ। ਮੈਂ ਕਿਹਾ ਇੰਨਾ ਪਿਆਰ ਜੀ ਇਹਨਾਂ ਨੇ ਗੁਰੂ ਜੀ ਨੂੰ ਦੇਖਿਆ ਨੇ, ਉਹਨਾਂ ਨੂੰ ਇੰਨਾ ਪਿਆਰ ਆ ਰਿਹਾ, ਅਸੀਂ ਲੈ ਕੇ ਬੈਠੇ ਹਾਂ ਇੱਥੇ। ਦੇਖੋ ਅਸੀਂ ਗੁਰੂ ਜੀ ਨਾਲ ਜੱਫੀਆਂ ਪਾਉਂਦੇ ਸੀ, ਕਿਸ ਕਰਦੇ ਸੀ। ਤੇ ਮੈਂ ਕਿਹਾ ਇਹ ਸੰਗਤ ਨੇ ਗੁਰੂ ਜੀ ਨੂੰ ਨਹੀਂ ਦੇਖਿਆ, ਦੇਖੋ ਕਿੰਨੀ ਭਾਵਨਾ ਹੈ। ਅੱਜ ਵੀ ਦੇਖ ਲਓ, ਚੁੱਪ ਕਰਕੇ ਜਲੰਧਰ ਸੁਣਾ ਕੇ ਦਿਖਾ ਦਿਓ, ਉੱਥੇ ਦਿੱਲੀ ਰੌਲਾ ਪਾਈ ਜਾਣਗੇ। ਤੇ ਪਤਾ ਨਹੀਂ, ਮੈਨੂੰ ਇਸੇ ਕਰਕੇ ਤੁਹਾਨੂੰ ਦੇਖਣ ਵਾਸਤੇ ਭੇਜਿਆ ਗੁਰੂ ਜੀ ਨੇ, ਮੇਰੇ ਦੇਖ ਹੀ ਭਗਤਾਂ ਨੂੰ ਜਾ ਕੇ ਤੂੰ ਵੀ ਸਿੱਖ ਲਾ ਕੁਛ। ਜੈ ਗੁਰੂ ਜੀ। ਕੋਈ ਗਲਤੀ ਹੋ ਗਈ ਮਾਫ ਕਰਨਾ ਪਲੀਜ਼, ਹੈ ਸੌਰੀ। ਅੰਕਲ ਅਸੀਂ ਬੜੇ ਭਾਗਾ ਵਾਲੇ